ਡਾਕਟਰ ਮਨਜੀਤ ਸਿੰਘ ਹੋਰੀ ਡਾਕਟਰ ਅੰਬੇਦਕਰ ਹੋਰਾਂ ਬਾਰੇ ਵਿਚਾਰ ਸਾਂਝੇ ਕਰਨਗੇ। ਤੇ ਇਸ ਤੋਂ ਪਹਿਲਾਂ ਆਪਾਂ ਕਿ ਪ੍ਰੋਗਰਾਮ ਸ਼ੁਰੂ ਕਰੀਏ, ਮੈਂ ਕਾਲੂ ਸਾਹਿਬ ਪ੍ਰੋਫੈਸਰ ਜਗੀਰ ਸਿੰਘ ਕਾਲੂ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਏ ਸਾਰੇ ਸੱਜਣਾਂ ਨੂੰ ਕੀ ਆਇਆ ਕਹਿਣ ਤੇ ਸਾਡੇ ਅੱਜ ਦੇ ਸਪੀਕਰ ਜਿਹੜੇ ਉਹਨਾਂ ਬਾਰੇ ਥੋੜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ। ਜਗੀਰ ਸਿੰਘ ਕਾਲੂ। ਬਹੁਤ ਮਿਹਰਬਾਨੀ ਹੁੰਦਲ ਸਾਹਿਬ। ਜਿਵੇਂ ਕਿ ਹੁੰਦਲ ਸਾਹਿਬ ਨੇ ਦੱਸਿਆ ਔਰ ਅਸੀਂ ਆਪਣੇ ਗਰੁੱਪ ਵਿੱਚ ਆਪਣੇ ਜਿਹੜੇ ਬੁਲਾਰੇ ਆ ਸਾਡੇ ਅੱਜ ਦੇ ਡਾਕਟਰ ਮਨਜੀਤ ਸਿੰਘ, ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਆ ਭਈ ਇਹ ਅਸੀਂ ਟੋਰਾਂਟੋ ਦੀਆਂ 8 ਆਰਗੇਨਾਈਜੇਸ਼ਨਾਂ ਨੇ ਵੱਖਰੀਆਂ ਵੱਖਰੀਆਂ, ਉਹਨਾਂ ਨੇ ਇੱਕ ਫਾਰਮਰਜ਼ ਸਪੋਰਟ ਗਰੁੱਪ ਬਣਾਇਆ ਹੈਗਾ। ਇੱਕ ਕੋਆਰਡੀਨੇਸ਼ਨ ਕਮੇਟੀ ਜਿਹੜੀ ਆ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਆਰਗੇਨਾਈਜ਼ ਕੀਤੀ ਗਈ। ਔਰ ਜਦੋਂ ਤੋਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈਗਾ ਦਿੱਲੀ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਉਦੋਂ ਤੋਂ ਹੀ ਅਸੀਂ ਸਪੋਰਟ ਕਰਦੇ ਆ ਰਹੇ ਹਾਂ ਲਗਾਤਾਰ। ਤੇ ਕੱਲ ਵਿਸਾਖੀ ਤੇ ਸੀਗਾ ਜੀ ਸੈਮੀਨਾਰ, ਉਹਦੇ ਵਿੱਚ ਡਾਕਟਰ ਕਰਮਜੀਤ ਸਿੰਘ ਕੁਰੂਕਸ਼ੇਤਰ ਵਾਲੇ, ਡਾਕਟਰ ਗੁਰਬਖਸ਼ ਭੰਡਾਲ, ਡਾਕਟਰ ਗੁਰਨਾਮ ਕੌਰ, ਉਹਨਾਂ ਨੇ ਵਿਚਾਰ ਪੇਸ਼ ਕੀਤੇ ਵੱਖਰੇ ਵੱਖਰੇ ਵਿਸ਼ਿਆਂ ਤੇ ਦੁੱਲਾ ਭੱਟੀ ਬਾਰੇ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਨੇ ਵਿਚਾਰ ਦਿੱਤੇ। ਔਰ ਨਾਲ ਦੀ ਨਾਲ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਸੀਨੀਅਰ ਐਡਵੋਕੇਟ ਰੁਖਸਾਨਾ ਭੱਟੀ, ਜਿਹੜੇ ਕਿ ਭੱਟੀ ਜਿਹੜੀ ਗੋਤ ਆ ਉਹਦੇ ਨਾਲ ਸੰਬੰਧ ਰੱਖਦੇ ਆ ਔਰ ਦੁੱਲੇ ਭੱਟੀ ਦੇ ਇਲਾਕੇ ਨਾਲ ਸੰਬੰਧ ਰੱਖਦੇ ਆ, ਉਹਨਾਂ ਨੇ ਬੜੇ ਸੋਹਣੇ ਵਿਚਾਰ ਪੇਸ਼ ਕੀਤੇ। ਔਰ ਉਹਨਾਂ ਨੇ ਸੁਝਾਅ ਵੀ ਦਿੱਤਾ ਕਿ ਤੁਸੀਂ ਦੁੱਲੇ ਭੱਟੀ ਦੀ ਯਾਦਗਾਰ ਬਣਾਉਣ ਲਈ ਜੋ ਵੀ ਕਰਨਾ ਚਾਹੁੰਦੇ ਹੋ ਮੈਂ ਉਹਦੇ ਲਈ ਮਦਦ ਕਰਾਂਗੀ। ਸੋ ਅੱਜ ਦੇ ਜਿਹੜੇ ਸਾਡੇ ਬੁਲਾਰੇ ਨੇ, ਕੱਲ ਅਸੀਂ ਕਾਫੀ ਬੁਲਾਰੇ ਜਿਹੜੇ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦੇਣ ਲਈ ਬੇਨਤੀ ਕੀਤੀ ਸੀਗੀ। ਅੱਜ ਸਾਡੇ ਇੱਕੋ ਇੱਕ ਬੁਲਾਰੇ ਨੇ ਡਾਕਟਰ ਮਨਜੀਤ ਸਿੰਘ। ਡਾਕਟਰ ਮਨਜੀਤ ਸਿੰਘ ਉਂਝ ਤਾਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਜਿਹੜੇ ਲੋਕੀ ਖਬਰਾਂ ਸੁਣਦੇ ਆ, ਜਿਹੜੇ ਆਪਣੇ ਹੁਣ ਕਰੰਟ ਅਫੇਅਰਸ ਨਾਲ ਜੁੜੇ ਹੈਗੇ ਆ, ਖਾਸ ਕਰਕੇ ਕਿਸਾਨੀ ਲਹਿਰ ਨਾਲ ਜੁੜੇ ਆ, ਉਹ ਡਾਕਟਰ ਮਨਜੀਤ ਸਿੰਘ ਹੋਰਾਂ ਨੂੰ ਗਾਏ ਬਗਾਏ ਟੀਵੀ ਦੇ ਉੱਤੇ ਦੇਖਦੇ ਆ। ਇਹ ਬਹੁਤ ਸਾਰੇ ਚੈਨਲਸ ਦੇ ਉੱਤੇ ਐਕਸਪਰਟ ਨੇ। ਔਰ ਇਹਨਾਂ ਬਾਰੇ ਮੈਂ ਸਿਰਫ ਫਿਰ ਵੀ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਇਹ ਉਸ ਖਾਨਦਾਨ ਚੋਂ ਨੇ ਜਿਹੜੇ ਹਮੇਸ਼ਾ ਹੀ ਸੋਸ਼ਲ ਸਰਵਿਸ ਕਰਦੇ ਰਹੇ ਆ। ਇਹਨਾਂ ਦੇ ਪਿਤਾ ਜੀ ਵੈਟਰਨਰੀ ਡਾਕਟਰ ਸੀਗੇ ਔਰ ਉਹਨਾਂ ਦੀਆਂ ਅਪਾਇੰਟਮੈਂਟਸ ਭਾਵੇਂ ਕਿਤੇ ਪਛਿੱਤੇ ਇਲਾਕੇ 'ਚ ਵੀ ਹੁੰਦੀਆਂ ਸੀਗੀਆਂ, ਉੱਥੇ ਵੀ ਉਹ ਜਾ ਕੇ ਲੋਕਾਂ ਦੀ ਸੇਵਾ ਕਰਦੇ ਸੀਗੇ। ਔਰ ਉਹਨਾਂ ਦਾ ਜਿਹੜਾ ਇੱਕ ਵਿਚਾਰ ਸੀਗਾ, ਉਹਨਾਂ ਦਾ ਵਿਚਾਰ ਇਹ ਆ, ਦੇਖੋ ਉਹ ਬੜੇ ਧਾਰਮਿਕ ਬੰਦੇ ਸੀਗੇ, ਪਰ ਉਹਨਾਂ ਦੇ ਸਪੁੱਤਰ ਜਿਹੜੇ ਆ ਮਨਜੀਤ ਸਿੰਘ ਵੀ ਤੇ ਅਮਰੀਕ ਸਿੰਘ ਤੇ ਕੁਲਦੀਪ ਸਿੰਘ ਤੇ ਅਮਰੀਕ ਸਿੰਘ ਅੱਜ ਕੱਲ ਅਮਰੀਕਾ 'ਚ ਨੇ, ਉਹਨਾਂ ਨੂੰ ਵੀ ਉਹਨਾਂ ਨੇ ਉਹੀ ਸਿੱਖਿਆ ਦਿੱਤੀ। ਆਮ ਤੌਰ ਤੇ ਮਾਪੇ ਜਿਹੜੇ ਆ ਉਹ ਪ੍ਰੋਗਰੈਸਿਵ ਮੂਵਮੈਂਟ ਨਾਲ ਜੁੜਨ ਤੋਂ ਜਾਂ ਜਿਹੜੀ ਉਹਨਾਂ ਨੂੰ ਮੂਵਮੈਂਟ ਨਾ ਉਹਨਾਂ ਦੇ ਹਿਸਾਬ ਨਾਲ ਹੋਵੇ ਉਹਨੂੰ ਡਿਸਕਰੇਜ ਕਰਦੇ ਆ। ਪਰ ਡਾਕਟਰ ਇਹਨਾਂ ਦੇ ਪਿਤਾ ਜੀ ਜਿਹੜੇ ਆ ਉਹਨਾਂ ਨੇ ਕਿਹਾ ਵੀ ਦੇਖੋ ਪੁੱਤਰ, ਜਿਹੜੀ ਮਰਜ਼ੀ ਵਿਚਾਰਧਾਰਾ ਨਾਲ ਜੁੜ ਜਾਓ ਪਰ ਪੱਕੇ ਜੁੜਿਓ, ਮਤਲਬ ਤੁਹਾਡਾ ਅੰਗ ਕੱਟਿਆ ਜਾਵੇ, ਤੁਹਾਡਾ ਵਾਲ ਖੋਇਆ ਜਾਵੇ, ਮੁੜ ਕੇ ਉਹਦੇ ਤੋਂ ਵਾਪਸ ਨਹੀਂ ਮੁੜਨਾ। ਸੋ ਇਹ ਜਿਹੜੀ ਸਿੱਖਿਆ ਹੈ ਉਹ ਇਸ ਪਰਿਵਾਰ ਨੂੰ ਮਿਲੀ। ਤੇ ਮਨਜੀਤ ਸਿੰਘ ਹੁਣਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ BSc ਕੀਤੀ ਔਰ PhD ਸੋਸ਼ੀਓਲੋਜੀ 'ਚ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਫਿਰ ਫੈਲੋ ਰਹੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਸ਼ਿਮਲਾ ਦੇ, ਤੇ ਭਾਰਤ ਦੀਆਂ 3 ਯੂਨੀਵਰਸਿਟੀਆਂ 'ਚ ਪੜ੍ਹਾਇਆ ਇਹਨਾਂ ਨੇ, ਅਸਾਮ, ਗੋਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਛਤਰਛਾਇਆ ਹੇਠ ਨਵਾਂ ਵਿਭਾਗ ਬਣਿਆ ਅੰਬੇਦਕਰ ਸੈਂਟਰ ਫਾਰ ਸਟੱਡੀਜ਼, ਔਰ ਉਹਦੇ ਇਹ ਫਾਊਂਡਰ ਹੈਡ ਰਹੇ। ਉਸ ਤੋਂ ਬਿਨਾਂ ਇਹਨਾਂ ਨੇ ਰਿਸਰਚ ਕੀਤੀ ਹੈਗੀ ਆ ਲੇਬਰ ਤੇ ਨਾਲ ਦੀ ਨਾਲ ਇਹਨਾਂ ਦਾ ਪੈਸ਼ਨ ਜਿਹੜਾ ਉਹ ਸੋਸ਼ਲ ਵਰਕ ਵੀ ਆ। ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਮੈਂ ਇਹਨਾਂ ਨੂੰ ਕੋਈ ਪਿਛਲੇ 50 ਸਾਲ ਤੋਂ ਜਾਣਦਾ ਆ। ਗੁਰਭਜਨ ਗਿੱਲ ਵਾਂਗੂ ਭੁਲੇਖਾ ਨਹੀਂ ਲੱਗਣਾ, ਅੱਜ ਮੈਨੂੰ ਪਤਾ ਹੈ ਕਿ 1970 ਤੋਂ ਲੈ ਕੇ ਹੁਣ ਤੱਕ 50 ਸਾਲ ਹੀ ਬਣਦੇ ਆ। ਤੇ ਇਹ ਵਿਦਿਆਰਥੀ ਲਹਿਰ ਦੇ ਵਿੱਚ ਸਰਗਰਮ ਰਹੇ ਆ ਔਰ ਕਿਸੇ ਲਾਲਚ ਲਈ ਵਿਦਿਆਰਥੀ ਲਹਿਰ 'ਚ ਨਹੀਂ ਆਏ, ਕਿਸੇ ਲਾਲਚ ਲਈ ਕਿਸਾਨ ਮੂਵਮੈਂਟ 'ਚ ਨਹੀਂ ਆਏ। ਪੰਜਾਬ ਯੂਨੀਵਰਸਿਟੀ ਦੇ ਵਿੱਚ ਟੀਚਰ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹਦੇ 'ਚ ਵੀ ਸਰਗਰਮ ਰਹੇ ਨੇ ਔਰ ਹੁਣ ਵੀ ਲਗਾਤਾਰ ਇਹਨਾਂ ਦੀ ਸਰਗਰਮੀ ਆ। ਜਿਹੜੇ ਕਿਸਾਨ ਮੋਰਚੇ ਨੇ ਪੱਛਮੀ ਬੰਗਾਲ ਦੇ ਵਿੱਚ
ਡੈਲੀਗੇਸ਼ਨ ਭੇਜੇ, ਉਹਦੇ ਵਿੱਚ ਵੀ ਇਹ ਗਏ ਆ। ਔਰ ਦੁਸ਼ਮਣ ਦੀ ਅੱਖ 'ਚ ਇੰਨੇ ਰੜਕਦੇ ਆ ਭਈ ਪਿਛਲੇ ਦਿਨਾਂ ਦੇ ਵਿੱਚ ਹੀ ਕੁਝ ਜਿਹੜੇ ਹੜਦੁੰਗਬਾਜ਼, ਜਿਹੜੇ ਐਂਟੀ ਕਿਸਾਨ ਮੂਵਮੈਂਟ ਐਲੀਮੈਂਟ ਆ, ਉਹਨਾਂ ਨੇ ਇਹਨਾਂ ਨੂੰ ਇੱਕ ਤਰੀਕੇ ਨਾਲ ਡਿਸਕਰੇਜ ਕਰਨ ਦਾ ਯਤਨ ਵੀ ਕੀਤਾ। 15-20 ਜਣੇ ਇਕੱਠੇ ਹੋ ਕੇ ਆਲੇ ਦੁਆਲੇ ਸਵਾਲ ਪੁੱਛਣੇ, ਹੋਰ ਕਰਨੇ। ਤੇ ਮੈਨੂੰ ਇੱਥੇ ਬੈਠੇ ਨੂੰ ਫਿਕਰ ਸੀਗਾ ਵੀ ਯਾਰ ਹੱਦ ਹੋ ਗਈ, ਮਨਜੀਤ ਸਿੰਘ ਨੂੰ ਇਦਾਂ ਉਹਨਾਂ ਨੇ ਡਿਸਕਰੇਜ ਕੀਤਾ। ਪਰ ਮੈਂ ਜਦੋਂ ਫੋਨ ਕੀਤਾ ਤੇ ਮੈਂ ਕਿਹਾ ਡਾਕਟਰ ਸਾਹਿਬ ਕਿਵੇਂ? ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਤਾਂ ਦੇਖੋ ਅੰਦੋਲਨਾਂ ਦੇ ਵਿੱਚ, ਮੂਵਮੈਂਟਾਂ 'ਚ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਸੋ ਮੈਂ ਜੀ ਬਹੁਤਾ ਵਕਤ ਨਾ ਲੈਂਦਾ ਹੋਇਆ ਹੁਣ ਹਰਿੰਦਰ ਹੁੰਦਲ ਜਿਹੜੇ ਕਿ ਸਾਡੇ ਹੋਸਟ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਭਈ ਉਹ ਡਾਕਟਰ ਸਾਹਿਬ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕਰਨ। ਤੇ ਡਾਕਟਰ ਸਾਹਿਬ ਦਾ ਵਿਸ਼ਾ ਹੈਗਾ ਡਾਕਟਰ ਅੰਬੇਦਕਰ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਕਾਸਟਿਜ਼ਮ ਦੇ ਸੰਬੰਧ 'ਚ, ਔਰ ਉਹਦੇ ਵਿੱਚ ਸੁਪਨੇ ਜਿਹੜੇ ਆ ਉਹ ਕਿਵੇਂ ਅਧੂਰੇ ਰਹਿ ਗਏ। ਆਪਣੇ ਹੁੰਦਲ ਜੀ ਬੇਨਤੀ ਕਰੋ ਡਾਕਟਰ ਸਾਹਿਬ ਨੂੰ। ਹਾਂਜੀ ਡਾਕਟਰ ਸਾਹਿਬ, ਕਾਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਜਿਵੇਂ ਕਾਲੋ ਸਾਹਿਬ ਨੇ ਦੱਸਿਆ, ਡਾਕਟਰ ਮਨਜੀਤ ਸਿੰਘ ਹੋਰਾਂ ਦਾ ਵਿਸ਼ਾ ਡਾਕਟਰ ਅੰਬੇਦਕਰ ਸਟਰਗਲ ਅਗੇਂਸਟ ਕਾਸਟ ਸਿਸਟਮ ਅਨਫੁਲਫਿਲਡ ਡ੍ਰੀਮਸ। ਔਰ ਡਾਕਟਰ ਸਾਹਿਬ ਅਸੀਂ ਤੁਹਾਡਾ ਜਿਹੜਾ ਸਮਾਂ ਨਿਯਤ ਕੀਤਾ ਜੀ ਉਹ 25 ਮਿੰਟ ਕੀਤਾ। ਜੇ ਕੋਈ ਗੱਲ ਰਹਿ ਗਈ ਤੇ ਬਾਅਦ ਚ ਕੁਐਸਚਨ ਆਨਸਰ ਚ ਆਪਾਂ ਕਰਾਂਗੇ ਸਾਂਝੀ। ਤੋ ਠੀਕ ਆ ਜੀ, ਆਪਣੇ ਵਿਚਾਰ ਸਾਂਝੇ ਕਰੋ ਸਾਡੇ ਅੱਜ ਸਾਰੇ ਹਾਜ਼ਰ ਲੋਕਾਂ ਨਾਲ। ਬਹੁਤ ਬਹੁਤ ਧੰਨਵਾਦ ਕਾਲੂ ਸਾਹਿਬ, ਹੁੰਦਲ ਸਾਹਿਬ ਤੇ ਹੋਰ ਸਾਰੇ ਸਰੋਤੇ ਵੀਰਾਂ ਨੂੰ ਮੇਰਾ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੈਂ ਕਿਉਂਕਿ ਟਾਈਮ 25 ਮਿੰਟ ਹੈ, ਕੋਸ਼ਿਸ਼ ਕਰੂੰਗਾ ਕਿ ਥੋੜਾ ਉਸੇ ਕਿਸਮ ਨਾਲ ਹੀ ਉਸੇ ਸਾਰੀ ਗੱਲ ਨੂੰ ਉਸੇ 'ਚ ਸਮੇਟਣ ਦੀ। ਮੈਂ ਗੱਲ ਇੱਕ ਅਹਿਸਾਸ ਦੇ ਲੈਵਲ ਤੇ ਜੋ ਸਾਡਾ ਵਿਸ਼ਾ ਆ ਜਾਤ ਦਾ, ਅਸਪਰਸ਼ਤਾ ਦਾ, ਐਕਸਕਲੂਜ਼ਨ ਦਾ, ਜਿਸ ਦਾ ਜਿਹੜਾ ਤਿੱਖਾਪਣ ਜਾਂ ਜਿਸ ਦੀ ਹਾਲਾਤ ਖੁਦ ਭੀਮ ਰਾਓ ਅੰਬੇਦਕਰ ਜੀ ਨੇ ਆਪਣੇ ਜੀਵਨ ਤੇ ਪਿੰਡੇ ਦੇ ਹੰਡਾਈ, ਉਹ ਹਾਲਾਤਾਂ ਹੰਡਾਈਆਂ, ਉਸ ਦੇ ਬਾਰੇ ਮੈਂ ਅੱਜ ਥੋੜੀ ਬਹੁਤ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰੂੰਗਾ। ਦੂਸਰੀ ਗੱਲ ਇਹ ਕਿ ਮੈਂ ਸ਼ੁਰੂ ਕਰੂੰਗਾ ਕਰੋਨਾ ਤੋਂ। ਮੈਨੂੰ 3-4 ਦਿਨ ਪਹਿਲਾਂ ਇੱਕ ਬਹੁਤ ਹੀ ਵੱਡਾ ਅਫਸਰ ਚੰਡੀਗੜ੍ਹ ਤੋਂ ਮਿਲੇ ਤੇ ਮੈਨੂੰ ਪਤਾ ਲੱਗਾ ਸੀ ਕਿ ਉਹ ਖੁਦ ਕਰੋਨਾ ਦੇ ਸ਼ਿਕਾਰ ਰਹੇ। ਤੇ ਮੈਂ ਉਹਨਾਂ ਨੂੰ ਮਿਲਣ ਚਲਾ ਗਿਆ ਤੇ ਉਹ ਮੈਨੂੰ ਕਹਿੰਦੇ ਕਿ ਮਨਜੀਤ, ਸਾਰੀ ਉਮਰ ਮੈਨੂੰ ਇਹ ਨਹੀਂ ਸਮਝ ਲੱਗੀ ਸੀ, ਕਿਉਂਕਿ ਉਹ ਅਪਰ ਕਾਸਟ ਵਿੱਚੋਂ ਸੀਗੇ, ਬਹੁਤ ਪੜ੍ਹੇ ਲਿਖੇ ਵਿਦਵਾਨ ਆ, ਕਿ ਜੋ ਦਲਿਤ ਹੋਣਾ ਇਸ ਦੇਸ਼ ਦੇ ਵਿੱਚ ਕੀ ਹੁੰਦਾ, ਜਾਂ ਸ਼ਡਿਊਲਡ ਕਾਸਟ ਹੋਣਾ ਇਸ ਦੇਸ਼ 'ਚ ਕੀ ਹੁੰਦਾ। ਪੜ੍ਹਾਈ ਬਹੁਤ ਕਰਾਉਂਦੇ ਸੀ, ਸੈਮੀਨਾਰ ਵੀ ਬਹੁਤ ਕਰ ਲਏ, ਬਹੁਤ ਗੱਲਾਂ ਕਿਤਾਬਾਂ ਵੀ ਲਿਖ ਲਈਆਂ, ਪਰ ਉਹਦਾ ਅਹਿਸਾਸ ਲੈਵਲ ਤੇ ਵਾਟ ਇਟ ਇਜ਼ ਟੂ ਬੀ ਏ ਦਲਿਤ ਇਨ ਆਰ ਸੋਸਾਇਟੀ, ਉਹਦਾ ਕਹਿੰਦਾ ਮੈਨੂੰ ਅਹਿਸਾਸ ਹੋਣ ਹੋਇਆ। ਮੈਂ ਕਿਹਾ ਕਰੋਨਾ ਨਾਲ ਤੁਹਾਨੂੰ ਕਿਵੇਂ ਹੋ ਗਿਆ? ਕਹਿੰਦਾ ਬਸ ਇੰਝ ਹੀ ਸਮਝ ਲਓ, ਮੈਂ ਆਪਣੇ ਘਰ 'ਚ ਹੀ ਆਈਸੋਲੇਟਡ ਸੀ, ਵਾਈਫ ਦੂਰ ਰਹਿਣਾ, ਮੁੰਡੇ ਨੇ ਵੀ ਦੂਰੋਂ ਹੀ ਖਿੜਕੀ ਤੋਂ ਗੱਲ ਕਰ ਜਾਣੀ, ਖਾਣੇ ਵਾਲੇ ਨੇ ਹੌਲੀ ਜੀ ਚੁੱਪ ਕਰਕੇ ਖਾਣਾ ਦੂਰ ਹੀ ਰੱਖ ਕੇ ਚਲੇ ਜਾਣਾ। ਤੇ ਮੈਨੂੰ ਲੱਗਾ ਕਿ ਮੈਂ ਕੱਲ ਤੱਕ ਜੋ ਹੀਰੋ ਸੀ, ਸਾਰੇ ਮੈਨੂੰ ਆ ਕੇ ਹਰ ਕੋਈ ਆਪਣੀ ਖੁਸ਼ਾਮਦ ਕਰਨੀ, ਸਲੂਟ ਮਾਰਨਾ ਜਾਂ ਇਸ ਤਰ੍ਹਾਂ ਸੀ, ਅੱਜ ਮੈਂ ਇੰਨਾ ਜ਼ਿਆਦਾ ਪਰਾਇਆ ਹੋ ਗਿਆ ਕਿ ਹਰ ਕੋਈ ਮੇਰੇ ਤੋਂ ਭੱਜਦਾ। ਮੈਨੂੰ ਕਿਹੜਾ ਏਡਾ ਪਾਪ ਹੋ ਗਿਆ ਕਿ ਅਚਾਨਕ ਮੇਰੇ ਪ੍ਰਤੀ ਲੋਕਾਂ ਦਾ ਐਟੀਟਿਊਡ, ਮੇਰੇ ਆਪਣਿਆਂ ਦਾ, ਦੂਰ ਦਾ ਤੇ ਛੱਡੋ, ਮੇਰੇ ਆਪਣਿਆਂ ਦਾ ਐਟੀਟਿਊਡ ਇਹੋ ਜਿਹਾ ਹੋ ਗਿਆ। ਤੇ ਉਹਨਾਂ ਨੇ ਇਹ ਐਗਜ਼ਾਮਪਲ ਦੇ ਕੇ ਦੱਸਿਆ ਕਿ ਜਿਸ ਤਰੀਕੇ ਨਾਲ ਸਾਡਾ ਸਮਾਜ ਆਰਗੇਨਾਈਜ਼ਡ ਹੈ, ਜਿੱਥੇ ਅਸੀਂ ਦਲਿਤ ਭਾਈਚਾਰਾ ਜਾਂ ਜਿਨ੍ਹਾਂ ਨੂੰ ਕਦੀ ਹਰੀਜਨ ਕਹਿੰਦੇ ਸੀ ਜਾਂ ਅਨਟੱਚੇਬਲ ਕਹਿੰਦੇ ਸੀ, ਕਦੀ ਅਛੂਤ ਕਿਹਾ, ਕਦੀ ਕੁਛ ਕਿਹਾ, ਉਹ ਸਾਰੇ ਨਾਂ ਇੱਕੋ ਜਿਹੇ ਹੀ ਹੈ ਕਿ ਉਹ ਜਦੋਂ ਸਮਾਜ ਦੇ ਵਿੱਚ ਇਹਨਾਂ ਹਾਲਾਤਾਂ 'ਚ ਜਦੋਜਹਿਦ ਕਰਦੇ ਆ, ਜੀਂਦੇ ਹੈ, ਤਾਂ ਉਹਨਾਂ ਪ੍ਰਤੀ ਅਨਸੈਡ ਕੋਡ ਜਿਹੜਾ ਉਹ ਕਿਵੇਂ ਵਰਕ ਕਰਦਾ ਤੇ ਕਿਵੇਂ ਉਹ ਮਹਿਸੂਸ ਕਰਦੇ ਹੋਣਗੇ। ਕਹਿੰਦੇ ਕਿ ਮੈਨੂੰ ਪਹਿਲੀ ਵਾਰੀ ਇਸ ਗੱਲ ਦਾ ਅਹਿਸਾਸ ਹੋਇਆ। ਇਸ ਲਈ ਕਾਲੂ ਸਾਹਿਬ ਤੇ ਮੈਂ ਹੋਰ ਸਾਰੇ ਸਰੋਤਿਆਂ ਨਾਲ ਗੱਲ ਕਰਦਾ ਕਿ ਇਸ ਗੱਲ ਦਾ ਮੈਂ ਇਹ ਨਹੀਂ ਕਹਿੰਦਾ ਕਿ ਜੋ ਸਾਡੇ ਸੱਜਣ ਦਲਿਤ ਨਹੀਂ ਹੈ ਉਹ ਉਸ ਨੂੰ ਸਮਝਦੇ ਨਹੀਂ ਹੈ। ਅਕੈਡਮਿਕ ਲੈਵਲ ਤੇ ਸਮਝਣਾ, ਇੰਟੈਲੈਕਚੁਅਲ ਲੈਵਲ ਤੇ ਸਮਝਣਾ ਉਹ ਆਪਣੇ ਆਪ 'ਚ ਜ਼ਰੂਰੀ ਹੈ, ਤਾਂ ਹੀ ਕਿ ਅਸੀਂ ਕੋਈ ਉਹਦਾ ਹੱਲ ਕੱਢਾਂਗੇ। ਪਰ ਜਦੋਂ ਉਸ ਨੂੰ ਪਿੱਠ ਤੇ ਹੰਡਾਉਂਦੇ ਆ, ਉਹਦੇ ਅਹਿਸਾਸ, ਉਹ ਜਿਹੜੀ ਸਾਡੀ ਅਕਲ,
ਜਾਂ ਉਹ ਸਮਝ ਬਣਦੀ ਹੈ, ਉਹਦਾ ਇੱਕ ਬਿਲਕੁਲ ਅਲੱਗ ਕਿਸਮ ਦਾ ਅਹਿਸਾਸ ਹੈ। ਮੈਂ ਬਹੁਤਾ ਨਹੀਂ ਕਹੂੰਗਾ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਬਾਰੇ ਕਿ ਉਹ ਕਿਵੇਂ ਕਿੱਥੇ ਜਨਮ ਹੋਇਆ, ਕੀ ਕੁਝ ਕੀਤਾ, ਕਿਵੇਂ ਉਹਨਾਂ ਨੇ ਮਾਰਚ ਦੇ ਵਿੱਚ ਆਪਣੀ ਮੂਵਮੈਂਟ, ਹੋਰ ਸਾਰਾ ਜਿਵੇਂ ਤਲਾਬ ਦੀ ਮੂਵਮੈਂਟ ਸੀਗੀ ਉਹਦੇ ਚ ਕਿਵੇਂ ਪੂਨਾ ਪੈਕਟ ਹੋਇਆ, ਕਿਵੇਂ ਉਹ ਸੈਪਰੇਟ ਇਲੈਕਟੋਰੇਟ ਚਾਹੁੰਦੇ ਸੀਗੇ ਕਿ ਜਿਸ ਤਰ੍ਹਾਂ ਅੱਜ ਪਾਰਟੀਆਂ 'ਚ ਰਿਜ਼ਰਵੇਸ਼ਨ ਆ, ਉਹ ਪਾਰਟੀਆਂ ਦੇ ਬੰਦੇ ਹੋ ਰਹਿੰਦੇ ਆ, ਭਾਵੇਂ ਕਿ ਰਿਜ਼ਰਵ ਕਨਸਟੀਚੁਐਂਸੀਜ਼ ਹੈ ਉਹ ਦਲਿਤਾਂ ਦਾ ਕੁਝ ਕਰ ਨਹੀਂ ਪਾਉਂਦੇ। ਇਹ ਕਾਫੀ ਇੱਕ ਆਪਣੇ ਆਪ 'ਚ ਲੰਬਾ ਇਤਿਹਾਸ ਹੈ। ਪਰ ਇੱਕ ਸਭ ਤੋਂ ਇੰਪੋਰਟੈਂਟ ਉਹਨਾਂ ਦੀ ਬੁੱਕ ਜਿਹੜੀ ਬੜੀ ਪਾਪੂਲਰ ਹੈ ਜਾਂ ਉਹ ਹੈ ਐਨਹੀਲੇਸ਼ਨ ਆਫ ਕਾਸਟ, ਕਿ ਜਿਹੜਾ ਕਾਸਟ ਨੂੰ ਜੜੋਂ ਕਿਵੇਂ ਮਾਰਿਆ ਜਾਏ, ਜਿਹੜੀ ਜਾਤੀ ਦੀ ਜੜ ਜਿਹੜੀ ਆ ਉਹ ਕਿਵੇਂ ਖਤਮ ਕੀਤੀ ਜਾਵੇ। ਇਹ ਉਹਨਾਂ ਦਾ ਇੱਕ ਲੈਕਚਰ ਸੀਗਾ ਜਿਹੜਾ ਉਹਨਾਂ ਨੇ ਕਿਤੇ ਦੇਣਾ ਸੀ, ਉਹਦੀ ਮੈਂ ਹੁਣ ਡਿਟੇਲ ਨਹੀਂ ਜਾਊਂਗਾ ਕਿ ਕਿਵੇਂ ਜਾਤ ਪਾਤ ਤੋੜੋ ਮੰਡਲ ਜਾਂ ਹੋਰ ਸਾਰਾ ਲੈਕਚਰ ਸੀਗਾ। ਤੇ ਉਹ ਲੈਕਚਰ ਦਵਾਇਆ ਨਹੀਂ ਗਿਆ ਕਿਉਂਕਿ ਉਹਨੂੰ ਕਹਿੰਦੇ ਸੀ ਥੋੜਾ ਚੇਂਜ ਕਰ ਦਿਓ, ਕਹਿੰਦੇ ਮੈਂ ਲੈਕਚਰ ਹੀ ਨਹੀਂ ਦਿੰਦਾ। ਫਿਰ ਉਹ ਲੈਕਚਰ ਉਹਨਾਂ ਨੇ ਬਾਅਦ ਵਿੱਚ ਪਬਲਿਸ਼ ਕੀਤਾ, ਜਿਹੜਾ ਅੱਜ ਵੀ ਇੱਕ ਬੜਾ ਕਲਾਸੀਕਲ ਪੀਸ ਹੈਗਾ, ਕਿਉਂਕਿ ਉਹਨਾਂ ਨੂੰ ਪੜ੍ਹਾਇਆ ਤੇ ਉਹਨਾਂ ਨੇ ਪੜ੍ਹ ਵੀ ਬਹੁਤ ਲਿਆ ਤੇ ਪੜ੍ਹਾਇਆ ਸੀਗਾ। ਤੁਹਾਨੂੰ ਪਤਾ ਗਾਇਕਵਾੜ ਜਿਹੜੇ ਬੜੌਦਾ ਵਾਲਾ ਮਹਾਰਾਜਾ ਸੀ, ਫੈਲੋਸ਼ਿਪ ਦਿੱਤਾ ਕੋਲੰਬੀਆ ਯੂਨੀਵਰਸਿਟੀ, ਫਿਰ ਲੰਡਨ ਸਕੂਲ ਆਫ ਇਕਨੋਮਿਕਸ PhD ਕੀਤੀ, ਹੋਰ ਵੀ ਕਮਰਸ ਵਿੱਚ ਵੀ ਉਹਨਾਂ ਦਾ, ਇਕਨੋਮਿਕਸ ਵਿੱਚ ਵੀ, ਇਸ ਕਿਸਮ ਦਾ ਸਾਰਾ ਉਹਨਾਂ ਦਾ, ਤੇ ਲਾਅ ਦਾ ਵੀ ਕਾਫੀ ਗਿਆਨ ਸੀ, ਗਿਆਨ ਦਾ ਤੇ ਭੰਡਾਰ ਸੀ। ਮੈਂ ਅੱਜ ਹੀ ਕਿਤੇ ਸੁਣ ਰਿਹਾ ਸੀਗਾ ਕਿ ਉਹਨਾਂ ਦੀ ਆਪਣੀ ਲਾਇਬ੍ਰੇਰੀ 'ਚ ਹੀ 35,000 ਕਿਤਾਬਾਂ ਸੀਗੀਆਂ। ਬੜਾ ਪੈਸ਼ਨ ਸੀ ਉਹਨਾਂ ਨੂੰ ਪੜ੍ਹਨ ਲਈ ਤੇ ਜੀਣ ਦਾ ਵੀ ਬਹੁਤ ਜ਼ਿਆਦਾ ਪੈਸ਼ਨ ਸੀ। ਇਹ with this small biographical note मैं ये कहूँगा कि जो उन्होंने मेन लड़ाई सी सारी उम्र वो यही सी कि इस देश दे विचों जात नूं किवें ओदी जे खत्म नहीं किया जा सकता ते ओदी तिखेपण नूं किवें घटाया जावे। एक गल मैं इत्थे दस दियां कि मैं खुद भी ਜਦੋਂ ਮੈਂ ਇੱਕ ਵਾਰੀ ਮੈਨੂੰ ਇੰਗਲੈਂਡ ਜਾਣ ਦਾ, ਮੈਨਚੈਸਟਰ ਵਗੈਰਾ ਮੈਂ ਉੱਥੇ ਗਿਆ ਸੀਗਾ ਐਜ਼ ਏ ਵਿਜ਼ਿਟਿੰਗ ਪ੍ਰੋਫੈਸਰ, ਤੇ ਮੈਂ ਦੇਖਿਆ ਕਿ ਮੈਨਚੈਸਟਰ ਦੇ ਬਾਹਰ ਇੱਕ ਬਹੁਤ ਸਾਰੀ 6-7 ਮੰਜ਼ਲੀ ਲਾਇਬ੍ਰੇਰੀ ਹੈ, ਤਾਂ ਉੱਥੇ ਲਾਇਬ੍ਰੇਰੀ ਦੇ ਬਾਹਰ ਲਿਖਿਆ ਸੀਗਾ ਵਰਕਿੰਗ ਕਲਾਸ ਲਾਇਬ੍ਰੇਰੀ। ਮੈਂ ਬੜਾ ਹੈਰਾਨ ਹੋਇਆ ਕਿ ਇਹ ਵਰਕਿੰਗ ਕਲਾਸ ਦਾ ਐਡੀ ਸਾਰੀ ਲਾਇਬ੍ਰੇਰੀ ਦਾ ਨਾਲ ਕੀ ਸੰਬੰਧ ਹੈਗਾ। ਮੈਂ ਉਹ ਆਪਣੇ ਹੋਸਟ ਨੂੰ ਪੁੱਛਿਆ, ਮੈਂ ਕਿਹਾ ਸਟੀਵ ਮੈਨੂੰ ਇਹ ਦੱਸ ਵੀ ਆਹ ਕੀ ਹੈ। ਉਹ ਕਹਿੰਦਾ ਇਹ ਲਾਇਬ੍ਰੇਰੀ ਇੱਥੇ ਬਣੀ ਹੋਈ ਆ ਨਾਲ ਦੀ ਜਿਹੜੀ ਕੈਫੇ ਹੈਗੀ ਆ, ਇੱਥੇ ਮਾਰਕਸ ਔਰ ਫਰੈਡਰਿਕ ਐਂਗਲਸ ਬਹਿ ਕੇ ਜਿਹੜੀ ਵਰਕਿੰਗ ਕਲਾਸ ਇਨ ਇੰਗਲੈਂਡ ਉਹਦੇ ਬਾਰੇ ਲਿਖਿਆ ਸੀਗਾ, ਤੇ ਇਹ ਉਹਨਾਂ ਨੂੰ ਡੈਡੀਕੇਟ ਕੀਤੀ, ਵਰਕਿੰਗ ਕਲਾਸ ਨੂੰ ਡੈਡੀਕੇਟ ਕੀਤੀ ਲਾਇਬ੍ਰੇਰੀ ਹੈਗੀ। ਮੈਂ ਉੱਥੋਂ ਕਿਉਂ ਲੈ ਕੇ ਇੰਗਲੈਂਡ ਤੋਂ ਤੇ ਮੈਨੂੰ ਆਇਆ, ਮੈਂ ਵਾਪਸ ਆ ਕੇ ਮੈਂ ਕਿਹਾ ਵੀ ਅਸੀਂ ਵੀ ਇੱਕ ਵਰਕਿੰਗ ਕਲਾਸ ਸੈਂਟਰ ਪੰਜਾਬ ਯੂਨੀਵਰਸਿਟੀ 'ਚ ਬਣਾਵਾਂਗੇ। ਤਾਂ ਉਹ ਵਰਕਿੰਗ ਕਲਾਸ ਸੈਂਟਰ ਤੇ ਪਾਸ ਨਹੀਂ ਹੋਇਆ ਮੇਰਾ, ਉਹਨਾਂ ਨੇ ਅੰਬੇਦਕਰ ਸੈਂਟਰ ਬਣਾਤਾ। ਤੇ ਮੈਂ ਇਹ ਦੱਸ ਦਿਆਂ ਕਿ ਇੱਥੇ ਪੂਰੇ ਨਾਰਥ ਵੈਸਟ ਇੰਡੀਆ ਦੇ ਵਿੱਚ ਸਨ 2000 ਚ ਮੈਂ ਪਹਿਲਾ ਆਦਮੀ ਸੀ ਜਿਹਨੇ ਇਸ ਯੂਨੀਵਰਸਿਟੀ ਚ ਅੰਬੇਦਕਰ ਸੈਂਟਰ ਬਣਾਇਆ, ਆਪਣੇ ਬਲਬੂਤੇ ਬਣਾਇਆ। ਯੂਨੀਵਰਸਿਟੀ ਨੇ ਸਾਫ਼ ਨਾ ਕਰਤੀ ਕਿ ਅਸੀਂ ਪੈਸਾ ਤੁਹਾਨੂੰ ਕੋਈ ਨਹੀਂ ਦੇ ਸਕਦੇ। ਮੈਂ ਕਿਹਾ ਮੈਂ ਆਪੇ ਕਰ ਲੂੰਗਾ, ਤੇ ਮੈਂ 10 ਸਾਲ ਉਹਦਾ ਕੋਆਰਡੀਨੇਟਰ ਰਿਹਾ। ਉਦੋਂ ਬਾਅਦ UGC ਵੱਲੋਂ ਵੀ ਪੈਸਾ ਆਇਆ, ਬਾਅਦ ਵਿੱਚ ਹੋਰ ਇੱਕ ਸੈਂਟਰ ਵੀ, ਸੈਂਟਰ ਫਾਰ ਦਾ ਸਟੱਡੀ ਆਫ ਸੋਸ਼ਲ ਐਕਸਕਲੂਜਨ, ਉਹ ਵੀ ਮੈਂ ਲੈ ਕੇ ਆਇਆ, ਉਹਦਾ ਵੀ ਮੈਂ 5 ਸਾਲ ਡਾਇਰੈਕਟਰ ਰਿਹਾ। ਉਸ ਸਾਰੇ ਸਮੇਂ 'ਚ ਮੈਨੂੰ ਕਾਫੀ ਸਮਝਣ ਦਾ ਅਕੈਡਮਿਕ ਲੈਵਲ ਤੇ ਪ੍ਰੈਕਟੀਕਲ ਲੈਵਲ ਤੇ ਪਹਿਲਾਂ ਹੀ ਕੁਛ ਓਰੀਐਂਟੇਸ਼ਨ ਸੀਗੀ, ਮੌਕਾ ਮਿਲਿਆ। ਤੇ ਜਿੱਥੇ ਮੈਂ ਇਹ ਕਿਤਾਬ ਜਿਹੜੀ ਉਹਨਾਂ ਦੀ ਹੈ ਕਿ ਜਾਤੀ ਨੂੰ ਜੜਾਂ ਤੋਂ ਕਿਵੇਂ ਕੱਟਿਆ ਜਾਏ, ਉਸ ਨੂੰ ਧਿਆਨ ਨਾਲ ਕਈ ਵਾਰੀ ਪੜ੍ਹਿਆ। ਹੁਣ ਇਹ ਮਾਮਲਾ ਕੀ ਹੈ ਜਾਤੀ ਦਾ ਇੰਡੀਆ ਦੇ ਵਿੱਚ? ਦੇਖੋ, ਇਹ ਬਹੁਤ ਹੀ ਇੰਟਰੀਕੇਟ ਮਾਮਲਾ ਹੈਗਾ, ਜਿੰਨਾ ਸਾਨੂੰ ਸੌਖਾ ਲੱਗਦਾ ਉਹਨਾਂ ਹੈ ਨਹੀਂ। ਬੜੇ ਸੁਝਾਅ ਆਉਂਦੇ ਆ ਜੀ, ਇੰਟਰਕਾਸਟ ਮੈਰਿਜ ਹੋ ਜੇ ਤੇ ਖਤਮ ਹੋ ਜੂ, ਇੰਟਰ ਡਾਈਨਿੰਗ ਹੋ ਜੇ, ਲੋਕਾਂ ਦੇ ਘਰਾਂ 'ਚ ਜਾਣ ਆਉਣ ਵੱਧ ਜੇ, ਪਿਆਰ ਵੱਧ ਜੇ, ਨਫ਼ਰਤ ਨੂੰ ਖਤਮ ਕਰੋ, ਆਹ ਕਰੋ, ਉਹ ਕਰੋ, ਬਥੇਰੀਆਂ ਗੱਲਾਂ। ਇਹ ਸਾਰੀਆਂ ਇੱਕ ਮਿਡਲ ਕਲਾਸ ਦੇ ਚੋਂਚਲੇ ਹੈਗੇ ਆ। ਇਹਦੇ ਨਾਲ ਜਾਤ ਦੀ ਜਿੰਨਾ ਡੂੰਘਾ ਕੈਂਸਰ ਹੈਗਾ, ਇਹਦੀ ਜੜ ਹੈ, ਉਹਨੂੰ ਆਪਾਂ ਹਲੂਣਾ ਨਹੀਂ ਦੇ ਸਕਦੇ। ਇਸ ਲਈ ਮੈਂ ਬਹੁਤ ਸਾਲ ਸੋਚਣ ਤੋਂ ਬਾਅਦ ਤੇ ਬਹੁਤ ਸਾਰੀਆਂ ਲਿਖਤਾਂ ਕਾਸਟ ਦੇ ਉੱਤੋਂ ਦੇ ਸੰਬੰਧ ਚ ਪੜ੍ਹਨ ਤੋਂ ਬਾਅਦ ਮੈਂ ਇਸ ਗੱਲ ਤੇ ਸਿੱਟੇ ਤੇ ਪਹੁੰਚਾ ਕਿ ਜੋ ਡਾਕਟਰ ਭੀਮ ਰਾਓ ਅੰਬੇਦਕਰ ਵੀ ਕਹਿੰਦੇ ਸੀਗੇ ਕਿ ਜਿਹੜੀ ਇੰਡੀਆ ਦੇ ਵਿੱਚ ਵੈਸਟ ਨਾਲੋਂ ਵਿਲੱਖਣ ਗੱਲ ਕੀ ਹੈ ਕਿ ਜਿਹੜੇ ਵੈਸਟ ਦੇ ਵਿੱਚ ਸੀਗੀ
ਉੱਥੇ ਵੀ ਜਾਤਾਂ ਵਰਗੀ ਕੋਈ ਚੀਜ਼ਾਂ ਸੀਗੀਆਂ, ਪਰ ਉਹ ਜਾਤਾਂ ਨਹੀਂ ਸੀ। ਉਸ ਨੂੰ ਕਹਿੰਦੇ ਸੀ ਉਹ ਸੋਸ਼ਲ ਡਿਵੀਜ਼ਨ ਆਫ ਲੇਬਰ। ਨਾਈ, ਝੀਰ, ਸਿੰਬੇ, ਕਾਰਪੈਂਟਰ, ਬਲੈਕ ਸਮਿਥ, ਗੋਲਡ ਸਮਿਥ, ਇਹ ਸਾਰੇ ਪੋਟਰ ਵੈਸਟ ਵਿੱਚ ਵੀ ਸੀਗੇ, ਅਮਰੀਕਾ ਜਾਂ ਹੋਰ ਜਾਂ ਸਾਰੀਆਂ ਜਗ੍ਹਾ ਤੇ ਰਹੇ ਹੈਗੇ। ਪਰ ਜੇ ਤੁਸੀਂ ਕਹੋ ਕਿ ਸਾਡੇ ਇੰਡੀਆ ਦੇ ਵਿੱਚ ਉਹ ਸੋਸ਼ਲ ਡਿਵੀਜ਼ਨ ਆਫ ਲੇਬਰ ਨਹੀਂ ਸੀ, ਸਮਾਜਿਕ ਕੰਮ ਵੰਡੀ ਨਹੀਂ ਸੀਗੀ, ਰਾਦਰ ਉਹ ਸੋਸ਼ਲ ਡਿਵੀਜ਼ਨ ਆਫ ਲੇਬਰਰਜ਼ ਸੀ। ਇਹ ਖੁਦ ਭੀਮ ਰਾਓ ਅੰਬੇਦਕਰ ਸਾਹਿਬ ਨੇ ਕਿਹਾ ਕਿ ਸਾਡੀ ਜਿਹੜੀ ਜਾਤੀ ਆ ਉਹ ਲੇਬਰਰਜ਼ ਨੂੰ ਵੰਡਦੀ ਆ ਜਾਤਾਂ ਦੇ ਆਧਾਰ ਤੇ। ਹੁਣ ਅੱਜ ਦੀ ਤਰੀਕ ਦੇ ਵਿੱਚ ਵੀ 6000 ਤੋਂ ਉੱਪਰ ਜਾਤਾਂ ਤੁਸੀਂ ਸੋਚ ਸਕਦੇ ਆ। ਯਾਨੀ ਦੇਸ਼ ਕਦੀ ਵੀ ਇੱਕ ਨੇਸ਼ਨ ਜਿਹੜੀ ਬੀਜੇਪੀ ਬਾਰ-ਬਾਰ ਕਹਿੰਦੀ ਆ, ਇੱਕ ਕਹਿੰਦੇ ਆ, ਇੱਕ ਸੰਵਿਧਾਨ, ਇੱਕ ਵਿਧਾਨ, ਇੱਕ ਨਿਸ਼ਾਨ, ਕਿਆ ਕੁਛ ਇੱਕ ਕਰਦੇ ਆ, ਪਰ ਇਹ ਕਿੱਥੇ ਹੈ? ਕਿੱਥੇ? ਉਹਨਾਂ ਦੇ ਹੀ ਜਿਹੜੇ ਕੁਝ ਵੱਡੇ ਆਈਡੀਓਲੌਗ ਆ ਉਹ ਇਹ ਚਾਹੁੰਦੇ ਆ ਕਿ ਇਹ ਜਿਹੜਾ ਸਮਾਜ ਆ ਇਸੇ ਤਰ੍ਹਾਂ ਹੀ ਜਾਤੀਗਤ ਰਹੇ, ਜਾਤੀਆਂ 'ਚ ਵੰਡਿਆ ਰਹੇ, ਤਾਂ ਕਿ ਉਸ ਨੂੰ ਰੂਲ ਕਰਨਾ ਆਸਾਨ ਰਹੇ। ਔਰ ਇਹਦੇ ਵਿਰੁੱਧ ਲੜਾਈ ਵੀ ਦੇਖੋ, ਇਹ ਤੁਹਾਨੂੰ ਪਤਾ ਕਿ ਅਖੀਰ ਦੇ ਵਿੱਚ ਜਦੋਂ ਕਿਸੇ ਪਾਸਿਓਂ ਉਹਨਾਂ ਨੂੰ ਕਾਮਯਾਬੀ ਨਜ਼ਰ ਨਹੀਂ ਆਈ, ਭੀਮ ਰਾਓ ਅੰਬੇਦਕਰ ਸਾਹਿਬ ਨੂੰ, ਉਹ ਲਾਅ ਮਿਨਿਸਟਰ ਵੀ ਰਹੇ, ਉਹਨਾਂ ਨੇ ਸੰਵਿਧਾਨ ਦੇ ਚੇਅਰਮੈਨ ਵੀ ਰਹੇ, ਸੰਵਿਧਾਨ ਜਿਹੜੀ ਕਮੇਟੀ ਸੀਗੀ, ਤਾਂ ਉਹਦੇ ਬਾਵਜੂਦ ਉਹਨਾਂ ਨੂੰ ਅਖੀਰਲੀ ਉਮਰੇ ਉਹਨਾਂ ਨੇ ਬੁੱਧਿਜ਼ਮ ਜੁਆਇਨ ਕਰ ਲਿਆ ਸੀ। ਤੇ ਇਹ ਹਿੰਦੂ ਸੱਭਿਆਚਾਰ ਜਾਂ ਉਹਦੇ ਵਿੱਚ ਰਹਿ ਕੇ ਮੈਂ ਉਹਦਾ ਪਾਰਟ ਬਣ ਕੇ ਇਸ ਜਾਤੀਗਤ ਵਿਵਸਥਾ ਤੋਂ ਕਦੀ ਵੀ ਮੁਕਤੀ ਨਹੀਂ ਪਾ ਸਕਦਾ। ਮੇਰੇ ਲਈ ਇਸ ਦਾ ਮੁਕਤੀ ਦਾ ਰਾਹ ਆ ਕਿ ਮੈਂ ਇਸ ਨੂੰ ਬਿਲਕੁਲ ਹੀ ਛੰਡ ਕਰ ਦਿਆਂ, ਗਿਵ ਅਪ ਕਰ ਦਿਆਂ, ਛੱਡ ਦਿਆਂ। ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਵੀ ਮਸਲਾ ਹੱਲ ਹੋ ਜਾਂਦਾ। ਤੁਸੀਂ ਜਗੀਰ ਸਿੰਘ ਜੀ ਜਾਣਦੇ ਚੰਗੇ ਤਰੀਕੇ ਨਾਲ, ਗੁਰਦਾਸਪੁਰ ਦੇ ਵਿੱਚ ਬਹੁਤ ਸਾਰੇ ਪਿੰਡਾਂ 'ਚ ਤੁਹਾਨੂੰ ਕ੍ਰਿਸਚੀਅਨ ਕਨਵਰਟ ਮਜ਼ਹਬੀ ਸਿੱਖਾਂ ਤੋਂ ਖਾਸ ਕਰਕੇ ਮਿਲ ਜਾਣਗੇ, ਪਰ ਉਹਨਾਂ ਦਾ ਸਟੇਟਸ ਅਲਟੀਮੇਟਲੀ ਉਸੇ ਤਰ੍ਹਾਂ ਦਾ ਹੀ ਰਹਿੰਦਾ ਜਿਸ ਕਿਸਮ ਦਾ ਪਹਿਲਾਂ ਉਹਨਾਂ ਦਾ ਇੱਕ ਦਲਿਤ ਭਾਈਚਾਰੇ 'ਚ ਇੱਕ ਜਾਤੀਗਤ ਸਟੇਟਸ ਰਹਿੰਦਾ ਸੀ। ਧਰਮ ਬਦਲਣ ਦੇ ਨਾਲ ਉਹਨਾਂ ਦਾ ਸਟੇਟਸ ਨਹੀਂ ਬਦਲਦਾ। ਇਹ ਜਿਹੜਾ ਫਿਰ ਇਹਦੀਆਂ ਨਟ ਬੋਲਟ ਪੇਚ ਸਾਰੇ ਕੀ ਹੈ, ਉਸ ਨੂੰ ਮੈਂ ਬਹੁਤ ਹੀ ਬਰੀਫ 'ਚ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗਾ ਕਿ ਇਹ ਹੈ ਕੀ। ਅਸਲ 'ਚ ਇਹ ਕਾਸਟ ਜਿਹਨੂੰ ਕਹਿੰਦੇ ਆ, ਜੋ ਮੈਂ ਜਿੰਨਾ ਕੁ ਸਮਝ ਸਕਿਆ ਪਿਛਲੇ 15-20 ਸਾਲਾਂ 'ਚ, ਕਿ ਆਪਣੇ ਆਪ 'ਚ ਜਿਹੜੀ ਜਾਤੀ ਹੈਗੀ ਹੈ ਉਹ ਇੱਕ ਸਮਾਜਿਕ ਕੈਟੇਗਰੀ ਵੀ ਹੈ, ਇੱਕ ਸੱਭਿਆਚਾਰਕ ਕੈਟੇਗਰੀ ਵੀ ਹੈ, ਉਹ ਸਾਈਮਲਟੇਨੀਅਸਲੀ धार्मिक कैटेगरी भी है और इकोनॉमिक कैटेगरी इन एनी केस है। इसलिए ये सारियां कैटेगरी जो ये डिफरेंट किस्म के लॉक्स साइमल्टेनियसली ओवरलैप करते हैं तो उस सिस्टम नूं ਉਹ ਬਹੁਤ ਹੋਰ ਮਜ਼ਬੂਤੀ ਦੇ ਦਿੰਦੇ ਆ ਕਿ ਜੇ ਤੁਸੀਂ ਇੱਕ ਲੋਕ ਨੂੰ ਤੋੜ ਦਿਓ, ਸਮਾਜਿਕ ਅਸਪਸ਼ਟਤਾ ਨੂੰ ਖਤਮ ਵੀ ਕਰ ਦਿਓ, ਆਰਥਿਕ ਸੱਭਿਆਚਾਰਕ ਧਾਰਮਿਕ ਬਚਿਆ ਰਹੂ। ਜੇ ਧਾਰਮਿਕ ਨੂੰ ਵੀ ਖਤਮ ਕਰ ਦਿਓਗੇ, ਦੋ ਆਧਾਰ ਫਿਰ ਵੀ ਜਾਤੀ ਦੇ ਬਚੇ ਰਹਿਣਗੇ। ਜੇ ਦੋ ਚੋਂ ਇੱਕ ਨੂੰ ਵੀ ਖਤਮ ਕਰ ਦਿਓ, ਆਖਰੀ ਤੇ ਫਿਰ ਵੀ ਬਚਿਆ ਰਹੂ। ਹਾਲਾਂਕਿ ਇਹ ਸਾਈਮਲਟੇਨੀਅਸਲੀ ਇੱਕ ਦੂਜੇ ਦੇ ਨਾਲ ਹੈਂਡ ਇਨ ਗਲਵ ਕੰਮ ਕਰਦੇ ਆ। ਮੈਂ ਇਹਦੇ ਬਾਰੇ ਮਾੜੀ ਜੀ ਗੱਲ ਜ਼ਰੂਰ ਤੁਹਾਡੇ ਨਾਲ ਕਰਨਾ ਚਾਹੂੰਗਾ। ਫਾਰ ਇੰਸਟੈਂਸ, ਜਦੋਂ ਭੀਮ ਰਾਓ ਅੰਬੇਦਕਰ ਜੀ ਇਸ ਗੱਲ ਦੀ ਗੱਲ ਕਹਿੰਦੇ ਆ ਕਿ ਇਹ ਜੀ ਸੋਸ਼ਲ ਡਿਵੀਜ਼ਨ ਆਫ ਲੇਬਰਰਸ ਹੈਗੀ ਹੈ, ਤੇ ਇਹ ਤੇ ਗੱਲ ਮੰਨ ਲਈ ਵੀ ਲੇਬਰਰਸ ਹੈਗੀ ਆ, ਪਰ ਇਹ ਗੱਲ ਕਿੱਥੇ ਹੈ ਕਿ ਅਸੀਂ ਇੱਕ ਦਰਜਾਬੰਦੀ, ਉਹਨੂੰ ਜਿਹਨੂੰ ਹਾਇਰਾਰਕੀ ਕਹਿੰਦੇ ਆ, ਉਸ ਦੇ ਵਿੱਚ ਕਰ ਦਿੱਤਾ। ਹੁਣ ਮੈਂ ਨਿੱਕੀ ਜੀ ਗੱਲ ਤੁਹਾਨੂੰ ਇਸ ਦਰਜਾਬੰਦੀ ਨੂੰ ਮੇਨਟੇਨ ਕਿਵੇਂ ਕੀਤਾ ਜਾਂਦਾ, ਪਹਿਲਾਂ ਤੇ ਮੈਂ ਇਸ ਗੱਲ ਤੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਇਸ ਨੂੰ ਬਾਈ ਬਰਥ ਬਣਾਤਾ, ਜਿਵੇਂ ਰੇਸਿਸ ਹੁੰਦੀਆਂ। ਤੁਸੀਂ ਧਰਮ ਤੇ ਬਦਲ ਸਕਦੇ ਆ ਆਪਣਾ ਧਰਮ, ਜੇ ਕੋਈ ਹਿੰਦੂ ਚ ਪੈਦਾ ਕ੍ਰਿਸਚੀਅਨ ਬਣ ਸਕਦਾ ਕ੍ਰਿਸਚੀਅਨ, ਜਾਂ ਕੋਈ ਮੁਸਲਮਾਨ ਬਣ ਸਕਦਾ, ਪਰ ਇਹ ਐਡੀ ਸਟਿਕ ਕਰਦੀ ਆ ਜਾਤੀ। ਇਹ ਜਿੱਥੇ ਵੀ ਜਿਹੜੇ ਵੀ ਧਰਮ ਚ ਜਾਂਦੇ ਆ ਪਿੱਛੇ ਹੀ ਜਾਂਦੀ, ਤੁਹਾਡੇ ਨਾਲ ਹੀ ਜਾਂਦੀ। ਫਾਰ ਇੰਸਟੈਂਸ, ਹੁਣ ਬੁੱਧਿਜ਼ਮ ਨੇ ਇੱਥੇ ਇਸ ਗੱਲ ਦੇ ਰਿਐਕਸ਼ਨ ਦੇ ਵਿੱਚ ਕਿ ਇੱਥੇ ਸਮਾਜ ਨੂੰ ਇਹ ਸਾਰੀਆਂ ਚੀਜ਼ਾਂ, ਬ੍ਰਹਮਨਿਕਲ ਰਿਚੁਅਲਿਜ਼ਮ, ਜਿਹਦੇ ਵਿਰੁੱਧ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਵੀ ਲੜੇ, ਜਗ੍ਹਾ ਜਗ੍ਹਾ ਜਾ ਕੇ ਉਹਨਾਂ ਨੇ ਹਰ ਧਰਮ ਦੇ ਨਾਲ ਪੰਗੇ ਵੀ ਲਏ, ਉਹਨਾਂ ਦੀ ਕ੍ਰਿਟਿਸਿਜ਼ਮ ਵੀ ਕੀਤਾ, ਤੇ ਆਪਣਾ ਵੀ ਅਸੂਲ ਜਿਹੜੇ ਆ ਸਾਰੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਰਸਤਾ ਮਾਰਗ ਸਾਡਾ ਕੀ ਹੋਵੇ ਜੀਣ ਦਾ, ਉਹਨੂੰ ਕਲਮਬੰਦ ਕਰਕੇ ਵੀ ਗਏ। ਉਹ ਸਾਡੇ ਲਈ ਛੱਡ ਕੇ ਵੀ ਕੁਝ ਲਿਖਤੀ ਰੂਪ ਦੇ ਵਿੱਚ ਗਏ ਆ। ਤੇ ਬੁੱਧਿਜ਼ਮ ਜਦੋਂ
ਆਇਆ ਉਹ ਆਪ ਤੇ ਟੁੱਟ ਗਿਆ, ਉਹ ਜਾਤਾਂ ਨੂੰ ਨਹੀਂ ਤੋੜ ਸਕਿਆ, ਇੱਥੇ ਚੱਲਣ ਹੀ ਨਹੀਂ ਦਿੱਤਾ। ਜਦੋਂ ਇਹਨਾਂ ਦਾ ਦਾਅ ਲੱਗਾ ਆ ਕੁਝ ਸਮੇਂ ਤੋਂ ਬਾਅਦ ਹੀ ਉਹਨਾਂ ਨੇ ਅਖੀਰ ਦੇ ਵਿੱਚ ਤੇ ਕਿੰਨੇ ਇਥੋਂ ਹੁਣ ਤੁਹਾਨੂੰ ਨਾਮੋ ਨਿਸ਼ਾਨ ਲੱਭਣਾ ਜਿਹੜਾ ਬੁੱਧਿਜ਼ਮ ਦਾ ਇੰਡੀਆ ਚੋਂ ਮੁਸ਼ਕਲ ਹੋ ਜਾਂਦਾ। ਉਹ ਚਾਈਨਾ 'ਚ ਹੈ, ਜਾਪਾਨ 'ਚ ਹੈ, ਈਸਟ ਏਸ਼ੀਅਨ ਕੰਟਰੀਜ਼ 'ਚ ਹੈ, ਪਰ ਸਾਡੇ ਤੇ ਇੱਥੇ ਲੱਭਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਜਿੰਨਾ ਵੱਡਾ ਉਹਦੇ ਤੇ ਹਮਲਾ ਹੋਇਆ। ਇਸੇ ਤਰੀਕੇ ਦੇ ਨਾਲ ਤੁਸੀਂ ਕਿੰਨੇ ਕਬੀਰ ਜੀ, ਫਰੀਦ, ਹੋਰ ਸੂਫੀ ਸੰਤ ਜਾਂ ਭਗਤੀ ਮੂਵਮੈਂਟ ਜਾਂ ਗੁਰੂ ਨਾਨਕ ਦੇਵ ਜੀ ਵੀ, ਉਹਨਾਂ ਨੇ ਆਪਣੇ ਤੌਰ ਤੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ, ਨਾਨਕ ਤਿਨ ਕੇ ਸਿੰਘ ਸੰਗ ਸਾਥ ਵੱਡਿਆਂ ਸੋ ਪਿਆਰੀ ਸੇ। ਆਪਾਂ ਹਰ ਵਾਰੀ ਜਦੋਂ ਵੀ ਅਕਸਰ ਇਹ ਜਦੋਂ ਕੋਈ ਜਾਤੀ ਦੀ ਗੱਲ ਆਉਂਦੀ ਹੈ ਤੇ ਇਹਨੂੰ ਕੋਟ ਕਰਕੇ ਗੁਰੂ ਨਾਨਕ ਦੇਵ ਜੀ ਦੀ ਪੋਜੀਸ਼ਨ ਨੂੰ ਅਸੀਂ ਕਲੀਅਰ ਕਰਦੇ। ਇਹ ਸਾਰਾ ਮਾਰਗ ਹੋਣ ਦੇ ਬਾਵਜੂਦ ਵੀ ਤੇ ਤੁਸੀਂ ਅੱਜ ਵੀ ਸਿੱਖਾਂ ਦੇ ਵਿੱਚ ਅਲੱਗ-ਅਲੱਗ ਗੁਰਦੁਆਰੇ, ਅਲੱਗ-ਅਲੱਗ ਭਿੰਨ ਭੇਦ, ਮੈਨੂੰ ਕੋਈ ਕਹਿ ਰਿਹਾ ਸੀਗਾ ਕਿ ਰਿਜ਼ਰਵੇਸ਼ਨ ਜੀ ਇਹ ਤੇ ਬੜੀ ਮਾੜੀ ਗੱਲ ਹੈ, ਰਿਜ਼ਰਵੇਸ਼ਨ ਤੇ ਇਕਨੋਮਿਕ ਹੋਣੀ ਚਾਹੀਦੀ ਹੈ। ਇਹਦੇ 'ਚ ਕੀ ਫਰਕ, ਇਹ ਕਿਉਂ ਫਰਕ ਪਾਉਂਦੇ ਆ ਤੁਸੀਂ ਜੀ ਕਿ ਜੇ ਕੋਈ ਗਰੀਬ ਜੱਟ ਆ ਜਾਂ ਗਰੀਬ ਪੰਡਤ ਆ ਤੇ ਇੰਟੈਲੀਜੈਂਟ ਉਹਨਾਂ ਦੇ ਬੱਚੇ ਆ ਤੇ ਤੁਸੀਂ ਜਿਹੜਾ ਵਜੀਫਾ ਜਾਂ ਰਿਜ਼ਰਵੇਸ਼ਨ ਕੱਲਾ ਦਲਿਤ ਭਾਈਚਾਰੇ ਨੂੰ ਦਿੰਦੇ ਆ, ਇਹ ਤੇ ਮੈਰਿਟ ਦੇ, ਇਹ ਤੇ ਗਰੀਬੀ ਦੇ ਬੇਸ ਤੇ ਹੋਣੀ ਚਾਹੀਦੀ ਹੈ, ਜਾਤ ਦੇ ਬੇਸ ਤੇ ਨਹੀਂ ਹੋਣੀ ਚਾਹੀਦੀ। ਫਿਰ ਆਪਾਂ ਦੂਜਿਆਂ ਦਾ ਹੱਕ ਜਿਹੜਾ ਆ ਉਹ ਕਿਉਂ ਕੱਟ ਲੈਂਦੇ ਆ ਜਾਂ ਉਹਨੂੰ ਆਪਾਂ ਐਪਰੀਸ਼ੀਏਟ ਕਿਉਂ ਨਹੀਂ ਕਰਦੇ। ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ, ਅਸਲ ਮਾਨਿਆਂ 'ਚ ਜਿਹੜੀ ਰਿਜ਼ਰਵੇਸ਼ਨ ਜਾਂ ਹੋਰ ਵੀ ਹੈ ਜਿਹੜੀ ਹੁਣ ਆਪਣਾ ਮਾਡਰਨ ਕਨਸੈਪਟ ਆ ਕਿ ਜਾਤ ਨੂੰ ਤੋੜਨ ਦਾ ਇੱਕੋ ਇੱਕ ਹੀਲਾ ਵਸੀਲਾ ਦੱਸਿਆ ਜਾਂਦਾ, ਹਾਲਾਂਕਿ ਉਹਦੇ 'ਚ ਵੀ ਕੁਝ ਹੋ ਨਹੀਂ ਰਿਹਾ, ਪਰ ਜੇ ਕੋਈ ਦੱਸਿਆ ਜਾਂਦਾ ਤੇ ਉਹਦੇ 'ਚ ਉਹ ਉਹਨਾਂ ਦੀ ਜਾਤੀਗਤ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੀ ਐਕਸਕਲੂਜ਼ਨ ਹੈਗਾ ਜਾਂ ਜਿਹਨੂੰ ਤੁਸੀਂ ਕਹਿੰਦੇ ਆ ਕਿ ਉਹਨਾਂ ਦਾ ਬਹਿਸਕਾਰ ਅਨਸੈਡ ਕੋਡ, ਉਹ ਅਪੇਰੈਂਟ ਨਹੀਂ ਹੈਗਾ, ਪਰ ਜਦੋਂ ਕਰੂਸ਼ੀਅਲ ਮੌਕਾ ਆਉਂਦਾ ਬੜਾ ਸਾਫ਼-ਸਾਫ਼ ਪਤਾ ਲੱਗਦਾ। ਮੈਨੂੰ ਉਹ ਪੁੱਛਦੇ ਸੱਜਣ ਕਰਨਲ ਸਾਹਿਬ ਸੀਗੇ, ਕੱਲ ਹੀ ਉਹਨਾਂ ਨੇ ਲੰਬੀ ਫੋਨ ਤੇ ਮੇਰੇ ਨਾਲ ਅੱਧਾ ਘੰਟਾ ਗੱਲ ਕੀਤੀ। ਮੈਂ ਕਿਹਾ ਉਹ ਜੀ ਏਦਾਂ ਆ ਕਿ ਜੇ ਕੋਈ ਮਜ਼ਹਬੀ ਸਿੱਖਾਂ ਦੀ ਜਾਂ ਰਮਦਾਸੀਆ ਸਿੱਖਾਂ ਦੀ ਬੱਚੀ ਹੋਵੇ ਤੇ ਜੱਟਾਂ ਦਾ ਮੁੰਡਾ ਹੋਵੇ ਤੇ ਉਹ ਕਿਤੇ ਉਹਨਾਂ ਦਾ ਵਿਆਹ ਦਾ ਆਪਸ ਵਿੱਚ ਪ੍ਰਪੋਜ਼ਲ ਬਣ ਜਾਏ ਜਾਂ ਉਹਨਾਂ ਦਾ ਮਨ ਬਣ ਜਾਏ ਤਾਂ ਵਿਰੋਧਤਾ ਤੇ ਬਹੁਤ ਹੋਊਗੀ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮਨ ਮਨਾਉਣ ਦੀ ਗੱਲ ਹੋ ਸਕਦੀ ਆ, ਕਿਉਂਕਿ ਸਾਡੀ ਜੀਨੀਆਲੋਜੀ ਆਦਮੀਆਂ ਵੱਲੋਂ ਚੱਲਦੀ, ਉਹਨਾਂ ਨੂੰ ਲੱਗਦਾ ਕਿ ਚਲੋ ਜੀ ਜੱਟਾਂ ਦੇ ਘਰ ਆ ਗਈ ਜਾਂ ਹੋਰ ਕਿਸੇ ਵੀ ਫਾਰ ਦੈਟ ਮੈਟਰ ਅਪਰ ਕਾਸਟ ਦੇ ਵਿੱਚ, ਤੇ ਚਲੋ ਉਹਦੀ ਜਿਹੜੀ ਵੰਸ਼ ਆ ਉਹ ਤੇ ਆਦਮੀ ਵੱਲੋਂ ਹੀ ਚੱਲਣੀ ਆ ਤੇ ਵਿੱਚੇ ਅਬਜ਼ੌਰਬ ਹੋ ਜਾਊ। ਸਾਡੇ ਬਹੁਤ ਸਾਰੇ ਜੱਟ, ਗਰੀਬ ਜੱਟ ਜਿਹੜੇ ਪਿੰਡਾਂ ਦੇ ਵਿੱਚ ਕਾਲੀ ਮਿੱਟੀ ਤੋਂ ਜਨਾਨੀਆਂ ਇਸ ਤਰ੍ਹਾਂ ਲਿਆ ਕੇ ਵਿੱਚੇ ਅਬਜ਼ੌਰਬ ਹੋ ਜਾਂਦੇ ਸੀ, ਕਿਉਂਕਿ ਆਪਣੀਆਂ ਕੁੜੀਆਂ ਨੂੰ ਮਾਰ ਲੈਂਦੇ ਸੀਗੇ ਤੇ ਉਹ ਫਿਰ ਜਦੋਂ ਕੁੜੀਆਂ ਘਟਦੀਆਂ ਸੀ ਤੇ ਫਿਰ ਆਪ ਜਨਾਨੀਆਂ ਬਾਹਰੋਂ ਮੱਧ ਪ੍ਰਦੇਸ਼ ਕਾਲੀ ਮਿੱਟੀ ਕਹਿੰਦੇ ਹੁੰਦੇ ਸੀਗੇ। ਪਰ ਮੈਂ ਕਿਹਾ ਜੇ ਇਹਦੇ ਉਲਟ ਜੱਟਾਂ ਦੀ ਕੋਈ ਕੁੜੀ ਹੋ ਜਾਏ ਤੇ ਮਜ਼ਹਬੀ ਸਿੱਖਾਂ ਦਾ ਜਾਂ ਰਮਦਾਸੀਆਂ ਦਾ ਜਾਂ ਕਿਸੇ ਵੀ ਦਲਿਤ ਭਾਈਚਾਰੇ ਦਾ ਮੁੰਡਾ ਭਾਵੇਂ IAS ਹੋਵੇ ਤੇ ਉਧਰ ਗਰੀਬ ਤੋਂ ਗਰੀਬ ਜੱਟ ਦੀ ਵੀ ਕੁੜੀ ਹੋਵੇ, ਪਰ ਜਦੋਂ ਉੱਥੇ ਉਹ ਗੱਲ ਸ਼ਾਦੀ ਦੀ ਚੱਲਣੀ ਆ ਤੇ ਫਿਰ ਉੱਥੇ ਦਾ ਮੁਕਾਬਲਾ ਦੇਖੋ ਕਿਵੇਂ ਹੁੰਦਾ, ਕਹਿੰਦੇ ਅੱਗ ਲਾ ਦਿੰਦੇ। ਅੱਜ ਦੀ ਤਰੀਕ ਦੇ ਵਿੱਚ ਵੀ ਇੱਕ ਦਲਿਤ ਮੁੰਡਾ ਘੋੜੀ ਤੇ ਚੜ੍ਹ ਕੇ ਜਦੋਂ ਪਿੰਡ 'ਚ ਵਿਆਹ ਕਰਨ ਜਾਂਦਾ ਤੇ ਉਹਦੇ ਤੇ ਸਾਰੇ ਰਾਜਪੂਤ ਇਕੱਠੇ ਹੋ ਜਾਂਦੇ ਆ ਵੀ ਵਿਆਹ ਤੇ ਕਰਨਾ ਕਰ ਲਾ ਪਰ ਘੋੜੀ ਤੇ ਨਹੀਂ ਚੜ੍ਹ ਕੇ ਆ ਸਕਦਾ, ਇਹ ਸਾਨੂੰ ਤੂੰ ਚੁਣੌਤੀ ਦੇਣਾ, ਤੂੰ ਕੌਣ ਉਹਨਾਂ ਘੋੜੀ ਤੇ ਚੜ੍ਹਨ ਵਾਲਾ, ਘੋੜੀ ਤੇ ਰਾਜਪੂਤ ਚੜ੍ਹਦੇ ਆ। ਜਾਣੀ ਉਹਨੂੰ ਕੋਰਟ 'ਚ ਜਾਣਾ ਪਿਆ ਜਾ ਕੇ ਪਰਮਿਸ਼ਨ ਲੈਣ ਲਈ ਕਿ ਮੈਂ ਕੋਰਟ ਦੇ ਆਰਡਰ ਦੇ ਉੱਤੇ ਬੜੀ ਪੁਲਿਸ ਇਕੱਠੀ ਹੋਈ ਤੇ ਫਿਰ ਜਾ ਕੇ ਉਹ ਘੋੜੀ ਤੇ ਚੜ੍ਹ ਕੇ ਆਪਣੀ ਬੀਵੀ ਨੂੰ ਵਿਆਹ ਕੇ ਲਿਆਇਆ। ਇਹਦੀਆਂ ਮੈਂ ਦੱਸਣਾ ਇਹ ਚਾਹੁੰਦਾ ਕਿ ਭਾਵੇਂ ਬੁੱਧਿਜ਼ਮ ਆ, ਭਾਵੇਂ ਕਬੀਰ ਜੀ ਨੇ ਲਿਖਿਆ, ਹੋਰ ਨਾ ਸਾਡੇ ਭਗਤੀ ਮੂਵਮੈਂਟ ਦੇ ਸੰਤਾਂ ਨੇ ਲਿਖਿਆ, ਗੁਰੂ ਨਾਨਕ ਦੇਵ ਜੀ ਨੇ ਵੀ ਕਲਮਬੰਦ ਕੀਤਾ, ਈਵਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿਹੜੇ 5 ਪਿਆਰੇ ਆ ਉਹਦੇ ਚੋਂ ਬਹੁਤੇ ਨੌਨ ਜੱਟ ਕਹਿ ਲਓ ਜਾਂ ਦਲਿਤ ਭਾਈਚਾਰੇ ਚੋਂ ਹੈਗੇ ਆ। ਇਸੇ ਹੀ ਮੈਨੂੰ ਲੱਗਦਾ, ਹੁਣ ਆਪਾਂ ਕੋਈ ਉਸ ਤਰ੍ਹਾਂ ਦਾ ਮੈਂ ਸਕਾਲਰਲੀ ਗੱਲ ਨਹੀਂ ਕਹਿਣ ਵਾਲਾ, ਪਰ ਲੱਗਦਾ ਇਹੀ ਹੈ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਸੀਗਾ ਕਿ ਆਪਾਂ ਨੂੰ ਜੇ ਕਿਸੇ ਨੂੰ ਲਿਬਰੇਸ਼ਨ ਦੀ ਲੋੜ ਹੈ ਤੇ ਇਹ ਸਾਡੀ ਅਸਲੀ ਫੌਜ ਹੈਗੀ ਆ, ਜਿਨ੍ਹਾਂ ਨੂੰ ਇਸ ਸਮਾਜ ਦੇ ਵਿੱਚ ਰੁਤਬੇ ਦੀ ਤੇ ਫਰੀਡਮ ਦੀ ਤੇ ਇੱਕ ਬਰਾਬਰ ਦੇ ਦਰਜੇ ਦੀ ਲੋੜ ਹੈਗੀ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੀਆਂ ਅਲੱਗ-ਅਲੱਗ ਕੈਟੇਗਰੀਜ਼ ਉਹ ਕਨਵਰਜ ਹੁੰਦੀਆਂ ਕਾਸਟ ਵਿੱਚ, ਇਸੇ ਕਰਕੇ ਉਹ ਮਜ਼ਬੂਤੀ ਫੜਦੀਆਂ, ਇਸੇ ਕਰਕੇ ਧਰਮ ਕੋਈ ਵੀ ਹੋਵੇ, ਕ੍ਰਿਸਚੀਅਨ 'ਚ ਜਿਹੜੇ ਕਨਵਰਟ ਹੋਏ ਉੱਥੇ ਵੀ ਜਾਤ ਮਗਰੇ ਗਈ, ਜਿਹੜੇ ਇਸਲਾਮ 'ਚ ਕਨਵਰਟ ਹੋਏ ਉੱਥੇ ਵੀ ਜਾਤ ਮਗਰੇ ਗਈ, ਜਿਹੜੇ ਸਿੱਖਾਂ ਦੇ ਸਿੱਖ ਬਣੇ ਉੱਥੇ ਵੀ ਜਾਤ ਨਾਲ ਹੀ ਗਈ।
ਉਹਨਾਂ ਨੇ ਛੱਡਿਆ ਨਹੀਂ ਕਿਸੇ ਕਿਸਮ ਦਾ। ਇਸ ਲਈ ਹੁਣ ਸਾਡੇ ਲਈ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪਹਿਲਾਂ ਇਹਨੂੰ ਸਮਝੀਏ ਅਸੀਂ ਕਿ ਇਹਦੀ ਤਾਕਤ ਕਿੱਥੇ ਆ, ਤਾਂ ਕਿ ਉੱਥੇ ਜਿੱਥੇ ਇਹਦੀ ਤਾਕਤ ਆ ਉਹਦੇ ਤੇ ਰਾਜਨੀਤਿਕ, ਸੱਭਿਆਚਾਰਕ, ਆਈਡੀਓਲੋਜੀਕਲ ਹਥੌੜਾ ਮਾਰ ਕੇ ਇਸ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਕਮਜ਼ੋਰ ਕੀਤਾ ਜਾਏ। ਜਿੰਨਾ ਕੁ ਮੈਂ ਸਮਝਿਆ ਉਹਦੇ 'ਚ ਇਹ ਆ ਜੋ ਭੀਮ ਰਾਓ ਅੰਬੇਦਕਰ ਜੀ ਵੀ ਲਿਖਦੇ ਆ ਕਿ ਇਸ ਦੀ ਅਸਲ 'ਚ ਜੜ ਜਿਹੜੀ ਸੋਸ਼ਲ ਤੇ ਕਲਚਰਲ ਹੈਗੀਆਂ ਉਹ ਤੇ ਉਹਦੇ ਬਾਹਰ ਮੁਖੀ ਪਰਛਾਵੇਂ ਆ ਜਿਹੜੇ ਦਿਖਦੇ ਆ ਸਾਨੂੰ, ਜਿਹੜੇ ਬਿਹੇਵੀਅਰ ਦੇ ਵਿੱਚ ਐਕਟ ਹੁੰਦੇ ਆ। ਅਸਲੀ ਉਹਦੇ ਕਾਰਨ ਇਕਨੋਮਿਕ ਤੇ ਧਾਰਮਿਕ ਹੈਗੇ ਆ, ਔਰ ਸਭ ਤੋਂ ਜਿਹੜਾ ਸੈਂਟਰਲ ਕਾਰਨ ਆ ਉਹ ਇਕਨੋਮਿਕ ਹੈਗਾ। ਉਹ ਮੈਂ ਦੱਸਦਾ ਹੁਣ ਕਿਵੇਂ ਹੈ। ਫਾਰ ਇੰਸਟੈਂਸ ਜੋ ਕੋਈ ਵੀ ਜੋ ਦਲਿਤ ਕਾਸਟ ਦਾ ਕੋਈ ਜਾਂ ਐਗਰੀਕਲਚਰ ਲੇਬਰ ਹੈਗਾ, ਹੁਣ ਇਹ ਸਾਡਾ ਦੇਸ਼ ਹੀ ਹੈ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਵੀ ਸਰਕਾਰ ਵੱਲੋਂ ਜਿਹੜੀ ਮਿਨੀਮਮ ਵੇਜ ਵੀ ਹੋਊਗੀ ਉਹ ਇੰਨੀ ਘੱਟ ਰੱਖੀ ਜਾਊਗੀ ਕਿ ਜਿਹਦੇ ਤੇ ਇੱਕ ਸਲੇਵ ਵੀ ਕੰਮ ਨਹੀਂ ਕਰ ਸਕਦਾ, ਇੱਕ ਗੁਲਾਮ ਵੀ ਉਨੀ ਵੇਜ ਤੇ ਜਿਹੜੀ ਕਿ ਸਰਕਾਰ ਵੱਲੋਂ ਨਿਯਮਿਤ ਕੀਤੀ ਜਾਂਦੀ ਨਹੀਂ ਬਚ ਸਕਦਾ। ਫਾਰ ਇੰਸਟੈਂਸ ਹੁਣ ਤੁਸੀਂ ਅਲੱਗ-ਅਲੱਗ ਸੂਬਿਆਂ ਦੀਆਂ ਨਿਊਨਤਮ ਵੇਜ ਜਿਹੜਾ ਕਿ ਹੁਣ ਉਹਨਾਂ ਨੇ ਬੰਦ ਕਰਤਾ, ਸਾਰੇ ਕਾਨੂੰਨ ਭੰਨ ਤੋੜ ਦਿੱਤੇ ਆ, ਨਾ ਪੇਮੈਂਟ ਆਫ ਵੇਜਸ ਐਕਟ ਰਿਹਾ, ਨਾ ਮਿਨੀਮਮ ਵੇਜ, ਉਹ ਜਿਹੜੀ ਨੋਟੀਫਿਕੇਸ਼ਨ ਹੋਈ ਸੀ ਉਹ ਵੀ ਵਾਪਸ ਲੈ ਲਈ, ਹੁਣ ਇਹ ਰਿਵਾਈਜ਼ ਨਹੀਂ ਹੋਇਆ ਕਰੂਗੀ। ਹੁਣ ਤੇ ਰੱਬ ਹੀ ਬਚਾਊਗਾ, ਉਹ 44 ਦੇ 44 ਕਾਨੂੰਨ ਜਿਹੜੇ ਲੇਬਰ ਦੇ ਖਤਮ ਕਰਕੇ 4 ਲੇਬਰ ਕੋਡ ਆ ਹੁਣੇ 22 ਸਤੰਬਰ ਪਿਛਲੇ ਸਾਲ ਕਰ ਦਿੱਤੇ ਆ। ਇਹ ਕਰੋਨਾ ਦਾ ਇੱਕ ਖਾਸ ਤੋਹਫਾ ਕਿਸਾਨਾਂ ਵਾਂਗੂ ਮਜ਼ਦੂਰਾਂ ਨੂੰ ਵੀ ਨਾਲੋਂ ਨਾਲ ਹੀ ਦੇ ਦਿੱਤਾ ਮੋਦੀ ਜੀ ਨੇ। ਇਸ ਦਾ ਮੇਰਾ ਜੋ ਮੇਰਾ ਕਹਿਣਾ ਆ ਕਿ ਪਹਿਲਾਂ ਤੇ ਇੱਕ ਜਿਹੜਾ ਸਟੇਟ ਦਾ ਵੀ ਐਟੀਟਿਊਡ ਆ ਉਹ ਇਹੀ ਹੈ ਕਿ ਜੋ ਇੱਥੇ ਦੀ ਵਰਕਿੰਗ ਕਲਾਸ ਆ ਜਿਹੜੀ ਕਿ ਲਾਰਜਲੀ ਜਾਂ ਤੇ ਗਰੀਬ ਕਿਸਾਨੀ ਹੈ, ਜਾਂ ਉਹਦੇ ਚ ਆਦੀਵਾਸੀ ਹੈ, ਜਾਂ ਦਲਿਤ ਭਾਈਚਾਰਾ ਹੈ, ਜਾਂ ਬਹੁਤ ਸਾਰੇ ਮੁਸਲਿਮ ਭਾਈਚਾਰਾ ਜਿਹੜੇ ਕਿ ਲਾਰਜਲੀ ਦਲਿਤ ਸਮੁਦਾਇ ਚੋਂ ਹੀ ਕਨਵਰਟ ਹੋਏ ਆ ਬਹੁਤੀ ਵੱਡੀ ਗਿਣਤੀ ਚ, ਉਹ ਲੋਕ ਇੱਥੇ ਦੀ ਵਰਕਿੰਗ ਕਲਾਸ ਦੇ ਨੂੰ ਕਾਂਸਟੀਟਿਊਟ ਕਰਦੇ ਆ। ਉਹ ਉਹਦੇ ਜਾਨੀ ਮੇਨਲੀ ਉਹ ਉਹਨੂੰ ਕਾਂਸਟੀਟਿਊਟ ਕਰਦੇ ਹੈਗੇ। ਜੇ ਇਹ ਗੱਲ ਹੈਗੀ ਤਾਂ ਫਿਰ ਸਾਨੂੰ ਇਹ ਦੇਖਣਾ ਤੇ ਪਊਗਾ ਹੀ ਕਿ ਇਹਨਾਂ ਦੀ ਜਿਹੜੀ ਹਾਲਾਤ, ਜੇ ਸਰਕਾਰ ਉਹਨਾਂ ਨੂੰ ਇੱਕ ਸਲੇਵ ਦੀ ਤਰ੍ਹਾਂ ਗੁਲਾਮਾਂ ਦੇ ਜੀਵਨ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਆ ਔਰ ਉਹਨਾਂ ਦੀ ਵੇਜ ਇੰਨੀ ਘੱਟ ਤੈਅ ਕਰਦੀ ਆ 7,000 ਰੁਪਈਆ, 7,500 ਰੁਪਈਆ, ਚੰਡੀਗੜ੍ਹ ਦੇ ਵਿੱਚ ਜਾਣੀ 9,000 ਰੁਪਈਏ ਦੇ ਤੱਕ ਮਿਨੀਮਮ ਵੇਜ, ਜਿਹਦੇ ਵਿੱਚ ਉਹਨੇ ਕਿਰਾਇਆ ਦੇਣਾ, ਪੜ੍ਹਾਈ, ਬਿਮਾਰੀ, ਠਮਾਰੀ, ਔਰ ਇਹ ਵੇਜ ਜਿਹੜੀ ਆ 5 ਜੀਆਂ ਦੀ ਹੁੰਦੀ ਆ, 3 ਮਾਈਨਰ ਬੱਚੇ, ਹਸਬੈਂਡ ਵਾਈਫ, 9,000 ਰੁਪਈਏ ਚ ਚੰਡੀਗੜ੍ਹ ਚ ਉਹ ਕਿਹੋ ਜਿਹਾ ਜੀਵਨ ਜੀ ਸਕਦੇ ਹੋਣਗੇ। ਮੈਨੂੰ ਤੇ ਲੱਗਦਾ ਕਿ ਇੱਕ ਜਾਨਵਰ ਨੂੰ ਵੀ ਘਰ ਚ ਰੱਖਣਾ ਹੋਵੇ ਤੇ ਉਹਦਾ ਵੀ 15-20,000 ਰੁਪਈਆ ਖਰਚਾ ਮਹੀਨੇ ਦਾ ਆ ਜਾਂਦਾ। ਤੁਸੀਂ ਕਿਤੇ ਵੀ ਆ ਸਾਡੇ ਸਾਹਮਣੇ ਸਾਇੰਸੀਆਂ ਨੇ ਘੋੜੀਆਂ ਰੱਖੀਆਂ, ਮੈਂ ਉਹਨਾਂ ਨੂੰ ਇੱਕ ਦਿਨ ਪੁੱਛ ਰਿਹਾ ਸੀ ਵੀ ਤੁਹਾਡੀ ਘੋੜੀ ਦਾ ਖਰਚਾ ਕਿੰਨਾ, ਉਹ ਬਥੇਰਾ ਇੰਨਾ ਕੀ ਖਰਚਾ। ਜਾਣੀ ਮੈਂ ਇਸੇ ਕਰਕੇ ਕਹਿਣਾ ਕਿ ਸਰਕਾਰ ਦਾ ਜਿਸ ਨੂੰ ਤੁਸੀਂ ਕਿਸੇ ਵੀ ਆਈਡੀਓਲੋਜੀਕਲ ਇੰਪ੍ਰੈਸ਼ਨ ਥੱਲੇ ਚੱਲਦੀ ਕਹੋ ਕਿ ਉਹਨਾਂ ਵੱਲੋਂ ਵੀ ਇਹਨਾਂ ਲੋਕਾਂ ਨੂੰ ਇਸ ਹਾਲਾਤ ਤੋਂ ਮੁਕਤ ਕਰਵਾਉਣ ਦਾ ਕੋਈ ਉਪਰਾਲਾ ਨਹੀਂ। ਸਮਾਜਿਕ ਤੌਰ ਤੇ ਕਿਵੇਂ ਵਾਪਰਦੀ ਹੈਗੀ ਹੈ ਉਹਦਾ ਮੈਂ ਇਹੀ ਸਮਝਦਾ ਹਾਂ ਕਿ ਇਹ ਮਹਿਜ਼ ਇੱਕੋ ਇੱਕ ਸਾਡਾ ਦੇਸ਼ ਹੈ ਜਿੱਥੇ ਕੰਮ ਕਰਨ ਵਾਲੇ ਨੂੰ ਨੀਵਾਂ, ਅਨਵਾਂਟਡ ਔਰ ਬਿਲਕੁਲ ਹੀ ਲੋਲੀ ਨਜ਼ਰ ਅੱਖਾਂ ਨਾਲ ਦੇਖਿਆ ਜਾਂਦਾ। ਮੈਂ ਤੁਹਾਨੂੰ ਇੱਕੋ ਐਗਜ਼ਾਮਪਲ ਦੱਸ ਦਿੰਦਾ, ਮੈਂ ਪਹਿਲੇ ਵਾਲੀ ਗੱਲ ਦਾ ਫਿਰ ਸਬੂਤ ਦੇਣ ਲਈ 8-10 ਸਾਲ ਪਹਿਲਾਂ, ਮੈਂ 8 ਸਾਲ ਪਹਿਲਾਂ ਇੰਗਲੈਂਡ 'ਚ ਇੱਕ ਵਾਰੀ ਚੱਕਰ ਲਾਇਆ ਤੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਮੈਨੂੰ ਇਹ ਦੱਸ ਕਿ ਤੁਹਾਡਾ ਜਿਹੜਾ ਅਨਸਕਿਲਡ ਲੇਬਰਰ ਹੈਗਾ, ਬਿਲਕੁਲ ਕੁਛ ਨਹੀਂ ਜਾਣਦਾ ਸਕਿੱਲ, ਉਹਦੀ ਵੇਜ ਜਿਹੜੀ ਸਟੈਚੂਟਰੀ ਮਿਨੀਮਮ ਵੇਜ ਆ ਔਰ ਤੁਹਾਡਾ ਐਵਰੇਜ ਪ੍ਰੋਫੈਸਰ ਦੀ ਤਨਖਾਹ ਦਾ ਆਪਸੀ ਫਰਕ ਕੀ ਹੈਗਾ, ਕਿੰਨੇ ਗੁਣਾ ਦਾ ਫਰਕ ਆ। ਉਹਨੇ ਕੈਲਕੂਲੇਟ ਕਰਕੇ ਦੱਸਿਆ 2 ਮਿੰਟਾਂ ਦੇ ਅੰਦਰ, ਤੇ ਮੈਨੂੰ ਕਹਿੰਦਾ ਕਿ ਸਾਡਾ 2.5 ਗੁਣਾ ਫਰਕ ਹੈਗਾ, ਕਿ ਇੱਕ ਵਰਕਰ ਦੀ ਵੇਜ ਦਾ ਔਰ ਪ੍ਰੋਫੈਸਰ ਦੀ ਐਵਰੇਜ ਤਨਖਾਹ ਦਾ 2.5 ਗੁਣਾ ਫਰਕ ਹੈ। ਮੈਨੂੰ ਕਹਿੰਦਾ ਤੂੰ ਦੱਸ ਸਾਡੇ, ਮੈਨੂੰ ਹੁਣ ਜਾਣੀ ਇੰਨੀ ਸ਼ਰਮ
ਆ ਰਹੀ ਸੀ ਕਿ ਸ਼ਰਮ 'ਚ ਡੁੱਬਣ ਦੀ ਗੱਲ ਸੀ। ਮੈਂ ਕਿਹਾ ਸਾਡਾ ਜਿਹੜਾ ਫਰਕ ਹੈ, ਜਿਹੜੀ ਸਟੈਚੂਟਰੀ ਮਿਨੀਮਮ ਵੇਜ ਸਰਕਾਰ ਰੱਖਦੀ ਹੈ ਤੇ ਐਵਰੇਜ ਟੀਚਰ ਯੂਨੀਵਰਸਿਟੀ ਦੀ ਜਿਹੜੀ ਸੈਲਰੀ ਆ ਉਹਦਾ 20 ਤੋਂ 30 ਗੁਣਾ ਫਰਕ ਹੈ। ਇੱਥੋਂ ਵੀ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਜਿਹੜੇ ਜਾਤੀਗਤ ਸਿਸਟਮ ਹੈਗਾ ਸਾਡਾ ਸਮਾਜ ਦਾ, ਉਹ ਕਿਵੇਂ ਸਟਲ ਢੰਗ ਦੇ ਨਾਲ ਆਪਰੇਟ ਕਰਦਾ ਔਰ ਇਹੋ ਜਿਹੇ ਵਖਰੇਵਿਆਂ ਦੇ ਨਾਲ ਉਹ ਕਿਵੇਂ ਰੀਇਨਫੋਰਸ ਕਰਦਾ ਲਗਾਤਾਰ। ਦੂਸਰੀ ਗੱਲ ਫਿਰ ਜਿਹੜਾ ਆਇਡੈਂਟੀਫਿਕੇਸ਼ਨ ਦੀ, ਮੈਂ ਤੇ ਇਹੀ ਗੱਲ ਸਮਝਦਾ ਕਿ ਇਕਨੋਮਿਕਲੀ ਤੇ ਇਹਨਾਂ ਨੂੰ ਸਲੇਵ ਦੇ ਤੌਰ ਤੇ ਰੱਖਿਆ ਹੀ ਜਾਂਦਾ। ਜਿੰਨੇ ਵੀ ਦਲਿਤ ਭਾਈਚਾਰਾ ਜਾਂ ਜਿੰਨੇ ਵੀ ਸਾਡੀ ਲਾਰਜ ਸਕੇਲ ਵਰਕਿੰਗ ਕਲਾਸ, ਉਹਦੇ ਚ ਆਦੀਵਾਸੀ ਵੀ ਆ ਜਾਂਦੇ, ਹੋਰ ਵੀ ਗਰੀਬ ਲੋਕ ਜਿਹੜੇ OBC ਦਾ ਵੀ ਵੱਡਾ ਹਿੱਸਾ ਇਸ ਚ ਆ ਜਾਂਦਾ। ਨਾਲ ਹੀ ਖਾਸ ਕਰਕੇ ਦਲਿਤ ਭਾਈਚਾਰੇ ਦਾ ਉਸ ਨੂੰ ਸਸਟੇਨ ਕਰਦਾ ਕਿ ਇਸ ਤਰੀਕੇ ਨਾਲ ਸਸਟੇਨ ਕਰਦਾ ਕਿ ਉਹਨਾਂ ਨੂੰ ਦੱਸਿਆ ਜਾਂਦਾ, ਉਹਨਾਂ ਨੂੰ ਸਮਝਾਇਆ ਜਾਂਦਾ ਸਿਸਟਮ ਰਾਹੀਂ ਕਿ ਤੁਹਾਡੀ ਜਿਹੜੀ ਤੁਸੀਂ ਚੀਜ਼ ਮਾਰਕੀਟ ਦੇ ਵਿੱਚ ਵੇਚਣੀ ਆ ਉਹ ਕੀ ਆ, ਉਹ ਲੇਬਰ। ਤੇ ਲੇਬਰ ਦਾ ਕੀ ਹੁੰਦਾ, ਇਹ ਤੇ ਐਵੇਂ ਆਲਤੂ ਫਾਲਤੂ ਚੀਜ਼ ਹੈ। ਉਹ ਕੱਲਾ ਉੱਥੇ ਤੱਕ ਆਲਤੂ ਫਾਲਤੂ ਹੀ ਨਹੀਂ, ਉਸ ਨੂੰ ਧਾਰਮਿਕ ਰੰਗਤ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਕਦੀ ਮੰਦਿਰ ਦੇ ਪ੍ਰੀਸਟ ਨਹੀਂ ਬਣ ਸਕਦੇ, ਫਲਾਂ ਮੰਦਿਰ ਦੇ ਵਿੱਚ ਤੁਸੀਂ ਐਂਟਰ ਹੀ ਨਹੀਂ ਕਰ ਸਕਦੇ, ਤੁਸੀਂ ਤੇ ਬਾਹਰ ਰਹੋਗੇ, ਤੁਸੀਂ ਜੁੱਤੀ ਪਾ ਕੇ ਫਲਾਣੇ ਦੀ ਜਗ੍ਹਾ ਤੇ ਨਹੀਂ ਜਾ ਸਕਦੇ। ਜਾਣੀ ਉਹਨਾਂ ਨੂੰ ਜੇ ਕਿਤੇ ਅੱਜ ਦੀ ਤਰੀਕ ਦੇ ਵਿੱਚ ਵੀ ਬ੍ਰਾਹਮਣ ਦੇ ਕਿਸੇ ਅਪਰ ਕਾਸਟ ਦੇ ਕੋਈ ਵੀ ਹੋਵੇ, ਉਹਦੇ ਚ ਜੇ ਕੋਈ ਚੌਂਕੇ ਤੇ ਚੜ ਜਾਏ ਦਲਿਤ, ਤਾਂ ਉਸ ਨੂੰ ਉਹਦੀ ਜਿਹੜੀ ਆ ਪਿਉਰੀਫਿਕੇਸ਼ਨ ਕਿਵੇਂ ਹੁੰਦੀ ਆ, ਜਾਣੀ ਧਾਰਮਿਕ ਰੰਗਤ ਦਿੱਤੀ ਜਾਂਦੀ ਹੈ ਕਿ ਇਹ ਭਿੱਟ ਗਿਆ ਉਹਨੂੰ ਕਹਿੰਦੇ ਆ। ਤਾਂ ਫਿਰ ਉਸ ਭਿੱਟ ਨੂੰ ਦੂਰ ਕਿਵੇਂ ਕਰਦੇ ਆ, ਗਾਂ ਦੇ ਗੋਬਰ ਦਾ ਪਲਾਸਟਰ ਕਰਕੇ ਉਹਨੂੰ ਪੋਚਾ ਲਾਉਂਦੇ ਆ। ਇਹਦਾ ਮਤਲਬ ਇਹ ਹੈ ਕਿ ਇੱਕ ਇਨਸਾਨ ਦੀ ਛੂਹ ਉੱਥੇ ਵੜ ਜਾਣਾ ਅੰਦਰ, ਕਿਸੇ ਵੀ ਚੌਂਕੇ ਤੇ ਜਾਂ ਕਿਸੇ ਵੀ ਹੋਰ ਪਵਿੱਤਰ ਜਗ੍ਹਾ ਤੇ, ਜੇ ਉਸ ਨੂੰ ਸਾਫ਼ ਕਰਨਾ ਤੇ ਜੇ ਗਾਂ ਦਾ ਗੋਬਰ ਦੇ ਨਾਲ ਹੁੰਦਾ, ਉਹ ਪਿਉਰੀਫਾਈਂਗ ਏਜੰਟ ਹੈਗਾ, ਉਹਨੇ ਉਸ ਨੂੰ ਇੰਪਿਓਰ ਕਰ ਦਿੱਤਾ। ਤਾਂ ਇਹਦਾ ਮਤਲਬ ਇਹ ਹੀ ਆਪਾਂ ਨੂੰ ਆ ਕਿ ਗਾਂ ਦਾ ਗੋਬਰ ਉਸ ਵਰਕਰ ਦੀ ਸਪਰਸ਼ ਨਾਲੋਂ ਜ਼ਿਆਦਾ ਪਿਓਰ ਆ, ਜ਼ਿਆਦਾ ਚੰਗਾ, ਜ਼ਿਆਦਾ ਮਹੱਤਵਪੂਰਨ ਆ। ਇਹ ਸਾਰੀ ਇੱਕ ਧਾਰਮਿਕ ਰਿਲੀਜੀਅਸ ਇੰਟਰਪ੍ਰੀਟੇਸ਼ਨ ਆ ਲੇਬਰ ਦੀ, ਲੇਬਰਿੰਗ ਵਰਕਿੰਗ ਕਲਾਸ ਦੀ, ਕਿ ਉਹਨਾਂ ਦਾ ਸਮਾਜ ਦੇ ਵਿੱਚ ਸਥਾਨ ਕੀ ਹੋਣਾ ਚਾਹੀਦਾ, ਜਿੱਥੇ ਪਿਓਰ ਤੇ ਇੰਪਿਓਰ, ਟੱਚੇਬਲ ਤੇ ਅਨਟੱਚੇਬਲ, ਅਪਰ ਕਾਸਟ ਤੇ ਲੋਅਰ ਕਾਸਟ, ਸ਼ੂਦਰਾ ਤੇ ਅਤੀ ਸ਼ੂਦਰਾ, ਇਹ ਸਾਰੀਆਂ ਕੈਟੇਗਰੀਜ਼ ਆ ਜਿਸ ਨੂੰ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ ਇੱਕ ਅਨੁਮਤੀ ਮਿਲੀ ਹੈ ਔਰ ਉਹ ਲਗਾਤਾਰ ਰੀਇਨਫੋਰਸ ਕਰਦੀ ਰਹਿੰਦੀ ਹੈ। ਇਹ ਸਸਟੇਨ ਇਸ ਕਰਕੇ ਕਰ ਰਹੀ ਹੈ ਕਿ ਹਰ ਮਿਡਲ ਕਲਾਸ ਦੇ, ਹਰ ਐਮਪਲਾਇਰ ਦੇ ਇੱਕ ਆਪਣੇ ਤੌਰ ਤੇ ਹਿੱਤ ਹੁੰਦੇ ਹੈ ਕਿ ਜੇ ਇਹ ਦਬੇ ਰਹਿਣ, ਜੇ ਇਹ ਕਮਜ਼ੋਰ ਰਹਿਣ, ਜੇ ਇਹ ਅਨਪੜ੍ਹ ਰਹਿਣ, ਤਾਂ ਪਛੜੇ ਰਹਿਣ ਕਲਚਰਲ ਤੌਰ ਤੇ, ਤਾਂ ਹੀ ਤਾਂ ਫਿਰ ਆਪਣੀ ਮਾਰਕੀਟ ਦੇ ਵਿੱਚ ਸਸਤੀ ਤੋਂ ਸਸਤੀ ਆਪਣੀ ਲੇਬਰ ਵੇਚਣ ਲਈ, ਜਿਹੜੀ ਕਿ ਇੱਕੋ ਇੱਕ ਚੀਜ਼ ਉਹਨਾਂ ਕੋਲ ਵੇਚਣ ਲਈ ਹੁੰਦੀ ਆ, ਆਪਣੀ ਜਿਹਨੂੰ ਕਹਿੰਦੇ ਆ ਵਰਕਿੰਗ ਕਪੈਸਿਟੀ, ਜਿਹਨੂੰ ਲੇਬਰ ਐਜ਼ ਏ ਕਮੋਡਿਟੀ, ਜਿਹਨੂੰ ਲੇਬਰ ਟੈਕਨੀਕਲ ਟਰਮ ਦੇ ਵਿੱਚ ਅਸੀਂ ਲੇਬਰ ਪਾਵਰ ਕਹਿੰਦੇ ਹਾਂ। ਉਹ ਲੇਬਰ ਪਾਵਰ ਹੀ ਤੇ ਆਪਣੀ ਵੇਚਣੀ ਹੁੰਦੀ ਆ। ਉਸ ਦੀ ਅਸੀਂ ਕੀਮਤ ਇਸ ਕਰਕੇ ਇੰਨੀ ਡਾਊਨ ਰੱਖਦੇ ਹਾਂ ਕਿਉਂਕਿ ਇਹ ਉਹਨਾਂ ਲੋਕਾਂ ਵੱਲੋਂ ਦਿੱਤੀ ਜਾਂਦੀ ਚੀਜ਼ ਹੈ ਜਿਨ੍ਹਾਂ ਦਾ ਆਪਣਾ ਸਮਾਜ ਵਿੱਚ ਕੋਈ ਰੁਤਬਾ ਨਹੀਂ, ਔਰ ਉਹਨਾਂ ਦੀ ਲੇਬਰ ਇਸੇ ਤਰੀਕੇ ਨਾਲ ਵਿਕਣੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਧਰਮ ਦੇ ਵਿੱਚ ਇਹੋ ਜਿਹਾ ਸਥਾਨ ਦੇ ਦਿੱਤਾ ਗਿਆ। ਔਰ ਲਾਸਟ ਗੱਲ ਮੈਂ ਇਹ ਕਹੂੰਗਾ ਕਿ ਇਸ ਚੀਜ਼ ਦੀ ਸਸਟੇਨੇਬਿਲਿਟੀ ਲਈ, ਇਸ ਚੀਜ਼ ਦੀ ਮੇਨਟੇਨੇਬਿਲਿਟੀ ਲਈ ਉਹਨਾਂ ਨੇ ਇਹਨੂੰ ਇਹ ਬਣਾ ਦਿੱਤਾ ਕਿ ਇਹ ਬਾਈ ਬਰਥ ਹੋਊਗੀ, ਜਾਣੀ ਹੱਦ ਹੀ ਹੋ ਗਈ ਆ। ਇਹਦੇ ਨਾਲੋਂ ਕਿਸੇ ਨਾਲ ਵੀ, ਕਿਸੇ ਵੀ ਇਸ ਧਰਤੀ ਦੇ ਉੱਤੇ ਜੀਵ ਨਾਲ ਕੋਈ ਹੋਰ ਧੱਕਾ ਹੋ ਸਕਦਾ ਕਿ ਉਹ ਆਪਣੀਆਂ ਇੰਨੀਆਂ ਡਿਸਐਬਿਲਿਟੀਜ਼, ਇਨਐਬਿਲਿਟੀਜ਼ ਉਹ ਬਾਈ ਬਰਥ ਨਾਲ ਹੀ ਜਨਮ ਦੇ ਨਾਲ ਹੀ ਲੈ ਕੇ ਚੱਲੇ। ਇਹਦੇ ਬਾਰੇ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਬਹੁਤ ਇਹਦੇ ਬਾਰੇ ਬੋਲਿਆ। ਉਹਨਾਂ ਔਰਤ ਬਾਰੇ ਵੀ ਕਿਹਾ, ਉਹਨਾਂ ਲੋਕਾਂ ਬਾਰੇ ਜਿਹੜੇ ਰੇਸ਼ੀਅਲ ਜਾਂ ਕਿਸੇ ਕਿਸਮ ਦੀ ਜਾਤੀਗਤ ਡਿਸਕ੍ਰਿਮੀਨੇਸ਼ਨ ਆ, ਕਿ ਜੋ ਵੀ ਰੱਬ ਦੇ ਅਸੀਂ ਸਾਰੇ ਜੇ ਜਾਏ ਹੈਗੇ ਆ ਤੇ ਫਿਰ ਅਸੀਂ ਜਨਮ ਵੇਲੇ ਊਚ ਨੀਚ ਤੇ ਨਹੀਂ ਹੋ ਸਕਦੇ, ਉਦੋਂ ਤੇ ਅਸੀਂ ਸਾਰੇ ਇਨਸਾਨ ਆ। ਪਰ ਸਾਡੇ ਇੰਡੀਆ ਦੇ ਵਿੱਚ ਜਾਤ ਨੂੰ ਜਿਹੜੀ ਰੀਪਰੋਡਕਸ਼ਨ ਹੁੰਦੀ ਹੈ ਇਹ ਬਾਈ ਬਰਥ ਹੁੰਦੀ ਹੈ, ਜਸਟ ਲਾਈਕ ਰੇਸ। ਇਹ ਰੇਸ ਦੇ ਵਿੱਚ ਵੀ ਤੇ ਮੈਨੂੰ ਲੱਗਦਾ ਕੋਈ ਮਾਰਜਨ ਹੁੰਦਾ ਹੋਣਾ, ਪਰ ਇੱਥੇ
एक जात एक ਇਹੋ ਜਿਹੀ ਚੀਜ਼ ਹੈ ਕਿ ਜਾਣ ਦਾ ਨਾਂ ਹੀ ਨਹੀਂ ਲੈਂਦੀ, ਕਿਉਂਕਿ ਇਹਦੇ ਵਿੱਚ ਸਮਾਜਿਕ, ਕਲਚਰਲ, ਰਾਜਨੀਤਿਕ ਤੇ ਸੱਭਿਆਚਾਰਕ ਹਿੱਤ ਉਹਨਾਂ ਲੋਕਾਂ ਦੇ ਜੁੜੇ ਹੁੰਦੇ ਆ ਜਿਹੜੇ ਇਸ ਤੋਂ ਫਾਇਦਾ ਲੈਣ ਦੀ ਗੱਲ ਕਰਦੇ ਆ, ਜਿਨ੍ਹਾਂ ਨੂੰ ਲਗਾਤਾਰ ਇਸ ਗੱਲ ਦਾ ਫਾਇਦਾ ਹੁੰਦਾ। ਮੈਂ ਇੱਕ ਲਾਸਟ ਗੱਲ ਕਹੂੰਗਾ ਤੇ ਫਿਰ ਮੈਂ ਪਤਾ ਨਹੀਂ ਮੈਨੂੰ ਹੁੰਦਲ ਸਾਹਿਬ ਜਾਂ ਜਗੀਰ ਸਾਹਿਬ ਦੱਸ ਦੇਣ ਕਿ ਮੇਰੇ ਕਿੰਨੇ ਕੁ ਮਿੰਟ ਰਹਿੰਦੇ, ਮੈਂ ਉਹਦੇ ਵਿੱਚ ਹੀ ਸਾਰਾ ਸਮੇਟ ਦਊਂਗਾ। ਚੰਡੀਗੜ੍ਹ ਦੇ ਅੰਦਰ ਮੈਂ ਬੜੇ ਸਾਲਾਂ ਤੋਂ ਰਹਿ ਰਿਹਾ। ਤੁਸੀਂ ਇਮੈਜਿਨ ਕਰੋ ਕਿ ਕੋਈ ਵੀ ਇੱਕ ਜਿਹੜਾ ਲੋਅਰ ਮਿਡਲ ਕਲਾਸ ਦਾ ਬੰਦਾ, ਉਹ 5 ਨੌਕਰ ਸਾਰੇ ਹੀ ਰੱਖ ਰਹੇ ਆ। ਜਿਹਦੀ ਆਪਣੀ ਤਨਖਾਹ 25,000 ਆ, ਉਹਨੇ 5 ਨੌਕਰ ਰੱਖੇ ਹੋਏ ਆ। ਮੈਂ ਦੱਸਾਂ ਦਾ ਕਿਹੜੇ? ਇੱਕ ਸਵੇਰੇ ਕੂੜਾ ਚੁੱਕਣ ਵਾਲਾ, ਇੱਕ ਤੁਹਾਡਾ ਧੋਬੀ ਆ, ਘਰੋਂ ਆ ਕੇ ਕੱਪੜੇ ਲੈ ਜਾਂਦਾ ਤੇ ਫਿਰ ਦੇ ਜਾਂਦਾ, ਇੱਕ ਤੁਹਾਡਾ ਬਾਗ ਬਗੀਚੇ ਵਾਲਾ ਉਹ ਕਰਦਾ, ਇੱਕ ਆ ਕੇ ਜਿਹੜਾ ਕਾਰ ਧੋਂਦਾ ਰੋਜ਼ ਸਾਰਿਆਂ ਦੀ 150 ਰੁਪਇਆ ਮਹੀਨੇ ਤੇ, ਇੱਕ ਦਾ ਮੈਨੂੰ ਹੋਰ ਖਿਆਲ ਨਹੀਂ ਆ ਰਿਹਾ ਇਸ ਤਰੀਕੇ ਨਾਲ। ਇਹ ਮੈਂ ਗਿਣ ਰਿਹਾ। ਹਾਂ, ਜਿਹੜੀ ਮੇਡ ਸਰਵੈਂਟ ਘਰ ਆਉਂਦੀ ਆ 700-800 ਰੁਪਇਆ ਉਹ। ਔਰ ਇਹ 5 ਨੌਕਰਾਂ ਲਈ ਤੁਹਾਨੂੰ ਜ਼ਿਆਦਾ ਪੈਸਾ ਨਹੀਂ ਚਾਹੀਦਾ, ਸਾਰੇ ਦਾ ਸਾਰਾ ਤੁਹਾਡਾ 2,500 ਰੁਪਏ ਚ ਸਰ ਜਾਂਦਾ ਮਹੀਨੇ ਚ। ਕੀ ਇਹ ਇਨਹਿਊਮਨ ਨਹੀਂ? ਕੀ ਇਹ ਅਤੀ ਨਹੀਂ? ਕੀ ਇਹ ਇੱਕ ਬਹੁਤ ਹੀ ਕਿਸੇ ਨਾਲ ਧੱਕਾ ਨਹੀਂ? ਔਰ ਕਿਉਂਕਿ ਮਿਡਲ ਕਲਾਸ ਨੂੰ ਇਹ ਸਹੂਲਤਾਂ ਚੰਗੀਆਂ ਲੱਗਦੀਆਂ, 5 ਨੌਕਰ ਜਿਹੜੇ ਮੁਫਤ ਵਾਂਗੂ ਮਿਲਦੇ ਆ, ਤਾਂ ਕਿਉਂ ਆਪਾਂ ਚਾਹਾਂਗੇ ਕਿ ਜਾਤ ਜਾਂ ਇਹ ਸਾਰੀ ਚੀਜ਼ਾਂ ਇਹਦੀ ਖਤਮ ਹੋਣੀ ਚਾਹੀਦੀ ਹੈ। ਤੇ ਬਾਕੀ ਦੇ ਜਿਹੜੇ ਸਾਡੇ ਵੀਰ ਭੈਣ ਭਰਾ ਪਿੱਛੇ ਰਹਿ ਗਏ ਜਾਂ ਪਛੜੇ ਰਹਿ ਗਏ ਜਾਂ ਜਿਨ੍ਹਾਂ ਨੂੰ ਦਰਕਾਰ ਕੇ ਰੱਖਿਆ, ਸਮਾਜ ਨੇ ਦਬਾ ਕੇ ਰੱਖਿਆ, ਉਹ ਵੀ ਸਾਡੇ ਬਰਾਬਰ, ਸਿੱਖੀ ਰੌ ਰੀਤਮ ਵਾਂਗ ਉਹ ਵੀ ਸਾਡੇ ਬਰਾਬਰ ਆਉਣ। ਅਸੀਂ ਕਿਵੇਂ ਉਸ ਨੂੰ ਅਸੀਂ ਕਿਵੇਂ ਮਨਜ਼ੂਰ ਕਰ ਸਕਦੇ ਹਾਂ? ਮੈਂ ਇੱਕ ਆਪਣੇ ਦੋਸਤ ਨੂੰ ਪੁੱਛਿਆ, ਉਹ ਵੀ ਬ੍ਰਿਟਿਸ਼ ਸੀਗਾ। ਮੈਂ ਕਿਹਾ ਮੈਨੂੰ ਇਹ ਦੱਸ, ਤੁਹਾਨੂੰ 15 ਸਾਲ ਹੋ ਗਏ ਆ ਵਿਆਹਿਆਂ ਨੂੰ, ਤੁਸੀਂ ਕੋਈ ਬੱਚਾ ਤੁਹਾਡੇ ਨਹੀਂ ਹੈ? ਸਾਡੀ ਇੰਡੀਅਨਸ ਦੀ ਆਦਤ ਹੈ ਅਗਲੇ ਦੇ ਜਿਹੜੀ ਘਰੇਲੂ ਗੱਲਾਂ ਉਹਦੇ ਚ ਨੱਕ ਘਸੋੜਨਾ ਜ਼ਰੂਰੀ। ਤੇ ਉਹ ਕਹਿੰਦਾ ਕੀ ਕਰੀਏ ਮਨਜੀਤ, ਵੀ ਬੱਚਾ ਪੈਦਾ ਕਰਨਾ ਮਹਿੰਗਾ ਬਹੁਤ ਪੈਂਦਾ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਜੇ ਅਸੀਂ ਆਇਆ ਰੱਖੀਏ ਤੇ ਅਸੀਂ ਦੋਵੇਂ ਵਰਕਿੰਗ ਹੈਗੇ ਆ, ਸਾਨੂੰ 20 ਪਾਉਂਡ ਪਰ ਘੰਟਾ ਦੇਣਾ ਪੈਂਦਾ। ਮੈਂ ਇਹ ਗੱਲ ਤਾਂ ਕਹਿੰਦਾ ਆ ਕਿ ਜੇ ਕੋਈ ਜਿੱਥੇ, ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਇੰਗਲੈਂਡ ਦਾ ਕੋਈ ਕਲਚਰ ਦਾ ਬਹੁਤ ਭਗਤ ਆ ਜਾਂ ਇਸ ਤਰ੍ਹਾਂ, ਪਰ ਮੈਂ ਊਚ ਨੀਚ ਵਖਰੇਵਿਆਂ ਦੀ ਗੱਲ ਕਰਦਾ ਕਿ ਜਾਤੀ ਇੰਡੀਆ ਚੋਂ ਜਾਂਦੀ ਇਸ ਕਰਕੇ ਨਹੀਂ ਕਿਉਂਕਿ ਸਾਨੂੰ ਲਾਰਜ ਸਕੇਲ ਆਲਮੋਸਟ ਫ੍ਰੀ ਸਲੇਵ ਲੇਬਰ ਮਿਲੀ ਹੋਈ ਆ, ਔਰ ਜਿਹਦੀ ਬੈਕਅਪ ਲਗਾਤਾਰ ਸਾਡੀ ਸਰਕਾਰ, ਸਾਡੀਆਂ ਮਿਨਿਸਟਰੀਆਂ ਤੇ ਲੇਬਰ ਮਿਨਿਸਟਰੀ ਲਗਾਤਾਰ ਇਨਸ਼ੋਰ ਕਰਦੀ ਹੈ ਕਿ ਇਹ ਇੱਥੇ ਹੀ ਰਹਿਣ। ਲਾਸਟ ਗੱਲ ਮੈਂ ਇੱਕ ਕਹਿ ਕੇ ਆਪਣਾ ਲੈਕਚਰ ਬੰਦ ਕਰ ਦੇਣਾ। ਉਹ ਗੱਲ ਬੜੀ ਛੋਟੀ ਆ, ਪਰ ਮੇਰੇ ਲਈ ਉਹ ਇੱਕ ਬੜਾ ਅਹਿਮ ਤਜਰਬੇ ਵਾਲੀ ਗੱਲ ਆ। ਉਹ ਹੈ ਜਿਹੜਾ ਤੁਸੀਂ ਸੌਰੀ ਡਾਕਟਰ ਸਾਹਿਬ, ਪਲੀਜ਼ ਕੰਟੀਨਿਊ ਫॉर 10 ਮਿੰਟਸ ਮੋਰ। ਹਾਂ ਠੀਕ ਹੈ, 10 ਮਿੰਟਸ ਨੂੰ ਕੀ, ਮੈਂ ਤੇ ਜਿੰਨਾ ਮਰਜ਼ੀ ਰੱਖੋ, ਪਰ ਮੈਂ ਕਰਦਾ ਹਾਂ, ਠੀਕ ਹੈ। ਮੇਰੀ ਆਖਰੀ ਗੱਲ ਇਹ ਕਹਿਣੀ ਹੈ ਮੈਂ ਕਿ ਇਸ ਜਾਤੀ ਨੂੰ ਅਸੀਂ ਆਪਣੀ ਵੱਲੋਂ, ਮੈਂ ਵੀ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਸਟੱਡੀਜ਼ ਕਰਾਈਆਂ, ਬੰਧੂਆ ਮਜ਼ਦੂਰ ਤੇ ਕੀਤਾ। ਮੇਰੇ ਫਾਦਰ ਇਨ ਲਾ ਨੇ ਜਿਹੜਾ ਬੌਂਡਡ ਲੇਬਰ ਐਬੋਲਿਸ਼ਨ ਐਕਟ 1976, ਉਹ ਸਭ ਤੋਂ ਪਹਿਲਾਂ ਸਟੱਡੀ ਉਹਨਾਂ ਨੇ ਆਂਧਰਾ 'ਚ ਕੀਤੀ ਸੀ ਤੇ ਉਹਨਾਂ ਨੇ 1976 ਵਾਲਾ ਐਕਟ ਬਣਵਾਇਆ ਸੀ। ਸਵਾਮੀ ਅਗਨੀਵੇਸ਼, ਇਹ ਸਾਰੇ ਬੰਦੇ ਉਹਨਾਂ ਦੇ ਨਾਲ ਇਸ ਮੂਵਮੈਂਟ ਦੇ ਵਿੱਚ ਸੀਗੇ। ਮੇਰਾ ਸੁਪਰਵਾਈਜ਼ਰ ਖੁਦ ਉਹ ਬਿਹਾਰ ਤੋਂ ਸੀਗਾ ਤੇ ਉਹ ਵੀ ਇਹਨਾਂ ਮੂਵਮੈਂਟ ਦੇ ਵਿੱਚ, ਜਿਨ੍ਹਾਂ ਦੇ ਨਾਲ ਮੈਂ ਆਪਣੀ ਪੜ੍ਹਾਈ PhD ਕੀਤੀ, ਉਹ ਲੱਗੇ ਹੋਏ ਸੀ। ਤੇ ਮੇਰੀ ਓਰੀਐਂਟੇਸ਼ਨ ਇਸ ਕਰਕੇ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਭਾਵੇਂ ਉਹ ਪਾਕਿਸਤਾਨ ਦੇ ਬ੍ਰਿਕ ਕਿਲਨ ਵਰਕਰਸ ਆ, ਭਾਵੇਂ ਨੇਪਾਲ ਦੇ ਆ, ਭਾਵੇਂ ਬੰਗਲਾਦੇਸ਼ ਦੇ ਆ ਤੇ ਭਾਵੇਂ ਇੰਡੀਆ ਦੇ ਆ, ਐਜ਼ ਪਰ ਲਾਅ, ਭਾਵੇਂ ਉਹ ILO ਦਾ ਲਾਅ ਆ, ਭਾਵੇਂ ਉਹ ਇੰਡੀਆ ਦਾ ਬੌਂਡਡ ਲੇਬਰ ਐਬੋਲਿਸ਼ਨ ਐਕਟ ਹੈਗਾ, ਇਹ ਸਾਰੇ ਦੇ ਸਾਰੇ ਕਰੋੜਾਂ ਵਰਕਰ ਬੰਧੂਆ ਮਜ਼ਦੂਰ ਹੈਗੇ ਆ। ਉਹਨਾਂ ਨੂੰ ਮੰਥਲੀ ਵੇਜ ਨਹੀਂ ਮਿਲਦੀ, ਉਹ ਕਿਤੇ ਆਪਣੇ ਇੱਕ ਪੱਠੇ ਤੇ ਆ ਜਾਣ ਤੇ ਕਿਤੇ ਜਾ ਨਹੀਂ ਸਕਦੇ। ਉਹਨਾਂ ਨੂੰ ਥੋੜਾ ਜਿਹਾ ਸ਼ੁਰੂ ਚ ਐਡਵਾਂਸ ਦੇ ਕੇ ਬੰਨ ਲਿਆ ਜਾਂਦਾ। ਕਿੰਨੀ ਵਾਰੀ ਕੋਰਟਾਂ ਉਹਨਾਂ ਨੂੰ ਛਡਾਉਂਦੀਆਂ। ਮੇਰੇ ਕੋਲ ਜੇ ਤੁਸੀਂ ਇਹ ਸਟੋਰੀਆਂ ਕਾਲਨ ਸਾਹਿਬ ਜੇ ਪੁੱਛੋਗੇ ਤੇ ਮੈਂ ਤੇ ਕਈ ਦਿਨ ਵੀ ਬੋਲਦਾ ਰਵਾਂ, ਕਿਉਂਕਿ ਮੈਂ ਸਾਰੀ ਉਮਰ ਵਰਕਰਸ ਦੇ ਉੱਤੇ ਹੀ ਕੰਮ ਕੀਤਾ ਆ।
ਚਾਈਲਡ ਲੇਬਰ, ਬੌਂਡਡ ਲੇਬਰ, ਮਾਈਗ੍ਰੈਂਟ ਲੇਬਰ ਦਾ ਮੇਰਾ ਕੰਮ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਨੇ ਛਾਪਿਆ ਸੀਗਾ, ਅਨਈਵਨ ਡਿਵੈਲਪਮੈਂਟ ਇਨ ਐਗਰੀਕਲਚਰ ਐਂਡ ਲੇਬਰ ਮਾਈਗ੍ਰੇਸ਼ਨ, ਉਹਦੇ ਟਾਈਟਲ ਥੱਲੇ ਛਾਪਿਆ ਸੀਗਾ। ਤੇ ਮੇਰਾ ਕਹਿਣ ਦਾ ਮਤਲਬ, ਮੈਂ ਸੰਨ 81 ਤੋਂ ਲੈ ਕੇ ਹੁਣ ਦੇਖੋ ਪਿਛਲੇ 40 ਸਾਲ ਹੋ ਗਏ ਆ ਇਸ ਕੰਮ ਤੇ ਐਕਟਿਵਲੀ, ਕੱਲਾ ਪੜ੍ਹਿਆ ਹੀ ਨਹੀਂ, ਲਿਖਿਆ ਤੇ ਸ਼ੋਧ ਜਿਹਨੂੰ ਕਹਿੰਦੇ ਆ ਜਿਹੜੀ ਰਿਸਰਚ ਵੀ ਕਾਫੀ ਕੀਤੀ ਹੈਗੀ। ਰਹੀ ਗੱਲ, ਮੈਂ ਇਹ ਕਹਿਣਾ ਕਿ ਚਲੋ ਸਿੱਖੀ ਦਾ ਇੱਕ ਆਪਣਾ ਇੱਥੇ ਸਾਡੀ ਧਰਤੀ ਤੇ ਉਪਰਾਲਾ ਸੀ ਵੀ ਇਸ ਜਾਤ ਪਾਤ ਦੇ ਬੰਧਨ ਤੋੜੇ ਜਾਣ, ਪਰ ਉਹ ਆਪਾਂ ਨਹੀਂ ਤੋੜ ਸਕੇ। ਪਰ ਇੱਕ ਗੱਲ ਜਿਹੜੀ ਮੈਨੂੰ ਬਹੁਤ ਅਹਿਮ ਲੱਗਦੀ ਹੈ, ਜਿਸ ਨੂੰ ਅੱਗੇ ਬੜੋਤਰੀ ਦੇਣੀ ਚਾਹੀਦੀ ਸੀ, ਪਰ ਉਹ ਸਾਡੀ ਸਿੱਖ ਪੋਲਿਟਿਕਸ ਨੇ ਤੇ SGPC ਨੇ ਵੀ ਕਦੀ ਉਸ ਦੀ ਇੰਪੋਰਟੈਂਸ ਨੂੰ ਸਮਝ ਕੇ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਨਹੀਂ ਕੀਤੀ। ਰਾਦਰ ਆਪਣੇ ਜਿਵੇਂ ਜਨਰਲੀ ਹੈ ਕਿ ਡੰਗ ਟਪਾਊ ਕੰਮ, ਉਹੀ ਰਿਚੁਅਲ, ਉਸੇ ਕਿਸਮ ਦਾ ਹੀ ਤੁਸੀਂ ਦਿਖਾਵੇ ਦਾ ਧਰਮ, ਦਿਖਾਵੇ ਦੀ ਰਾਜਨੀਤੀ, ਲੁੱਟ ਖਸੁੱਟ ਦੀ ਰਾਜਨੀਤੀ, ਉਸ ਕਿਸਮ ਦੇ ਕੰਮਾਂ 'ਚ ਚੱਲ ਪਏ, ਜਿਸ ਦੇ ਵਿਰੁੱਧ ਅਸਲ 'ਚ ਗੁਰੂ ਨਾਨਕ ਦੇਵ ਜੀ ਨੇ ਸਾਰੇ ਪਖੰਡੀਆਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ ਤੇ ਖਾਸ ਕਰ ਜਿਹੜਾ ਜਾਤੀਗਤ ਸਮਾਜ ਸੀ ਉਹਦੇ ਵਿਰੁੱਧ ਡਟ ਕੇ ਫਾਈਟ ਦਿੱਤੀ ਸੀ। ਇਹ ਜਦੋਂ ਸਾਨੂੰ ਬਾਰ-ਬਾਰ ਫੇਸ ਕਰਨਾ ਪੈਂਦਾ ਸੀ, ਹਾਲੇ ਇਹ ਗੱਲ ਮੈਂ ਮੰਨਦਾ ਹਾਂ ਕਿ ਭਾਵੇਂ ਬਾਕੀ ਇੰਡੀਆ ਨਾਲੋਂ ਮੱਧ ਪ੍ਰਦੇਸ਼, ਜਿਹਨੂੰ ਕੌ ਬੈਲਟ ਕਹਿੰਦੇ ਆ, ਈਸਟਰਨ ਯੂਪੀ, ਬਿਹਾਰ ਜਾਂ ਪੱਛਮੀ ਬੰਗਾਲ 'ਚ ਉਨਾ ਜਾਤੀਗਤ ਨਹੀਂ ਹੈਗਾ, ਬਹੁਤ ਸਾਰੇ ਈਵਨ ਸਾਊਥ ਦੇ ਵਿੱਚ ਵੀ ਇਸ ਦਾ ਜਿੰਨਾ ਕਰੂਰ ਰੂਪ ਹੈਗਾ ਜਾਤੀਗਤ ਦਾ, ਜਾਤਾਂ ਦਾ, ਜਾਂ ਖਾਸ ਕਰਕੇ ਦਲਿਤ ਭਾਈਚਾਰੇ ਦਾ, ਉਹਨੂੰ ਅਲੱਗ ਰੱਖਣਾ, ਉਹਨੂੰ ਦਬਾ ਕੇ ਰੱਖਣਾ, ਉਹਨਾਂ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਇਹ ਗੱਲ ਮੰਨਣ ਵਾਲੀ ਹੈ, ਪਰ ਫਿਰ ਵੀ ਹੈ। ਇੱਥੇ ਤੇ ਰਿਜ਼ਰਵੇਸ਼ਨ ਹੋਣੀ ਨਹੀਂ ਸੀ ਚਾਹੀਦੀ, ਪਰ ਫਿਰ ਵੀ ਰਿਜ਼ਰਵੇਸ਼ਨ ਹੈ ਨਾ, ਸਿੱਖਾਂ ਵਿੱਚ ਵੀ ਹੈ, ਹੋਰ ਸਾਰੇ ਪਛਾਵਾਂ ਵਿੱਚ ਦੂਜਿਆਂ ਵਾਂਗੂ ਹੈ। ਉਹਦਾ ਮਤਲਬ ਇਹ ਹੈ ਕਿ ਅਸੀਂ ਜਦੋਂ ਰਿਜ਼ਰਵੇਸ਼ਨ ਐਕਸੈਪਟ ਕਰ ਲਈ ਤੇ ਇਹਦਾ ਮਤਲਬ ਜਾਤ ਵੀ ਸਾਡੇ 'ਚ ਉਨੀ ਭਾਰੂ ਹੈ ਜਿੰਨੀ ਬਾਕੀ ਜਗ੍ਹਾ ਹੈ। ਉਹਦਾ ਜਿਹੜਾ ਕਟਿੰਗ ਐਜ, ਜਿਹੜਾ ਨਫ਼ਰਤ ਵਾਲਾ ਐਜ ਆ, ਉਹ ਥੋੜਾ ਘੱਟ ਹੈਗਾ ਬਾਕੀ ਸੂਬਿਆਂ ਨਾਲੋਂ। ਬਾਕੀ ਜਗ੍ਹਾ ਤੇ ਅਜੇ ਵੀ ਉਹ ਬੜੇ ਓਪਨ ਰੂਪ ਦੇ ਵਿੱਚ ਉਸ ਦਾ ਵਰਤਾਰਾ ਦੇਖਣ ਨੂੰ ਮਿਲਦਾ। ਪਰ ਮੈਨੂੰ ਸਾਰਿਆਂ ਤੋਂ ਚੰਗੀ ਗੱਲ ਇਹ ਲੱਗੀ ਜਦੋਂ ਦਾ ਕਿਸਾਨ ਵੀਰਾਂ ਦਾ ਸਟਰਗਲ ਚੱਲਿਆ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ, ਪਿਛਲੀਆਂ ਹੀ ਧਾਨ ਜਦੋਂ ਝੋਨਾ ਬੀਜਣਾ ਸੀਗਾ, ਝੋਨੇ ਦੀ ਬਿਜਾਈ ਵੇਲੇ ਲੇਬਰ ਐਤਕੀ ਘੱਟ ਆਈ ਸੀ ਕਰੋਨਾ ਕਰਕੇ, ਕਿਉਂਕਿ ਬਹੁਤ ਸਾਰਾ ਜਿਹੜਾ ਝੋਨਾ ਲਾਇਆ ਜਾਂਦਾ ਪੰਜਾਬ ਦੇ ਵਿੱਚ, ਉਹਦੇ ਤੋਂ ਯੂਪੀ ਬਿਹਾਰ ਤੋਂ ਲੇਬਰ ਬਹੁਤ ਵੱਡੇ ਪੱਧਰ ਤੇ ਆਉਂਦੀ ਹੈ। ਉਹ ਐਫੀਸ਼ੀਐਂਟ ਹੈਗੀ ਆ ਤੇ ਘੱਟ ਪੈਸੇ ਨਾਲ ਜ਼ਿਆਦਾ ਝੋਨਾ ਲਾ ਜਾਂਦੇ ਆ। ਸਾਡੀ ਲੋਕਲ ਲੇਬਰ ਨੂੰ ਪ੍ਰੈਫਰ ਨਹੀਂ ਕੀਤਾ ਜਾਂਦਾ। ਜਦੋਂ ਉਹ ਨਹੀਂ ਆਏ ਤੇ ਲੋਕਲ ਲੇਬਰ ਨੂੰ ਅੰਗੇਜ ਕਰਨਾ ਪਿਆ ਸਾਡੇ ਕਿਸਾਨ ਵੀਰਾਂ ਨੂੰ। ਔਰ ਉਹਦੇ 'ਚ ਮੈਂ ਪਿਛਲੇ ਹੀ ਜੂਨ ਜੁਲਾਈ ਦੀ ਗੱਲ ਕਰ ਰਿਹਾ, ਕੋਈ ਬਹੁਤ ਪੁਰਾਣੀ ਗੱਲ ਨਹੀਂ ਕਰ ਰਿਹਾ। ਹੈਰਾਨੀ ਹੋਊਗੀ ਕਿ ਗੁਰਦੁਆਰਿਆਂ 'ਚ ਮੀਟਿੰਗਾਂ ਕਰਕੇ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੇ ਕਾਲੋਂ ਸਾਹਿਬ ਅਨਾਉਂਸ ਕੀਤਾ ਗਿਆ ਕਿ ਜਿਹੜੇ ਲੋਕਲ ਮਜ਼ਦੂਰ ਸਾਡੀ ਜਿਹੜੀ ਚੁਆਇਸ ਦੀ ਬੇਸ ਦੇ ਉੱਤੇ ਕੰਮ ਕਰਨਾ ਨਹੀਂ ਮੰਨਣਗੇ, ਅਸੀਂ ਉਹਨਾਂ ਦਾ ਬਹਿਸਕਾਰ ਕਰਾਂਗੇ। ਔਰ ਜਿਹੜੇ ਨੇੜੇ ਤੇੜੇ ਦੇ ਪਿੰਡ ਵੀ ਉਹਨਾਂ ਨੂੰ ਇੱਥੇ ਕੰਮ ਦੇਣਗੇ, ਉਹਨਾਂ ਦੇ ਨਾਲ ਵੀ ਅਸੀਂ ਨਜਿੱਠ ਲਾਂਗੇ। ਇਹ 29 ਪਿੰਡਾਂ 'ਚ ਇਹੋ ਜਿਹੀਆਂ ਧਮਕੀਆਂ ਦਿੱਤੀਆਂ ਗਈਆਂ। ਅਸੀਂ ਇਕੱਠੇ ਹੋ ਕੇ ਫਿਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਆ, ਉਹਨਾਂ ਕੋਲ ਗਏ ਕਿ ਆਹ ਕੀ ਹੋ ਰਿਹਾ ਬਈ। ਇਹ ਜਿਨ੍ਹਾਂ ਨੇ ਅੰਗੇਜ ਕਰਨੇ ਆ ਜ਼ਿਮੀਂਦਾਰਾਂ ਨੇ, ਉਹ ਇਹੋ ਜਿਹੇ ਫੈਸਲੇ ਪੰਚਾਇਤਾਂ ਦੇ ਤੌਰ ਤੇ ਜਾਂ ਕਿਸ ਤਰੀਕੇ ਨਾਲ ਆਪਣੇ ਤੌਰ ਤੇ ਕਮਿਊਨਿਟੀ ਤੌਰ ਤੇ ਲੈ ਲੈਣ, ਸਮਝ ਪੈਂਦੀ। ਹੁਣ ਸਿੱਖੀ ਦੇ ਗੁਰਦੁਆਰੇ ਤੇ ਲਾਊਡ ਸਪੀਕਰ ਹੁਣ ਇਸ ਕੰਮ ਲਈ ਹੋਣਗੇ ਕਿ ਉੱਥੇ ਦਲਿਤ ਭਾਈਚਾਰੇ ਦੇ ਨਾਲ ਤੁਸੀਂ ਵਿਤਕਰੇ ਕਰਨੇ ਆ, ਉਹਨਾਂ ਨੂੰ ਧਮਕੀਆਂ ਦੇਣੀਆਂ, ਉਹਨਾਂ ਦੇ ਬਾਈਕਾਟ ਕਰਨੇ ਆ। ਮੈਨੂੰ ਇਹ ਚੰਗੀ ਗੱਲ ਇਸ ਵੇਲੇ ਜਿਹੜੀ ਸਭ ਤੋਂ ਇਹ ਲੱਗ ਰਹੀ ਹੈ ਕਿ ਮੋਦੀ ਜੀ ਦੇ ਸਿਰ ਨੂੰ ਵੀ ਇਸ ਗੱਲ ਦੀਆਂ ਅਸੀਸਾਂ ਦੇ ਦਿਓ ਕਿ ਉਹਨਾਂ ਨੇ ਇਹੋ ਜਿਹਾ ਘਵਾੜਾ ਸਾਰਿਆਂ ਵਿਰੋਧੀ ਚੁੱਕਿਆ ਕਿ ਸਾਰਿਆਂ ਨੂੰ ਨੇੜੇ ਲੈ ਦਿੱਤਾ। ਲਾਲਾ ਹੋ ਗਈ, ਉਹ ਬਚੋ ਹੋਏ, ਆ ਗਿਆ ਹੋਏ, ਮਾਰਤਾ ਹੋਏ, ਇਹ ਚਾਰੇ ਪਾਸੇ ਹਾਹਾਕਾਰ ਹੋ ਗਈ। ਇਸ ਵੇਲੇ ਜਿਹੜਾ ਕਿਸਾਨ ਅੰਦੋਲਨ ਪਿੰਡ ਦੇ ਵਿੱਚੋਂ ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਕਿਸਾਨਾਂ ਦੇ ਨਾਂ ਤੇ ਚੱਲਿਆ ਸੀਗਾ, ਜਿਉਂ ਹੀ ਉਹ ਦਿੱਲੀ ਦੇ ਸਿੰਘੂ ਔਰ ਟਿਕਰੀ ਬਾਰਡਰ ਤੇ ਬੈਠ ਗਏ, ਉਹ ਉਹਨਾਂ ਨੇ ਉਹ ਜਨ ਅੰਦੋਲਨ ਬਣ ਗਿਆ।
ਉਹ ਜਨ ਅੰਦੋਲਨ ਬਣ ਗਿਆ। ਜਨ ਅੰਦੋਲਨ ਦਾ ਮਤਲਬ ਉਹਦੇ ਵਿੱਚ ਕੀ ਖਿਡਾਰੀ, ਕੀ ਰਾਈਟਰ, ਕੀ ਨੌਜਵਾਨ, ਕੀ ਵਪਾਰੀ, ਆੜਤੀਏ, ਹੋਰ ਸਾਡੇ ਵਰਗੇ ਪ੍ਰੋਫੈਸਰ, ਸਟੂਡੈਂਟ ਸਾਰੇ ਐਨ ਕੁੱਦ ਪਏ। ਔਰ ਉੱਥੇ ਇੱਕ ਪਾਸੇ ਜਿਹੜਾ ਟਿਕਰੀ ਬਾਰਡਰ ਹੈ, ਉੱਥੇ ਤਕਰੀਬਨ 17 ਕਿਲੋਮੀਟਰ ਮੋਰਚਾਬੰਦੀ ਹੈ। 17 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਟਰਾਲੀਆਂ ਕੀ ਜਾਨੀ ਤੁਸੀਂ ਇੰਜ ਤੁਹਾਨੂੰ ਲੱਗਦਾ ਕਿ ਜਿਵੇਂ ਆਰਮੀ ਖੜੀ ਆ, ਬਖਤਰਬੰਦ ਗੱਡੀਆਂ ਖੜੀਆਂ, ਲਿਬਰੇਟਡ ਏਰੀਆ, ਝੰਡੇ ਉਂਝ ਹੀ ਲੱਗੇ ਆ ਐਨ, ਤੇ ਰੋਜ਼ ਸਟੇਜਾਂ ਸੱਜਦੀਆਂ, ਨਾਰੇ ਵੱਜ ਰਹੇ ਆ, ਸਾਰਾ ਗਾਜੇ ਵਾਜੇ ਸਾਰੇ। ਇਸੇ ਤਰੀਕੇ ਨਾਲ ਦੂਜੇ ਪਾਸੇ ਸਿੰਘੂ ਬਾਰਡਰ ਦੇ ਉੱਤੇ ਵੀ 9-10 ਕਿਲੋਮੀਟਰ ਲੰਬੀਆਂ ਬਖਤਰਬੰਦ ਗੱਡੀਆਂ ਖੜੀਆਂ, ਤੇ ਰੋਜ਼ ਜਲਸੇ, ਜਲੂਸ, ਮਜਾਰੇ, ਨਾਰੇ, ਪੋਸਟਰ, ਆਪਣੇ ਪੇਪਰ, ਟਰਾਲੀ ਟਾਈਮਸ ਪੇਪਰ ਨਿਕਲ ਆਏ, ਹੋਰ ਸਾਰਾ ਕੁਝ ਨਿਕਲ ਆਇਆ। ਹੁਣ ਜਦੋਂ ਇਸ ਕਿਸਮ ਦੀ ਵਿਪਤਾ ਪਈ ਕਿਸਾਨੀ ਤੇ, ਇਹ ਲੱਗਾ ਕਿ ਸਾਡੀਆਂ ਤੇ ਜ਼ਮੀਨਾਂ ਚੱਲੀਆਂ, ਪਿੰਡ ਤੇ ਉਜੜਨ ਲੱਗੇ। ਤੇ ਕਿਸਾਨੀ ਨੇ, ਖਾਸ ਕਰ ਜੱਟ ਸਮੁਦਾਇ ਨੇ ਜਦੋਂ ਲੀਡ ਲਈ, ਤੇ ਉਹਨਾਂ ਨੂੰ ਫੱਟ ਦੇਣੀ ਸਮਝ ਪੈ ਗਈ ਕਿ ਓਹੋ, ਸਾਨੂੰ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਅੱਜ ਦੀ ਤਰੀਕ ਦੇ ਵਿੱਚ ਇਹ ਦੋਹੇ ਜਗ੍ਹਾ ਦੇ ਵਿੱਚ, ਭਾਵੇਂ ਦੇਖੋ ਸੜਕ ਦੇ ਉੱਤੇ ਇੱਕ ਦਿਨ ਬੈਠਣਾ, ਸਾਨੂੰ 2 ਘੰਟੇ ਬੱਸ ਵਾਧੂ ਡੀਕਣੀ ਪੈ ਜਾਣਾ, ਸਾਨੂੰ ਨਾਨੀ ਚੇਤੇ ਆ ਜਾਂਦੀ ਹੈ। ਪਰ ਉੱਥੇ ਉਹ ਇੰਨੇ ਮਹੀਨਿਆਂ ਤੋਂ, ਹੁਣ 5 ਮਹੀਨੇ ਹੋ ਗਏ ਆ, ਇੰਨੇ ਮਹੀਨਿਆਂ ਤੋਂ ਉੱਥੇ ਬੈਠੇ ਆ, ਉਹ ਸੀ ਨਹੀਂ ਕਰਦੇ, ਹੈ ਨਾ। ਸਾਰੀ ਸਰਦੀ, ਹੁਣ ਗਰਮੀ ਆ ਗਈ ਆ, ਗਰਮੀਆਂ ਲਈ ਉਹਨਾਂ ਨੇ ਆਪਣੇ ਆਪ ਨੂੰ ਐਕਲੀਮੇਟਾਈਜ਼ ਕਰਕੇ ਨਵੀਆਂ ਸਿਰਕੀਆਂ, ਹੋਰ ਮੱਛਰਦਾਨੀਆਂ, ਲੋਕ ਵੀ ਬੜੇ, ਤੁਹਾਡੇ ਕਈ NRI ਵੀਰ ਵੀ ਵੱਡੀ ਗਿਣਤੀ 'ਚ, ਇੱਥੇ ਦੇ ਵੀ ਬੜੇ ਦਿਆਲੂ ਲੋਕ, ਅਸੀਂ ਸਾਰੇ ਰਲ ਮਿਲ ਕੇ ਲੱਗੇ ਹੋਏ ਆ। ਉੱਥੇ ਉਹਦਾ ਬਿਲਕੁਲ ਰੈਨੋਵੇਸ਼ਨ ਕਰਤੀ ਆ, ਗਰਮੀਆਂ ਲਈ ਤਿਆਰੀ ਜਿਹੜੀ ਆ ਹੋ ਗਈ ਹੈ। ਪਰ ਤੁਹਾਨੂੰ ਮੈਂ ਇੱਕੋ ਗੱਲ ਕਹਿਣਾ ਕਿ ਜਿਹੜਾ ਕਿਤੇ ਗੁਰੂ ਰਵਿਦਾਸ ਜੀ ਨੇ ਬੇਗਮਪੁਰਾ ਸ਼ਹਿਰ ਦਾ ਨਾਮ, ਇਹ ਜਿਹੜਾ ਉਹਨਾਂ ਨੇ ਗੁਰਬਾਣੀ 'ਚ ਲਿਖਾਇਆ ਸੀ, ਤੇ ਉੱਥੇ ਸਾਰਿਆਂ ਨੂੰ ਅੰਨ ਮਿਲੇ, ਕਿਸੇ ਨੂੰ ਭੁੱਖ ਨੰਗ ਨਾ ਹੋਵੇ, ਉਹ ਇਹਨਾਂ ਦੋਹਾਂ ਹੀ ਸ਼ਹਿਰਾਂ 'ਚ, ਉਹਨੂੰ ਤੁਸੀਂ ਦੋਹਾਂ ਜਗ੍ਹਾ ਨੂੰ ਘੱਟੋ ਘੱਟ ਬੇਗਮਪੁਰਾ ਕਹਿ ਸਕਦੇ। ਲੰਗਰ ਤਾਂ ਹੈ ਹੀ, ਹਰ ਚੀਜ਼ ਦਾ ਲੰਗਰ, ਜਾਨੀ ਟੁੱਥ ਬਰਸ਼ ਤੋਂ ਲੈ ਕੇ, ਚੱਪਲਾਂ ਤੋਂ ਲੈ ਕੇ, ਤੁਹਾਡਾ ਸਾਰੇ ਸਿਆਲ 'ਚ ਜਿਹੜੀਆਂ ਰਜਾਈਆਂ, ਕੰਬਲ ਸਾਰਾ ਸੀਗਾ, ਉਹਦਾ ਲੈ ਕੇ, ਪਾਣੀ ਤੇ ਸਾਰਾ ਤੇ ਹੈ ਹੀ ਹੈ। ਜਾਨੀ ਸਭ ਤੋਂ ਹੈਰਾਨੀ ਦੀ ਮੈਨੂੰ ਬੜੀ ਚੰਗੀ ਗੱਲ ਲੱਗੀ, ਇੱਕ ਨੇ ਫਲੈਕਸ ਬਾਹਰ ਲਾਈ ਸੀਗੀ, ਕਹਿੰਦਾ ਇੱਥੇ ਜ਼ਖਮੀ ਜੁੱਤਿਆਂ ਨੂੰ ਠੀਕ ਕਰਨ ਦਾ ਹਸਪਤਾਲ। ਜਾਨੀ ਜਿਹੜੇ ਜੁੱਤੇ, ਕੋਈ ਕੌਬਲਰ ਸੀਗਾ, ਤੇ ਉਹਨੇ ਲਿਖਿਆ ਕਿ ਆਪਾਂ ਵੀ ਆਪਣੇ ਆਪ ਨੂੰ ਥੋੜਾ ਜਿਹਾ ਲਿਬਰੇਟ ਹੁੰਨੇ ਆ, ਤੇ ਬਾਹਰ ਆਪਣਾ ਨਾਂ ਲਾ ਕੇ, ਉਹ ਪੜ੍ਹਿਆ ਲਿਖਿਆ, ਮੈਨੂੰ ਬਾਅਦ ਚ ਪਤਾ ਲੱਗਾ ਕਿ ਡਾਕਟਰ ਫਲਾਨਾ ਰਾਮ, ਵੀ ਇਹਦੇ ਚ ਜਿਹੜੇ ਜੁੱਤੀਆਂ ਨੂੰ ਗਾਂਢੇ ਲਾਉਣਗੇ, ਜ਼ਖਮੀ ਜੁੱਤੀਆਂ ਨੂੰ, ਇਸ ਹਸਪਤਾਲ ਦੇ ਵਿੱਚ ਉਹ 4 ਡਾਕਟਰ ਹੈਗੇ ਆ ਜਿਹੜੇ ਵਾਰੋ ਵਾਰੀ ਕੰਮ ਕਰਨਗੇ। ਇਸ ਤਰ੍ਹਾਂ ਹੀ ਟੇਲਰ ਮਾਸਟਰ, ਮੁਫਤ ਸੇਵਾ ਆਓ ਜੀ। ਇਸ ਤਰ੍ਹਾਂ ਹੀ ਮਸ਼ੀਨਾਂ ਲੱਗ ਗਈਆਂ, ਮੁਫਤ ਸੇਵਾ ਆਓ, ਤੁਹਾਡੇ ਕੱਪੜੇ ਧੋਣੇ ਆ। ਇਸੇ ਤਰੀਕੇ ਨਾਲ ਲਾਇਬ੍ਰੇਰੀਆਂ ਖੁੱਲ ਗਈਆਂ, ਬੱਚੇ ਪੜ੍ਹਾਉਣ ਲਈ, ਡਿਸਕਸ਼ਨਾਂ ਲਈ ਸਾਂਝੀ ਸੱਥ ਖੁੱਲ ਗਈ, ਜਿੱਥੇ ਰੋਜ਼ ਸ਼ਾਮ ਨੂੰ ਲੈਕਚਰ ਹੁੰਦੇ ਆ। ਕਿਤੇ ਤੁਹਾਨੂੰ ਐਡਾ ਵੱਡਾ ਨਜ਼ਾਰਾ, ਜਿੱਥੇ ਕਮਿਊਨਿਟੀ ਸਭ ਜਾਤਾਂ, ਧਰਮ ਤੇ ਹਰ ਫਿਰਕਾ ਤੇ ਭਾਸ਼ਾ ਭੁੱਲ ਕੇ, ਕਲਾਵੇ 'ਚ ਲੈ ਕੇ, ਇਹ ਨਜ਼ਾਰਾ ਦੇਖਣ ਨੂੰ ਨਹੀਂ ਮਿਲੂ। ਮੈਨੂੰ ਤਾਂ ਸਭ ਤੋਂ ਵੱਡਾ ਤੀਰਥ ਸਥਾਨ ਇਹ ਜਿਹੜੀ ਕਿਸਾਨਾਂ ਦੀ ਮੂਵਮੈਂਟ ਲੱਗਦੀ ਹੈ। ਮੈਂ ਹੁਣ ਤੱਕ 12 ਚੱਕਰ ਮਾਰ ਆਇਆ। ਪਹਿਲੇ ਦਿਨ ਵੀ ਅਸੀਂ ਗਏ ਸੀਗੇ, ਜਿੱਦਣ ਮਾਰ ਲਾਲਾ ਹੋ ਰਹੀ ਸੀ, ਪਾਣੀ ਦੀਆਂ ਵਿਛਾੜਾਂ ਹੋ ਰਹੀਆਂ ਸੀਗੀਆਂ, ਟੀਅਰ ਗੈਸ ਸ਼ੈੱਲ ਸਾਡੇ ਵੀ ਲੱਗੇ। ਸ਼ੰਭੂ ਬਾਰਡਰ ਦੇ ਉੱਤੇ ਟੀਅਰ ਗੈਸ ਸ਼ੈੱਲ ਵੱਜੇ ਤੇ ਨਹੀਂ, ਪਰ ਬਥੇਰਾ ਅੱਖਾਂ ਨੂੰ ਤੁਹਾਨੂੰ ਪਤਾ ਇਰੀਟੇਸ਼ਨ ਬਹੁਤ ਕਰਦੀ, ਮੇਰਾ ਤੇ ਸਾਹ ਹੀ ਰੁਕ ਚੱਲਿਆ ਸੀ। ਅਗਲੇ ਦਿਨ ਫਿਰ ਅਸੀਂ ਉੱਥੇ ਪਹੁੰਚੇ, ਤਾਂ ਉੱਥੇ ਤੇ ਸਿੱਧਾ ਹੀ ਮੇਰੇ ਇੱਥੇ ਵੱਜਾ। ਕਾਫੀ ਦਿਨ, 7 ਕੁ ਦਿਨ ਉਹ ਜ਼ਖਮ ਰਹੇ, ਫਿਰ ਉਹ ਠੀਕ ਹੋ ਗਏ। ਉਹ ਸਾਡੇ ਲਈ, ਮੈਂ ਜਿਹੜੀ ਪੱਗ ਮੇਰੀ ਸੜ ਗਈ, ਉਧਰ ਉਹ ਅੱਗ ਲੱਗ ਗਈ ਸੀਗੀ, ਉਹਦੇ ਨਾਲ ਸ਼ੈੱਲ ਜਦੋਂ ਫਟਿਆ ਤੇ ਉਹਦੇ ਨਾਲ ਅੱਗ ਲੱਗ ਗਈ। ਉਹ ਮੈਂ ਐਜ ਏ ਸੋਵੇਨੀਰ ਰੱਖੀ ਹੋਈ ਆ ਕਿ ਚਲੋ ਦਿਖਾਇਆ ਕਰਾਂਗੇ ਕਿ ਇਸ ਤਰ੍ਹਾਂ ਲੜਾਈਆਂ ਕਰਨੀਆਂ ਜ਼ਰੂਰੀ ਹੈ। ਪਰ ਜੋ ਅਸੀਂ ਅਚੀਵ ਕਰ ਲਿਆ, ਇਹ ਪਹਿਲੀ ਵਾਰੀ ਹੈ ਕਿ ਸਮੁੱਚੇ ਦੇਸ਼ ਤੇ ਵਿਦੇਸ਼ਾਂ ਵਿੱਚ ਇਹ ਪਤਾ ਲੱਗਾ ਕਿ ਆ ਜਿਹੜੀ ਪੰਜਾਬੀਆਂ ਦੀ ਕਮਿਊਨਿਟੀ ਹੈਗੀ ਆ, ਖਾਸ ਕਰ ਜਿਹੜੇ ਸਿੱਖ ਅਸੂਲ ਸੀ, ਜਿਹੜੇ ਅੱਜ ਤੱਕ ਜਿਨ੍ਹਾਂ ਤੇ ਮਿੱਟੀ ਪੈ ਕੇ ਬਹੁਤ ਹੀ ਧੁੰਦਲੇ ਹੋ ਗਏ ਸੀ, ਤੇ ਆਪਣੀ ਰੂਟ ਨੂੰ ਭੁੱਲ ਕੇ ਕਿਸੇ ਹੋਰ ਹੀ ਪਾਸੇ ਰਾਜਨੀਤੀ ਤੇ ਧਾਰਮਿਕ ਪ੍ਰਚਾਰ ਕਿਤੇ ਹੋਰ ਹੀ ਜਾ ਕੇ ਟਿਕ ਗਿਆ ਸੀ। ਕਿਸਾਨਾਂ ਦੀ ਇਸ ਮੂਵਮੈਂਟ ਨੇ ਉਹਨੂੰ ਲਿਆ ਕੇ ਐਨ ਸਾਡੇ ਅੱਖਾਂ ਦੇ ਸਾਹਮਣੇ ਉਜਾਗਰ ਕਰਤਾ, ਜੀਵਤ ਕਰਤਾ। ਉਸ ਨੂੰ ਦੁਬਾਰਾ ਇੱਕ ਨਵੀਂ ਰੂਹ ਫੂਕਤੀ, ਉਹਦੇ ਚ ਨਵੀਂ ਜਾਨ ਆ ਗਈ।
ਇਸੇ ਕਰਕੇ ਤੁਸੀਂ ਦੇਖੋ ਕਿ ਜਿਹੜੇ ਸਾਡੇ ਅਲੱਗ-ਅਲੱਗ ਕਿਸਮ ਦੇ ਦਿੱਲੀ ਦੇ ਮੁਸਲਿਮ ਭਾਈਚਾਰਾ, ਮਲੇਰਕੋਟਲੇ ਵਾਲਾ ਭਾਈਚਾਰਾ ਰੋਜ਼ ਮਿੱਠਾ ਸੋਹਣਾ ਜਰਦਾ ਡੂਨਿਆਂ 'ਚ ਭਰ ਕੇ ਸਾਰਿਆਂ ਨੂੰ ਦਿੰਦੇ ਆ। ਉੱਥੇ ਕਿਸੇ ਨੂੰ ਕੋਈ ਇਹੋ ਜਿਹਾ ਨਹੀਂ ਹੈਗਾ। ਕੋਈ ਉੱਥੇ ਤੁਹਾਡੇ ਲਿਆ ਰਿਹਾ ਕਿ ਕਿਵੇਂ ਚਾਰਜਰ ਚਾਹੀਦੇ ਆ, ਉਹਦਾ ਸਟੈਂਡ, ਕੋਈ ਕੁਛ ਜਾਣੀ ਮੈਂ ਉਹਦਾ ਸਾਰੀਆਂ ਚੀਜ਼ਾਂ ਦਾ ਨਾਂ ਨਹੀਂ ਲੈ ਸਕਦਾ ਜੋ ਸਾਰੇ ਭਾਈਚਾਰੇ। ਪਰ ਮੈਨੂੰ ਸਭ ਤੋਂ ਚੰਗੀ ਗੱਲ, ਮੈਂ ਤੁਹਾਨੂੰ ਜਾਤ ਦੇ ਨਾਂ ਤੇ ਕਿੰਨਾ ਧਰਮਾਂ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹਦੇ ਵਿਖਿਆਨ 'ਚ ਸਾਡੇ ਇਹ ਕਿਉਂ ਜਾਤ ਇੰਨੀ ਪਕੜ ਮਾਰੀ ਹੋਈ ਆ, ਉਹਦੇ ਸਨਮੁਖ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਕੁ ਵੀ ਮੈਨੂੰ ਪਤਾ ਸੀਗਾ। ਤੇ ਮੈਂ ਸਾਰੀਆਂ ਗੱਲਾਂ ਤੋਂ ਕਨਕਲੂਡ ਮੈਂ ਇਸੇ ਗੱਲ ਨਾਲ ਕਰੂੰਗਾ ਕਿ ਜੇ ਜੋ ਮੈਸੇਜ ਇੱਥੋਂ ਅਸੀਂ ਦਿੱਤਾ ਹੈਗਾ ਸਿੰਘੂ ਟਿੱਕਰੀ ਬਾਰਡਰ ਜਾਂ ਗਾਜ਼ੀਪੁਰ ਬਾਰਡਰ ਤੋਂ, ਕਿ ਸੱਭੇ ਸਾਂਝੀਵਾਲਤਾ ਦਾ ਜਿਹੜਾ ਅਸੂਲ, ਕੋਈ ਨਾ ਦਿਸੇ ਬਾਹਰਾ ਜੀਓ, ਉਹ ਜਿਹੜਾ ਅਸੂਲ ਉੱਥੇ ਐਨ ਪ੍ਰਚਲਿਤ ਤੁਸੀਂ ਹੰਢਾ ਸਕਦੇ ਆ, ਦੇਖ ਸਕਦੇ ਆ, ਰਹਿ ਸਕਦੇ ਆ। ਤੇ ਸਾਰੇ ਜਿਹੜੇ ਆ ਇੱਕ ਜਿਹੜੀ ਬਿਲਕੁਲ ਵਿਲੱਖਣਤਾ ਨੂੰ ਅਹਿਸਾਸ ਹੋਊਗਾ ਜਾ ਕੇ, ਕਿ ਸਾਰੀ ਦੁਨੀਆ 'ਚ ਆਦਮੀ ਹਲਕਾਇਆ ਫਿਰਦਾ, ਆ ਮੇਰੀ ਕੋਠੀ, ਆ ਮੇਰੀ ਕਾਰ, ਆ ਮੇਰਾ ਬਿਜ਼ਨਸ, ਆ ਮੇਰਾ ਪੈਸਾ, ਆ ਮੇਰਾ ਬੈਂਕ ਅਕਾਊਂਟ, ਆ ਮੇਰਾ 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 ਕਰਦਾ ਫਿਰਦਾ। ਉੱਥੇ ਬਿਲਕੁਲ ਬੰਦੇ ਦੀ ਕਾਇਆ ਪਲਟ ਜਾਂਦੀ। ਉਹ ਕਹਿੰਦਾ ਆ ਵੀ ਤੇਰਾ, ਆ ਵੀ ਤੇਰਾ, ਆ ਵੀ ਤੇਰਾ। ਜਾਣੀ ਇੱਕ ਛੋਟੀ ਗੱਲ ਨਹੀਂ ਹੈ। ਇਸੇ ਕਰਕੇ ਮੈਂ ਕਹਿਣਾ ਕਿ ਉਸ ਨੂੰ ਆਪਾਂ ਕੱਲਾ ਬੇਗਮਪੁਰਾ ਨਾ ਸ਼ਹਿਰ ਦੇ ਨਾਂ ਤੇ ਨਾ ਸੀਮਿਤ ਕਰ ਦਈਏ। ਮੈਂ ਬਹੁਤ ਆਪਣੇ ਵੀਰਾਂ ਨੂੰ ਕਿਹਾ ਕਿ ਉੱਥੇ ਇੱਕ ਕਿਸਾਨ ਯੂਨੀਵਰਸਿਟੀ ਖੁੱਲੀ ਹੈ, ਤੁਸੀਂ ਜਾਓ, ਉੱਥੋਂ ਜਾ ਕੇ ਇੱਕ ਮਾਨਵਵਾਦੀ ਡਿਗਰੀ, ਮਾਨਵਤਾ ਕੀ ਹੁੰਦੀ ਹੈ, ਸੱਭੇ ਸਾਂਝੀਵਾਲਤਾ ਕੀ ਹੁੰਦੀ ਹੈ, ਕਮਿਊਨਿਟੀ ਲਈ ਨਿੱਜ ਤੋਂ ਉੱਪਰ ਉੱਠ ਕੇ ਤਿਆਗ ਕੀ ਹੁੰਦਾ ਆ, ਔਰ ਉਹਦੇ ਲਈ ਕੋਈ ਜਿਤਾਉਣਾ ਨਹੀਂ, ਕੋਈ ਕਿਸੇ ਕਿਸਮ ਦੀ ਉਮੀਦ ਨਹੀਂ ਕਿ ਮੈਨੂੰ ਕੁਝ ਮਿਲੇ। ਇਹ ਜਿਹੜਾ ਸਾਰਾ ਉੱਥੇ ਵੇਖਣ ਨੂੰ ਮਿਲਦਾ, ਉਹ ਮੈਨੂੰ ਲੱਗਦਾ ਕਿ ਘੱਟੋ ਘੱਟ ਇਸ ਕਿਸਾਨ ਮੂਵਮੈਂਟ ਨੇ ਉਸ ਨੂੰ, ਉਹ ਬੰਧਨ ਨੂੰ, ਉਹ ਜਾਤੀ ਨੂੰ ਹਾਲ ਦੀ ਘੜੀ ਤੇ ਜ਼ਰੂਰ ਤੋੜਿਆ। ਮੈਨੂੰ ਬਹੁਤ ਸਾਰੇ ਬੰਦੇ ਸਵਾਲ ਕਰਦੇ ਆ ਕਿ ਜਦੋਂ ਇਹ ਮੂਵਮੈਂਟ ਖਤਮ ਹੋ ਜੂਗੀ, ਜਦੋਂ ਪਿੰਡਾਂ 'ਚ ਲੋਕ ਵਾਪਸ ਆਉਣਗੇ, ਤੇ ਕੀ ਫਿਰ ਉਹ ਜਾਰੀ ਰਹੂਗਾ? ਮੈਨੂੰ ਨਹੀਂ ਲੱਗਦਾ ਕਿ ਇਹ ਟੁੱਟੂਗਾ, ਕਿਉਂਕਿ ਉਹਦੇ ਬਹੁਤ ਡੀਪ ਸੀਟਡ ਸੋਸ਼ਲ, ਕਲਚਰਲ ਤੇ ਸਟਰਕਚਰਲ ਰੀਜ਼ਨਸ ਹੈਗੇ ਆ। ਜ਼ਮੀਨਾਂ ਦੇ ਉੱਤੇ ਕਬਜ਼ੇ ਕਿਸਾਨਾਂ ਦੇ ਆ, ਕੁਦਰਤੀ ਹੈ। ਮਜ਼ਦੂਰਾਂ ਕੋਲ 37% ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਦਲਿਤ ਭਾਈਚਾਰਾ 37%, 3000 ਤੋਂ ਉੱਪਰ ਪਿੰਡਾਂ 'ਚ ਤੇ ਉਹ 40% ਤੋਂ ਵੀ ਉੱਪਰ ਹੈਗੇ ਆ। ਜਦੋਂ ਇੰਨੀ ਵੱਡੀ ਗਿਣਤੀ ਹੈ 37%, ਤਾਂ ਇਹਨਾਂ ਹਾਲਾਤਾਂ 'ਚ ਮੇਰਾ ਇੱਕੋ ਹੀ ਗੱਲ ਕਹਿਣੀ ਹੈ ਕਿ ਉਹਨਾਂ ਕੋਲ ਜ਼ਮੀਨ ਜਿਹੜੀ ਹੈ ਸਿਰਫ 3-2.5% ਆਪਰੇਸ਼ਨਲ ਹੋਲਡਿੰਗ ਆ। ਜਦੋਂ ਵਖਰੇਵੇਂ ਇੰਨੇ ਜ਼ਿਆਦਾ ਰਹਿਣਗੇ, ਜਾਨੀ ਜਿਹੜਾ ਮਟੀਰੀਅਲ ਹਾਲਾਤਾਂ ਦੇ ਸਟਰਕਚਰਲ ਕੰਸਟ੍ਰੇਂਟ ਜਦ ਤੱਕ ਅਸੀਂ ਤੋੜਾਂਗੇ ਨਹੀਂ, ਉਹ ਐਟੀਟਿਊਡ ਕੁਛ ਦੇਰ ਤੇ ਰਹੂਗਾ ਕਿ ਨਹੀਂ ਯਾਰ ਆਪਣੇ ਭਾਈ ਹੈ, ਕੋਈ ਨਹੀਂ, ਆਪਾਂ ਇਹਨਾਂ ਨੂੰ ਤੰਗ ਨਹੀਂ ਕਰਨਾ। ਪਰ ਉਹ ਫਿਰ ਵਾਪਸ ਉਹਦੀ ਟੈਂਡੈਂਸੀ ਵਾਪਸ ਉਸੇ ਹੀ ਆਪੋ ਆਪਣੇ ਹਿੱਤਾਂ ਦੇ ਹੱਕ ਵਿੱਚ, ਐਮਪਲਾਇਰ ਨੂੰ ਹੋਊ ਸਸਤੀ ਲੇਬਰ ਮਿਲੇ, ਮਜ਼ਦੂਰ ਨੂੰ ਹੋਊਗਾ ਕਿ ਮੈਨੂੰ ਜ਼ਿਆਦਾ ਵੇਜ ਮਿਲੇ, ਉੱਥੇ ਰਿਕਵਾਇਲ ਕਰ ਜੂਗੀ ਦੁਬਾਰਾ, ਜਦ ਤੱਕ ਉਸਦੇ ਸਟਰਕਚਰਲ ਆਧਾਰ ਤੇ ਚੋਟ ਨਹੀਂ ਮਾਰੀ ਜਾਂਦੀ। ਤੇ ਮੇਰਾ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਕਹਿਣਾ ਕਿ ਜੋ ਵੀ ਗੇਨ ਸਾਨੂੰ ਮਿਲੇ ਆ, ਵੈਸੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਫੁੱਟਨੋਟ ਦੇ ਤੌਰ ਤੇ ਜ਼ਰੂਰ ਦੱਸ ਦਿੰਦਾ ਕਿ ਇਸ ਵੇਲੇ RSS ਤੇ ਖਾਸ ਕਰ BJP, ਇਹ ਦੋਵੇਂ ਮਿਲ ਕੇ ਪੰਜਾਬ ਦੇ ਅੰਦਰ ਜੱਟ ਵਰਸਸ ਦਲਿਤ ਭਾਈਚਾਰੇ ਲਈ ਪੂਰੀ ਮੁਹਿੰਮ ਛੇੜੀ ਹੋਈ ਹੈ। ਉਧਰੋਂ ਸੁਖਬੀਰ ਬਾਦਲ ਉਹਨਾਂ ਨੇ ਕਹਿਤਾ ਕਿ ਉਪ ਮੁੱਖ ਮੰਤਰੀ ਦਲਿਤ ਹੋਊਗਾ ਜੀ, ਉਧਰੋਂ BJP ਕਹਿ ਰਹੀ ਹੈ ਕਿ ਮੁੱਖ ਮੰਤਰੀ ਦਲਿਤ ਹੋਊਗਾ ਜੀ। ਜਾਣੀ ਉਹਨਾਂ ਨੂੰ ਇਹ ਲੱਗਦਾ, ਇਹਨਾਂ ਪਾਰਟੀਆਂ ਨੂੰ, ਖਾਸ ਕਰ BJP ਨੂੰ, ਕਿ ਕਿਸਾਨ ਤੇ ਸਾਡੇ ਹੱਥੋਂ ਗਏ, ਉਹਨਾਂ ਤੇ ਵੋਟ ਪਾਉਣੀ ਨਹੀਂ। ਘੱਟੋ ਘੱਟ ਆ ਜਿਹੜੇ ਪਿੰਡਾਂ 'ਚ 37% ਬੈਠੇ ਆ, ਜਾਂ ਓਵਰਆਲ ਪੰਜਾਬ ਦੇ ਵਿੱਚ 32% ਆ, ਇਹਨਾਂ ਨੂੰ ਅਟੇਰ ਕੇ ਪਾੜਾ ਪਾਤਾ ਜਾਏ। ਤੇ ਇੱਕ ਪਾਸੇ ਜਿੱਥੇ ਕਿਸਾਨ ਵੀਰ ਜਾਤੀ ਦੀ ਜ਼ਹਿਰ ਨੂੰ ਖਤਮ ਕਰਕੇ ਉਹਨਾਂ ਨੂੰ ਨੇੜੇ ਲਿਆ ਰਹੇ ਆ, ਔਰ ਆਪਣੇ ਇਸ ਭਿੰਨ ਭੇਦ ਨੂੰ ਖਤਮ ਕਰਕੇ ਇੱਕ ਪਿਆਰ ਦਾ, ਸਦਭਾਵਨਾ ਦਾ, ਸਹਿਚਾਰ ਦਾ, ਕੋਆਪਰੇਸ਼ਨ ਦਾ ਮੈਸੇਜ ਦੇ ਰਿਹਾ। ਇਹ ਲੋਕਾਂ ਨੂੰ ਇੱਥੇ ਤੋੜਨ ਦਾ, ਜਾਤੀਗਤ ਫਰਕ ਪਾਉਣ ਦਾ, ਆਪਸ ਵਿੱਚ ਜ਼ਹਿਰ ਭਰਨ ਦਾ
ਸਮੁਦਾਇ ਦੀ ਵੀ, ਧਰਮ ਦੇ ਨਾਂ ਤੇ ਵੀ, ਜਾਤਾਂ ਦੇ ਨਾਂ ਤੇ ਪੂਰੀ ਐਨ ਜ਼ਬਰਦਸਤ ਢੰਗ ਦੇ ਨਾਲ ਲੱਗੇ ਹੋਏ ਆ। ਰੱਬ ਸਵੱਲੀ ਨਿਗਾਹ ਰੱਖੇ ਪੰਜਾਬ ਤੇ। ਇਹੋ ਜਿਹੀਆਂ ਉਹਨਾਂ ਦੀਆਂ ਪਾਲਿਸੀ ਜਾਂ ਰਾਜਨੀਤੀ ਸਾਡੀ ਧਰਤੀ ਤੇ ਨਾ ਹੀ ਕਾਮਯਾਬ ਹੋਵੇ ਤੇ ਚੰਗਾ, ਪਰ ਨਹੀਂ ਤੇ ਇਹ ਚੁਣੌਤੀ ਜਿਹੜੀ ਆ ਸਾਡੀ ਸਿੱਖੀ ਲਈ ਵੀ ਤੇ ਪੰਜਾਬੀਅਤ ਲਈ ਵੀ ਤੇ ਸਮੁੱਚੀ ਜਿਹੜੀ ਵਰਕਿੰਗ ਕਲਾਸ ਆ ਉਹਦੇ ਲਈ ਵੱਡੀ ਚੁਣੌਤੀ ਆਉਣ ਵਾਲੇ ਸਮੇਂ 'ਚ ਹੋ ਸਕਦੀ ਆ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬੜੇ ਵਿਸਤਾਰ 'ਚ ਜਿਹੜਾ ਵਿਸ਼ਾ ਤੁਹਾਨੂੰ ਦਿੱਤਾ ਗਿਆ ਜੀ ਉਹਦੇ ਬਾਰੇ ਤੁਸੀਂ ਗੱਲਬਾਤ ਕੀਤੀ। ਇਹ ਕਾਸਟ ਦਾ ਜਿਹੜਾ ਕੁਐਸਚਨ ਹੈ ਵੀ ਬੜਾ ਸਿਸਟੈਮਿਕ ਆ, ਜਿਵੇਂ ਤੁਸੀਂ ਕਿਹਾ ਕਿ ਕਿੱਦਾਂ ਸਿਸਟਮ ਦੇ ਵਿੱਚ ਜਿਹੜਾ ਸਿਸਟਮ ਇਹਦਾ ਪਾਰਟ ਆ। ਤੋ ਤੁਸੀਂ ਬੜੀ ਵਿਸਥਾਰ 'ਚ ਗੱਲ ਕੀਤੀ। ਅਸੀਂ ਹੁਣ ਬੇਨਤੀ ਕਰਾਂਗੇ ਜਿੰਨੇ ਵੀ ਸਾਡੇ ਪਾਰਟਿਸਪੈਂਟਸ ਆ ਕੇ ਕੋਈ ਤੁਹਾਡਾ ਕੁਐਸਚਨ ਆ ਤੇ ਤੁਸੀਂ ਡਾਕਟਰ ਸਾਹਿਬ ਨੂੰ ਪੁੱਛ ਸਕਦੇ, ਜਿਹੜੀ ਕੋਈ ਤੁਹਾਨੂੰ ਲੱਗਦਾ ਕੋਈ ਗੱਲ ਰਹਿ ਗਈ ਜਾਂ ਕੋਈ ਜਿਹੜੀ ਉਹਨਾਂ ਨੇ ਕੀਤੀ ਤੁਸੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ। ਤੁਸੀਂ ਜਿਵੇਂ ਤੁਹਾਡੇ ਆਪਣੇ ਇੱਕ ਸੈਟਿੰਗਸ ਤੇ ਜਾਓ ਤੇ ਉੱਥੇ ਇੱਕ ਹੈਂਡ ਰੇਜ਼ ਆ, ਜੇ ਤੁਸੀਂ ਉਹ ਕਰੋਗੇ ਮੈਨੂੰ ਪਤਾ ਲੱਗ ਜੂ, ਕਿਉਂਕਿ ਮੇਰੇ ਕੋਲ ਕੰਪਿਊਟਰ ਤੇ 2 ਸਕਰੀਨਸ ਖੁੱਲੀਆਂ ਹੋਈਆਂ ਜੇ ਤੁਹਾਡਾ ਹੱਥ ਨਾ ਦਿਸੇ। ਦੂਸਰਾ ਇਹ ਆ ਕਿ ਸਵਾਲ ਮੈਂ ਸੋਚਦਾ ਕਿ ਪਹਿਲਾਂ ਆਪਾਂ ਜਿਹਦੇ ਵੀ ਫਸਟ ਕੁਐਸਚਨ ਹੋਇਆ ਉਹ ਕਰਕੇ ਫਿਰ ਸੈਕੰਡ ਰਾਉਂਡ ਵੱਲ ਆਵਾਂਗੇ। ਜੇ ਤੁਹਾਡਾ ਕਮੈਂਟ ਵੀ ਆ ਤੇ ਥੋੜਾ ਬਰੀਫ ਰੱਖਿਓ, ਤੇ ਜਿਨ੍ਹਾਂ ਦੇ ਵੀ ਸਵਾਲ ਆ ਜੀ ਸਾਨੂੰ ਦੱਸ ਸਕਦੇ, ਮੈਂ ਨਾਲ ਨਾਲ ਕੋਸ਼ਿਸ਼ ਕਰੂੰਗਾ ਨੋਟ ਕਰਨ ਦੀ। ਹਾਂਜੀ ਝੰਡ ਸਾਹਿਬ। ਹਾਂਜੀ ਪਰ ਸਾਹਿਬ ਨੇ ਬਹੁਤ ਵਿਸਥਾਰ ਸਹਿਤ ਬਿਆਨ ਕੀਤਾ ਹੈਗਾ ਕਿ ਅੱਜ ਕੱਲ ਕੀ ਪੋਜੀਸ਼ਨ ਹੈਗੀ ਆ। ਜਿਹੜਾ ਡਾਕਟਰ ਅੰਬੇਦਕਰ ਹੋਣਾ ਦਾ ਸੁਪਨਾ ਸੀਗਾ ਉਹ ਅਧੂਰਾ ਹੀ ਚੱਲ ਰਿਹਾ ਹੈਗਾ। ਕੋਈ ਜਾਤ ਪਾਤ ਉਸੇ ਤਰ੍ਹਾਂ ਚੱਲ ਰਹੀ, ਸਭ ਕੁਝ ਚੱਲ ਰਿਹਾ। ਮੈਂ ਸਿਰਫ ਇੱਕ ਗੱਲ ਦੇ ਉੱਤੇ ਇਹਨਾਂ ਨੂੰ ਪੁੱਛਣਾ ਚਾਹਾਂਗਾ ਪਰ ਸਾਹਿਬ ਨੂੰ ਕਿ ਲੇਬਰ ਲਾਜ਼ ਦੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈਗੀ ਆ, ਜਿਹੜੀ ਕਿ ਹੁਣ ਪ੍ਰਾਈਵੇਟਾਈਜੇਸ਼ਨ ਜਿਹੜੀ ਬੜੇ ਜ਼ੋਰਾਂ 'ਚ ਚੱਲ ਰਹੀ ਹੈ, ਉਹਦੇ ਵਿੱਚ ਲੇਬਰ ਲਾਜ਼ ਦੀਆਂ ਧੱਜੀਆਂ ਉੱਡ ਰਹੀਆਂ ਹੈਗੀਆਂ। 8 ਘੰਟਿਆਂ ਦੀ ਦਿਹਾੜੀ ਜਿਹੜੀ ਆ ਉਹ 12 ਘੰਟਿਆਂ 14 ਘੰਟਿਆਂ ਵੱਲ ਨੂੰ ਵੱਧ ਰਹੀ ਹੈਗੀ ਆ, ਔਰ ਉਹਦੇ ਵਿੱਚ ਓਵਰ ਟਾਈਮ ਨਾਂ ਦੀ ਵੀ ਕੋਈ ਗੱਲ ਨਹੀਂ ਹੈਗੀ। ਕਿ ਪਹਿਲਾਂ ਜਿਹੜੇ ਨਿਯਮ ਹੈਗੇ ਸੀ 8 ਘੰਟਿਆਂ ਤੋਂ ਵੱਧ ਜੇ ਲਾਏ ਤੇ ਤੁਸੀਂ ਓਵਰ ਟਾਈਮ ਦਾ ਡਬਲ ਦੇਣਾ ਪਏਗਾ, ਉਹੋ ਜੀ ਹੁਣ ਕੋਈ ਗੱਲ ਨਹੀਂ ਗੀ ਹੈਗੀ। ਤੇ ਇਹਦੇ ਵਾਸਤੇ ਜਿਹੜਾ ਮਜ਼ਦੂਰ ਵਰਗ ਜਿਹੜਾ ਹੈਗਾ, ਖਾਸ ਤੌਰ ਤੇ ਲੇਬਰ ਜਿਹੜੀ ਫੈਕਟਰੀਆਂ 'ਚ ਜਾਂ ਹੋਰ ਸੰਸਥਾਵਾਂ ਦੇ ਵਿੱਚ ਜਿਹੜੀ ਆ ਕਈਆਂ ਥਾਵਾਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਰਗੇਨਾਈਜ਼ਡ ਹੈਗੀ ਆ, ਉਹ ਆਰਗੇਨਾਈਜ਼ਡ ਲੇਬਰ ਜਿਹੜੀ ਆ ਯੂਨੀਅਨ ਜਿਹੜੀਆਂ ਹੈਗੀਆਂ ਉਹ ਦਿਹਾੜੀ ਇਸ ਵਧਾਉਣ ਬਾਰੇ ਜਿਹੜਾ ਵੀ 12 ਘੰਟੇ 14 ਘੰਟੇ ਵਾਲੀ, ਇਹਦੇ ਵਾਸਤੇ ਕੀ ਕਦਮ ਚੁੱਕੇ ਜਾ ਰਿਹਾ, ਇਹਦੇ ਵਾਸਤੇ ਪਲੀਜ਼ ਕੁਝ ਰੋਸ਼ਨੀ ਪਾਈ ਜਾਵੇ। ਹੁੰਦਰ ਸਾਹਿਬ ਮੈਂ ਹੁਣੇ ਜਵਾਬ ਦੇ ਦਿਆਂ। ਦੇਖਦੇ ਜੀ ਕੋਈ ਹੋਰ ਸਵਾਲ ਹੋਵੇ ਤੇ ਨਹੀਂ, ਨਾਲੋਂ ਨਾਲ ਥੋੜੇ ਮੈਂ ਫਟਾਫਟ ਕਰੀ ਜਾਂਦੇ ਆ। ਠੀਕ ਆ ਜੀ। ਹਾਂ, ਮੈਂ ਇਹ ਬੇਨਤੀ ਕਰਾਂ ਕਿ ਦੇਖੋ ਮੈਂ ਲੁਧਿਆਣੇ ਦੀ ਟ੍ਰੇਡ ਯੂਨੀਅਨ ਤੇ PhD ਕੀਤੀ ਸੀਗੀ ਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਆ ਕਿ ਸਾਡੇ ਜਿਹੜੇ ਇੰਡੀਆ ਦੇ ਵਿੱਚ ਅਜੇ ਵੀ ਅਨਆਰਗੇਨਾਈਜ਼ਡ ਜਿਹੜੀ ਲੇਬਰ ਆ ਉਹ ਤਕਰੀਬਨ 93-94% ਹੈ। 6-7% ਜਿਹੜੀ ਆਰਗੇਨਾਈਜ਼ਡ ਹੈ, ਜਿੱਥੇ ਕੋਈ ਲੇਬਰ ਲਾਜ਼ ਲੱਗਦੇ, ਬਾਕੀ ਕੋਈ ਲੇਬਰ ਲਾਜ਼ ਅਜੇ ਲੱਗ ਹੀ ਨਹੀਂ ਰਹੇ। ਪਹਿਲੀ ਗੱਲ ਇਹ ਜਿਹੜੀ ਆਰਗੇਨਾਈਜ਼ਡ ਹੈਗੀ ਆ ਉਹਦੇ ਤੇ ਵੀ ਬਹੁਤ ਵੱਡਾ ਹਮਲਾ, ਪਰ ਉਹ ਫਿਰ ਵੀ ਰੈਜ਼ਿਸਟੈਂਸ ਦੇ ਰਹੇ ਆ। ਜਿੱਥੇ ਜਿੱਥੇ ਹੁਣ ਵਿਸ਼ਾਖਾਪਟਨਮ ਦੇ ਵਿੱਚ ਉੱਥੇ ਕਾਫੀ ਵੱਡੀ ਗਿਣਤੀ ਦੇ ਲੰਬੀ ਹੜਤਾਲ ਚੱਲੀ ਆ, ਪਰ ਉਹ ਬਹੁਤਾ ਮੀਡੀਆ ਹਾਈਲਾਈਟ ਨਹੀਂ ਕਰ ਰਿਹਾ। ਮੈਨੂੰ ਲੱਗਦਾ ਕਿ ਜਿਵੇਂ ਰੇਲਵੇ 'ਚ 74 'ਚ ਬਹੁਤ ਵੱਡੀ ਹੜਤਾਲ ਹੋਈ ਸੀ ਲੋਕੋ ਸਟਾਫ ਰਨਿੰਗ ਐਸੋਸੀਏਸ਼ਨ ਵੱਲੋਂ, ਤਾਂ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਰੇਲ ਨੂੰ ਵੇਚਣਾ ਸ਼ੁਰੂ ਕੀਤਾ ਉਹ ਵੀ ਕਾਰਨ। LIC ਵਾਲਿਆਂ ਨੇ ਪਿੱਛੇ ਕੀਤੀ ਹੈ ਹੜਤਾਲ ਬਹੁਤ ਵੱਡੀ, ਬੈਂਕ ਵਾਲਿਆਂ ਨੇ 10 ਲੱਖ ਲੋਕਾਂ ਨੇ ਹੜਤਾਲ ਕੀਤੀ ਹੈ। ਪਰ ਇੱਕ ਗੱਲ ਬਿਲਕੁਲ ਠੀਕ ਹੈ ਮੇਰੇ ਸੱਜਣਾ ਦੀ ਕਿ ਹਮਲਾ ਜਿੱਡਾ ਵੱਡਾ ਰਿਸਪੌਂਸ ਲੇਬਰ ਵੱਲੋਂ ਰਿਵੋਲਟ ਹੋਣਾ ਚਾਹੀਦਾ ਸੀ। ਖਾਸ ਕਰ ਜਿਸ ਤਰ੍ਹਾਂ ਹੁਣ ਟ੍ਰੇਡ ਯੂਨੀਅਨਿਸਟ ਬਹੁਤ ਸਾਰੀਆਂ ਲੈਫਟ ਟ੍ਰੇਡ ਯੂਨੀਅਨਾਂ, ਉਹਨਾਂ ਦਾ ਜਿਹੜੇ ਥਿੰਕ ਟੈਂਕ ਸੀਗੇ ਕਾਰਲ ਮਾਰਕਸ, ਉਹ ਤੇ ਕਹਿੰਦੇ ਸੀ ਸਭ ਤੋਂ ਇਨਕਲਾਬੀ ਜਿਹੜੀ ਜਮਾਤ ਆ ਉਹ ਹੈ ਹੀ ਵਰਕਿੰਗ ਕਲਾਸ ਆ। ਹੁਣ ਇਹ ਕਿਸਾਨ ਤੇ ਲੱਗੇ ਹੋਏ ਆ, ਫਿਰ ਵੀ ਹੱਲਾ ਗੁੱਲਾ ਸਾਰੇ ਦੇਸ਼ ਵਿੱਚ ਵੀ ਜਾ ਰਹੇ ਆ, ਆਪ ਵੀ ਮੋਰਚਾਬੰਦੀ ਕਰੇ ਤੇ ਪਰ ਜਿਹੜੀ ਇਹ ਲੇਬਰਿੰਗ ਵਰਕ ਕਲਾਸ ਆ ਟ੍ਰੇਡ ਯੂਨੀਅਨਸ ਆ ਉਹ ਕਿਤੇ ਦਿਖਦੀਆਂ ਹੀ ਨਹੀਂ। ਜਾਣੀ 20 ਸਤੰਬਰ 2020 ਨੂੰ
ਚਾਰੇ ਲੇਬਰ ਲਾ ਜਿਹੜੇ ਸੀਗੇ ਉਹ ਬਣਾਤੇ ਨਾ, ਸੌਰੀ ਤਿੰਨੇ ਜਿਹੜੇ ਆ ਕਾਨੂੰਨ ਬਣਾਤੇ ਸੀ। ਪਹਿਲਾਂ ਉਹ ਆਰਡੀਨੈਂਸ ਸੀ, ਫਿਰ ਉਹਨਾਂ ਨੂੰ ਬਿੱਲ ਤੋਂ ਕਾਨੂੰਨ ਬਣਾਤੇ ਸੀ, ਤੇ 22 ਨੂੰ 2 ਦਿਨ ਬਾਅਦ ਇਹ ਜਿਹੜੇ ਸਾਰੇ 4 ਲੇਬਰ ਕੋਡ ਆ ਗਏ ਸੀਗੇ, ਤੇ 44 ਦੇ 44 ਜਿਹੜੇ ਕਾਨੂੰਨ ਆ ਉਹ ਖਤਮ ਹੋ ਗਏ ਸੀਗੇ। ਜਾਣੀ ਨਾਲੋਂ ਨਾਲ ਹੀ ਹੋਇਆ। ਕਿਸਾਨ ਤੇ ਉਦੋਂ ਪਹਿਲਾਂ ਹੀ, ਬਹੁਤ ਦੇਰ ਪਹਿਲਾਂ, ਜਦੋਂ ਤੋਂ 5 ਜੂਨ ਤੋਂ ਆਰਡੀਨੈਂਸ ਸ਼ੁਰੂ ਹੋਏ, ਉਦੋਂ ਤੋਂ ਵੀ ਪਹਿਲਾਂ ਹੀ ਉਹਨਾਂ ਨੇ ਹਿਲਜੁਲ ਸ਼ੁਰੂ ਕਰਤੀ ਸੀਗੀ। ਪਰ ਸਾਡੇ ਜਿਹੜੇ ਵੀਰ ਦੂਜੇ ਆ, ਜਿਹਨੂੰ ਆਪਾਂ ਰੈਵੋਲੂਸ਼ਨਰੀ ਵਰਕਿੰਗ ਕਲਾਸ ਕਹਿੰਦੇ ਆ, ਉਹਦਾ ਜਿੱਡੇ ਵੱਡੇ ਪੱਧਰ ਤੇ ਜਿੰਨੀ ਵੀ ਥੋੜੀ ਹੋਵੇ, ਫਿਰ ਵੀ ਥੋੜੀ 7% ਦੇ ਵਿੱਚ ਵੀ ਕਾਫੀ ਆਰਗੇਨਾਈਜ਼ਡ ਹੈਗੀ ਹੈ, ਕਿਸੇ ਵੇਲੇ ਸੀਗੀ। ਉਹ ਕਿਉਂ ਨਹੀਂ ਦਿਖ ਰਹੀ, ਮੈਨੂੰ ਆਪ ਬੜਾ ਅਫਸੋਸ ਆ। ਆਉਣ ਵਾਲੇ ਸਮੇਂ 'ਚ ਸ਼ਾਇਦ ਉਹ ਵੀ ਮੈਦਾਨ ਦੇ ਵਿੱਚ ਹੋਰ ਵੱਡੇ ਪੱਧਰ ਤੇ ਨਿੱਤਰਨ। ਹਾਂਜੀ ਹਾਂਜੀ ਹੁੰਦਲ ਸਾਹਿਬ। ਡਾਕਟਰ ਹਰਦੀਪ ਉਹਨਾਂ ਦਾ ਹੱਥ ਖੜਾ ਜੀ। ਹਾਂਜੀ ਡਾਕਟਰ ਹਰਦੀਪ ਸਿੰਘ, ਅਨਮਿਊਟ ਕਰਕੇ ਸਵਾਲ ਪੁੱਛੋ ਜੀ। ਹਾਂ ਹੋ ਗਿਆ ਸ਼ੁਰੂ, ਅਨਮਿਊਟ ਹੋ ਗਿਆ। ਹਾਂਜੀ ਪ੍ਰੋਫੈਸਰ ਸਾਹਿਬ, ਬਹੁਤ ਵਧੀਆ ਜਾਣਕਾਰੀ ਡਿਟੇਲ ਦੇ ਵਿੱਚ ਸਾਨੂੰ ਦੱਸਿਆ, ਬਹੁਤ ਜਾਣਕਾਰੀ ਮਿਲੀ ਸਾਨੂੰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮੇਰਾ ਸਵਾਲ ਹੈ, 2 ਸਵਾਲ ਨੇ ਮੇਰੇ। ਇੱਕ ਤਾਂ ਪਹਿਲੀ ਗੱਲ, ਤੁਸੀਂ ਲੇਬਰ ਬਾਰੇ ਆਪਾਂ ਹੁਣੇ ਗੱਲ ਕੀਤੀ ਆ ਕਿ ਲੇਬਰ ਲਾ ਨੇ ਜਿਹੜੇ, ਉਹਦੇ ਵਾਸਤੇ ਟ੍ਰੇਡ ਯੂਨੀਅਨ ਦੀ ਇੱਕ ਵੱਡੀ ਸਟਰਗਲ ਦੀ ਲੋੜ ਹੈਗੀ ਆ, ਤੇ ਉਹਦੇ 'ਚ ਇੰਨੀ ਦੇਰ ਤੋਂ ਟ੍ਰੇਡ ਯੂਨੀਅਨ ਲੱਗੀ ਵੀ ਹੋਈ ਆ, ਤੇ ਟ੍ਰੇਡ ਯੂਨੀਅਨ ਆਉਣ ਦੇ ਸਮੇਂ ਵੀ ਸਾਡਾ ਫਿਊਚਰ ਹੈਗਾ ਕਿ ਆਪਾਂ ਇੱਕ ਜੁਆਇੰਟ ਸਟਰਗਲ ਜਿਹੜੀ ਲੜਦੇ ਆ। ਪਰ ਇੱਕ ਕਨਫਿਊਜ਼ਨ ਜਿਹੜੀ ਆਮ ਤੌਰ ਤੇ ਟ੍ਰੇਡ ਯੂਨੀਅਨ ਦੇ ਵਿੱਚ ਰਹਿੰਦੀ ਹੈਗੀ ਆ ਡਾਕਟਰ ਭੀਮ ਰਾਓ ਅੰਬੇਦਕਰ ਦੇ ਪੁਰਾਣੇ ਇਤਿਹਾਸ ਬਾਰੇ, ਉਹਦੇ 'ਚ ਇਹ ਹੁੰਦਾ ਕਿ ਟ੍ਰੇਡ ਯੂਨੀਅਨ ਦੇ ਵਿੱਚ ਹਮੇਸ਼ਾ ਜਿਹੜੀ ਹੈਗੀ ਆ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਿਹੜਾ ਇੱਕ ਉਹਨਾਂ ਦਾ ਰਿਹਾ, ਉਹਨਾਂ ਦੇ ਵੇਲੇ ਵੀ, ਕਿ ਉਹਨਾਂ ਨੇ ਸੋਸ਼ਲ ਜਿਹੜੀ ਨੈਟਵਰਕ ਸੀਗਾ ਜਾਤ ਪਾਤ ਦੇ ਉੱਤੇ ਦਾ ਬਹੁਤ ਵਧੀਆ ਉਹਨਾਂ ਦਾ ਆਪਣਾ ਯੋਗਦਾਨ ਹੈਗਾ। ਪਰ ਟ੍ਰੇਡ ਯੂਨੀਅਨ ਦੇ ਜਿਹੜੇ ਸਾਂਝੀ ਸਰਗਰਮੀ ਦਾ ਸਵਾਲ ਹੈਗਾ, ਸਾਂਝੀ ਕੀ ਮਤਲਬ ਜੁਆਇੰਟ ਸਟਰਗਲ ਦਾ ਸਵਾਲ ਹੈਗਾ, ਉਹਦੇ ਤੇ ਬਹੁਤ ਵੱਡਾ ਕੁਐਸਚਨ ਮਾਰਕ ਹਮੇਸ਼ਾ ਲੱਗਦਾ ਰਿਹਾ ਉਹਨਾਂ ਵੱਲੋਂ। ਇੱਕ ਤਾਂ ਪਹਿਲਾ ਸਵਾਲ ਮੇਰਾ ਇਹੀ ਆ। ਤੇ ਦੂਸਰਾ ਸਵਾਲ ਮੇਰਾ ਹੈਗਾ ਕਿ ਅਬਿਊਜ਼, ਜਿਹੜੀ ਆਪਾਂ ਗਾਲਾਂ ਦੀ ਗੱਲ ਕਰਦੇ ਹੈਗੇ ਆ, ਜੇ ਹਰ ਗਾਲ ਜਿਹੜੀ ਹੈਗੀ ਆ, ਹਰ ਪੰਜਾਬੀ ਦੀ, ਹਰ ਹਿੰਦੁਸਤਾਨੀ ਦੀ ਜਿਹੜੀ ਗਾਲ ਹੈਗੀ ਆ, ਉਹ ਔਰਤ ਦੇ ਵੱਲ ਹੁੰਦੀ ਆ, ਮਾਂ ਭੈਣ ਦੇ ਨਾਲ ਜੁੜੀ ਹੁੰਦੀ ਆ। ਇਸੇ ਤਰ੍ਹਾਂ ਬਹੁਤ ਸਾਰੀਆਂ ਗਾਲਾਂ ਨੇ ਜਿਹੜੀਆਂ ਉਹ ਜਾਤ ਪਾਤ ਦੇ ਨਾਮ ਦੇ ਉੱਤੇ ਬਣੀਆਂ ਹੁੰਦੀਆਂ ਨੇ। ਉਹਦੇ 'ਚ ਇਹ ਨਹੀਂ ਇਕੱਲੇ ਦਲਿਤ ਬਾਰੇ, ਉਹਦੇ 'ਚ ਆਮ ਬਰਾਬਰੀ ਦੀਆਂ ਜਿਹੜੀਆਂ ਜਾਤਾਂ ਨੇ ਉਹਨਾਂ ਦੇ ਬਾਰੇ ਵੀ ਆਮ ਤੌਰ ਤੇ ਇੱਕ ਦੂਜੇ ਨਾਲ ਗਾਲੀ ਗਲੋਚ ਵਾਲਾ ਸ਼ਬਦਾਵਲੀ ਯੂਜ਼ ਕੀਤੀ ਜਾਂਦੀ ਆ, ਜਿਹਦੇ 'ਚ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੀ ਮਾੜਾ ਕਰ ਰਹੇ ਹਾਂ, ਚਾਹੇ ਉਹ ਸਿੱਖ ਧਰਮ ਹੈ, ਚਾਹੇ ਕੋਈ ਧਰਮ ਹੈਗਾ। ਇਸ ਵੱਡੀ ਗੱਲ ਜਿਹੜੀ ਹੈਗੀ ਆ, ਇਹਦੇ ਬਾਰੇ ਕੁਝ ਚਾਨਣਾ ਤੁਸੀਂ ਪਾ ਸਕਦੇ ਹੋ। ਬਹੁਤ ਧੰਨਵਾਦ ਜੀ। ਨਹੀਂ, ਬਸ ਮੈਂ ਤਾਂ ਬਹੁਤ ਹੀ 2 ਹੀ ਲਾਈਨਾਂ 'ਚ ਇਹ ਗੱਲ ਕਹੂੰਗਾ ਕਿ 2 ਚੀਜ਼ਾਂ ਨੂੰ ਕਨਫਿਊਜ਼ ਨਹੀਂ ਕਰਨਾ ਚਾਹੀਦਾ। ਇੱਕ ਹੈ ਪੈਟਰੀਆਰਕੀ, ਜਿਹਦੇ 'ਚ ਮਰਦ ਪ੍ਰਧਾਨ ਸਮਾਜ ਜਿਹੜਾ ਆ, ਉਹਦੇ 'ਚ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਗੱਲ ਕਹੀ ਸੀ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ, ਹੈ ਨਾ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਉੱਥੇ ਹੋਊਗੇ, ਗਿਆਨ ਹੋਊਗਾ ਜਿਹੜਾ ਮੈਨੂੰ ਨਹੀਂ ਪਤਾ। ਇਹ ਦੋਵੇਂ ਕਿਸਮ ਦੀ ਡਿਸਕ੍ਰਿਮੀਨੇਸ਼ਨ ਆਪਣੇ ਆਪ 'ਚ, ਔਰ ਬਹੁਤ ਦੋਹੇ ਹੀ ਸਾਡੇ ਸਮਾਜ ਲਈ ਕੋਡ ਹੈਗਾ, ਇੱਕ ਕੈਂਸਰ ਹੈਗਾ। ਸਾਡਾ ਸਮਾਜ ਕਦੀ ਖੁਸ਼ ਨਹੀਂ ਰਹਿ ਸਕਦਾ, ਸਾਡਾ ਸਮਾਜ ਕਦੀ ਖੁਸ਼ਹਾਲ ਨਹੀਂ ਹੋ ਸਕਦਾ ਜੇ ਦੋਵਾਂ ਦੇ ਵਿਰੋਧੀ ਅਸੀਂ ਫਾਈਟ ਨਹੀਂ ਦਿੰਦੇ। ਅੰਬੇਦਕਰ ਸਾਹਿਬ ਨੇ ਕਿਉਂ ਸੋਸ਼ਲ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹਦੇ ਤੇ ਜ਼ਿਆਦਾ ਜੋ ਬਲ ਦਿੱਤਾ ਤੇ ਟ੍ਰੇਡ ਯੂਨੀਅਨ ਤੇ ਕਰ ਦਿੱਤਾ। ਇਹ ਟ੍ਰੇਡ ਯੂਨੀਅਨ ਵਾਲੇ ਜਿਹੜੇ ਬੰਦੇ ਸੀ ਉਹਨਾਂ ਨੂੰ ਕਰਨਾ ਚਾਹੀਦਾ ਸੀ, ਉਹਨਾਂ ਨੇ ਉਹਦੇ ਅਗੇਂਸਟ ਨਹੀਂ ਗਏ। ਪਰ ਜਿਹੜੀ ਸਮਾਜਿਕ ਸਾਡੀ ਇਹ ਬਿਮਾਰੀ ਹੈਗੀ ਆ, ਇਹਦੀ ਕਿਤੇ ਵੀ ਜੜ ਛੋਟੀ ਨਹੀਂ ਹੈ। ਤੁਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਅੱਜ ਵੀ ਉਹ ਉਸ ਦਾ ਸਿੱਧਾ ਕਨਸਟੀਟਿਊਸ਼ਨ ਦੇ ਵਿੱਚ ਅਲਾਉਡ ਨਹੀਂ ਕਰਕੇ ਕੋਈ ਲੋਕ ਬੋਲਦੇ ਨਹੀਂ, ਪਰ ਉਹਦਾ ਜਿਹੜਾ ਵਿਕਰਾਲ ਰੂਪ ਹੈਗਾ ਜਾਂ ਜਿਹੜਾ ਉਹਦਾ ਅਣਮਨੁੱਖਾ ਰੂਪ ਹੈਗਾ, ਉਹ ਪੂਰਾ ਐਕਟਿਵ ਹੈ ਸਾਡੇ ਸਮਾਜ ਦੇ ਅੰਦਰ ਹਰ ਵੇਲੇ। ਮੈਂ ਤਾਂ ਤੁਹਾਨੂੰ ਆ ਹੁਣੇ ਲੇਟੈਸਟ ਐਗਜ਼ਾਮਪਲ ਹੀ ਦੱਸਦੀ ਵੀ, ਜਾਣੀ ਬੰਦਾ ਘੋੜੀ ਤੇ ਚੜ੍ਹ ਕੇ ਵਿਆਹ ਨਹੀਂ ਕਰਾਉਣ ਜਾ ਸਕਦਾ ਕਿਉਂਕਿ ਉਹ ਰਾਜਪੂਤਾਂ ਦਾ ਪਿੰਡ ਆ ਤੇ ਉੱਥੇ ਰਾਜਪੂਤ ਉਹਨੂੰ ਚੁਣੌਤੀ ਸਮਝਦੇ। ਹੱਦ ਹੀ ਹੋ ਗਈ ਹੈ। ਕੋਈ ਆਜ਼ਾਦ ਭਾਰਤ ਦਾ ਕਨਸਟੀਟਿਊਸ਼ਨ 'ਚ ਕਿੱਥੇ ਲਿਖਿਆ ਵੀ ਇੰਜ ਨਹੀਂ ਤੁਸੀਂ ਕਰ ਸਕਦੇ? ਔਰਤ ਪ੍ਰਤੀ ਵੀ ਇਹੀ ਹੈ। ਇਹ ਦੋਵੇਂ ਮਾਮਲੇ ਬੜੇ ਡੀਪ ਸੀਟਡ ਆ, ਸਾਨੂੰ ਕਾਫੀ ਵੱਡੀ ਸਟਰਗਲ ਕਰਕੇ ਇਹਦੇ ਚੋਂ ਬਾਹਰ ਆਉਣਾ ਪਊਗਾ। ਹਾਂਜੀ ਸਰ ਜੀ, ਟ੍ਰੇਡ ਯੂਨੀਅਨ ਦੇ ਸਵਾਲ ਦੇ ਉੱਤੇ ਵੀ ਥੋੜਾ ਚਾਨਣਾ ਪਾ ਦਿੰਦੇ। ਟ੍ਰੇਡ ਯੂਨੀਅਨ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ ਬਹੁਤ ਇਹਦੇ ਵਾਸਤੇ ਕੰਟਰੋਵਰਸ਼ੀਅਲ ਬਿਆਨਬਾਜ਼ੀ ਜਿਹੜੀ ਹੈਗੀ ਆ ਰਹੀ ਆ, ਤੇ ਪੁਣੇ ਦੇ ਵਿੱਚ ਜਿਹੜੀ ਟ੍ਰੇਡ ਯੂਨੀਅਨ ਸੀ ਉਹਦੇ ਵਾਸਤੇ ਵੀ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦਾ ਰਿਹਾ ਕਿ ਟ੍ਰੇਡ ਯੂਨੀਅਨ ਨੂੰ ਕਾਫੀ ਢਾਹ ਲੱਗਿਆ
ਤੇ ਜਿਹਦੇ ਨਾਲ ਲੇਬਰ ਲਾ ਅੱਜ ਵੀ ਸਾਡੇ ਲਈ ਇੱਕ ਮੁਸੀਬਤ, ਕਾਲੇ ਕਾਨੂੰਨ ਜਿਹੜੇ ਨੇ ਲੇਬਰ ਦੇ ਹੁੰਦੇ ਨੇ, ਜਦੋਂ ਜੁਆਇੰਟ ਸਟਰਗਲ ਨੂੰ ਸਾਨੂੰ ਢਾਹ ਲੱਗਦੀ ਹੈ। ਇਹਦੇ ਬਾਰੇ ਕੁਝ ਕਲੈਰੀਫਿਕੇਸ਼ਨ ਜਿਹੜੀ ਤੁਸੀਂ ਦੇ ਸਕਦੇ? ਨਹੀਂ, ਮੈਂ ਮੇਰੀ ਨੌਲੇਜ ਚ ਨਹੀਂ ਕਿ ਉਹਨਾਂ ਨੇ ਕੋਈ ਟ੍ਰੇਡ ਯੂਨੀਅਨ ਦੇ ਕੋਈ ਉਹਨੂੰ ਕਮਜ਼ੋਰ ਕਰਨ ਲਈ ਕੁਝ ਕੀਤਾ ਹੋਵੇ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਉਹਨਾਂ ਦਾ ਇਹ ਜ਼ਰੂਰ ਹੈਗਾ ਹਮੇਸ਼ਾ ਹੀ ਕਿ ਤੁਸੀਂ ਇਸ ਨੂੰ ਜਿਹੜੀ ਜਾਤੀਗਤ ਵਿਤਕਰੇ ਹੈਗੇ ਉਸ ਨੂੰ ਯੂ ਕੈਨ ਨਾਟ ਜਸਟ ਬ੍ਰਸ਼ ਅਸਾਈਡ ਉਹਨੂੰ ਤੁਸੀਂ, ਪਰ ਕੋਈ ਉਹਨਾਂ ਨੇ ਇਸ ਗੱਲ ਨੂੰ ਆਪਸ ਵਿੱਚ ਕਨਫਲਿਕਟ ਦੇ ਤੌਰ ਦੇ ਉੱਤੇ ਇੱਕ ਦੂਜੇ ਦੇ ਸਾਹਮਣੇ ਰੱਖਿਆ। ਮੈਨੂੰ ਘੱਟੋ ਘੱਟ ਨਹੀਂ, ਉਹਨਾਂ ਤੇ ਆਪਣੀ ਲੇਬਰ ਪਾਰਟੀ ਬਣਾਈ ਸੀ, ਉਹ ਤੇ ਇਲੈਕਸ਼ਨਾਂ ਲੜੀਆਂ, ਉਹ ਤੇ ਕੋਈ ਲੇਬਰ ਦੀ ਉਸ ਕਿਸਮ ਨਾਲ ਥੋੜੀ ਸੀ, ਉਹ ਤੇ ਲੇਬਰ ਨੂੰ ਲਿਬਰੇਟਡ ਹੋਣਾ ਦੇਖਣਾ ਚਾਹੁੰਦੇ ਸੀਗੇ। ਉਹ ਇਕਨੋਮਿਕ ਐਕਸਪਲਾਇਟੇਸ਼ਨ ਤੋਂ ਵੀ ਔਰ ਸਮਾਜਿਕ ਅਪਰੈਸ਼ਨ ਤੋਂ ਵੀ, ਤੇ ਇਹ ਉਹਨਾਂ ਦਾ ਦੋਵੇਂ ਗੱਲਾਂ ਨਾਲੋਂ ਨਾਲ ਚੱਲਦੀਆਂ ਸੀ। ਜਦ ਕਿ ਜਿਹੜੇ ਲੈਫਟ ਸੀਗੇ ਉਹ ਕਾਸਟ ਨੂੰ ਬਿਲਕੁਲ ਨਹੀਂ ਸੀ ਕਦੀ ਵੀ ਉਹਨਾਂ ਨੇ ਟੱਚ ਕੀਤਾ, ਉਹਨਾਂ ਨੂੰ ਕਲਾਸ ਹੀ ਨਜ਼ਰ ਆਉਂਦੀ ਸੀ। ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਗਲਤੀ ਸੀ ਜਿਹਦਾ ਸਾਨੂੰ ਕਿਤੇ ਨਾ ਕਿਤੇ ਖਮਿਆਜਾ ਲੈਫਟ ਮੂਵਮੈਂਟ ਨੂੰ ਭੁਗਤਣਾ ਵੀ ਪਿਆ। ਹਾਂਜੀ, ਜਸਵੀਰ ਮੰਗੂਵਾਲ ਜੀ ਆਪਣਾ ਸਵਾਲ ਕਰੋ, ਅਨਮਿਊਟ ਕਰੋ ਆਪਣੇ ਆਪ ਨੂੰ। ਜਸਵੀਰ ਮੰਗੂਵਾਲ ਜੀ, ਹਾਂਜੀ ਪਲੀਜ਼। ਹਾਂਜੀ, ਬਹੁਤ ਵਧੀਆ ਲੈਕਚਰ ਸੀਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਨੂੰ ਸਾਡੇ ਰੂਬਰੂ ਕਰਨ ਲਈ। ਮੇਰਾ ਸਵਾਲ ਹੈਗਾ ਆ ਕਿ ਭਗਤ ਸਿੰਘ ਤੇ ਅੰਬੇਦਕਰ ਮਤਲਬ ਕਿ ਸਮਕਾਲੀ ਸੀਗੇ, ਤੇ ਭਗਤ ਸਿੰਘ ਦੀਆਂ ਜਿਹੜੀਆਂ ਲਿਖਤਾਂ ਹੈਗੀਆਂ ਉਹਦੇ ਵਿੱਚ ਮਜ਼ਦੂਰਾਂ ਦੀ ਗੱਲ ਕੀਤੀ ਆ, ਹੈਨਾ, ਤੇ ਇਹ ਕਦੇ ਇਹ ਮਿਲੇ ਵੀ ਹੈਗੇ ਆ। ਦੂਜਾ ਮੇਰਾ ਸਵਾਲ ਹੈਗਾ ਆ ਕਿ ਜਦੋਂ ਡਾਕਟਰ ਅੰਬੇਦਕਰ ਜਿਹੜੇ ਆ ਉਹ ਨਿਰਮਾਤਾ ਸੀ ਸੰਵਿਧਾਨ ਦੇ, ਉਹਨਾਂ ਨੇ ਮਜ਼ਦੂਰਾਂ ਲਈ ਬਹੁਤ ਕੁਛ ਮਤਲਬ ਕੰਮ ਕੀਤਾ ਹੈਗਾ ਆ, ਤੇ ਜਦੋਂ ਅਸੀਂ ਕਰੋਨਾ ਕਾਲ 'ਚ ਮਜ਼ਦੂਰ ਜਦੋਂ ਵਾਪਸ ਜਾਂਦੇ ਦੇਖੇ ਬਿਹਾਰ ਨੂੰ, ਤੇ ਉਸ ਵੇਲੇ ਕੋਈ ਲਾ ਨਹੀਂ ਦਿਸੇ, ਕੁਛ ਨਹੀਂ ਹੋਇਆ। ਤੇ ਇਹ ਮੇਰਾ ਸਵਾਲ ਸੀਗਾ ਕਿ ਉਹ ਜਿਹੜੇ ਕਾਨੂੰਨ ਆ ਉਹ ਸਿਰਫ ਉੱਥੇ ਤੱਕ ਹੀ ਸੀਮਤ ਰਹਿ ਗਏ ਤੇ ਉਹ ਮਤਲਬ ਅੱਜ ਤੱਕ ਲਾਗੂ ਕਿਉਂ ਨਹੀਂ ਹੋ ਸਕੇ? ਨਲਾਇਕੀ ਕਿੱਥੇ ਰਹੀ ਆ? ਤੇ ਦੂਜਾ ਵੀ ਜਿਹੜੀ ਦਲਿਤ ਮੁਕਤੀ ਆ ਉਹਦਾ ਹੱਲ ਕੀ ਆ? ਦੇਖੋ, ਜਿਹੜਾ ਤੇ ਭਗਤ ਸਿੰਘ ਦਾ ਤੇ ਇਹਨਾਂ ਦਾ, ਦੇਖੋ ਭਗਤ ਸਿੰਘ ਇੱਕ ਅਲੱਗ ਕਿਸਮ ਦੀ ਇਨਕਲਾਬੀ, ਉਹ ਗਦਰਾਈਟਸ ਤੋਂ ਜਾਂ ਉਹਨਾਂ ਤੋਂ ਸਾਰਿਆਂ ਤੋਂ ਬੜੇ ਪ੍ਰਭਾਵਿਤ ਸੀ। ਚਾਚਾ ਅਜੀਤ ਸਿੰਘ ਸੀ ਉਹਨਾਂ ਦੇ, ਪਗੜੀ ਸੰਭਾਲ ਜੱਟਾਂ ਦੀ ਮੂਵਮੈਂਟ ਸਾਰਾ ਆਪਾਂ ਜਾਣਦੇ ਹਾਂ, ਔਰ ਇੱਕ ਆਰੀਆ ਸਮਾਜੀ ਦਾ ਵੀ ਉਹਨਾਂ ਦੇ ਐਂਸੈਸਟਰ ਤੋਂ ਤੇ ਉਹਨਾਂ ਦੇ ਉੱਤੇ ਪ੍ਰਭਾਵ ਸੀਗਾ। ਉਹ ਇੱਕ ਅਲੱਗ ਆਪਣੀ ਬੈਕਗਰਾਉਂਡ ਸੀ। ਤੇ ਭਗਤ ਸਿੰਘ ਬਾਰੇ ਆਪਾਂ ਜਾਣਦੇ ਹਾਂ ਕਿ ਵਾਈ ਐਮ ਐਥੀਸਟ, ਉਹਨਾਂ ਦੇ ਉੱਤੇ ਲੈਫਟਾਂ ਦਾ ਵੀ ਕਾਫੀ ਪ੍ਰਭਾਵ ਸੀਗਾ, ਰਸ਼ੀਅਨ ਰੈਵੋਲੂਸ਼ਨ ਜਾਂ ਹੋਰ ਸਾਰਾ। ਜਿੱਥੇ ਤੱਕ ਇਹਨਾਂ ਦਾ ਸਵਾਲ ਆ ਭੀਮ ਰਾਓ ਅੰਬੇਦਕਰ ਸਾਹਿਬ ਦਾ, ਜਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਉਹਨਾਂ ਨੂੰ ਕਹਿੰਦੇ ਆ ਰਿਸਪੈਕਟ ਦੇ ਨਾਲ, ਇਹਨਾਂ ਦਾ ਸਵਾਲ ਇੱਕ ਅਲੱਗ ਕਿਸਮ ਦੇ ਅਪਰੈਸ਼ਨ ਚੋਂ। ਹੁਣ ਮੈਂ ਤੁਹਾਨੂੰ ਇੱਥੋਂ ਅੰਦਾਜ਼ਾ ਲਾਓ, ਬੰਦਾ ਇੰਨਾ ਲਿਖ ਕੇ ਪੜ੍ਹ ਕੇ ਸਾਰਾ ਕੁਝ ਫੋਰਨ ਦੇ ਵਿੱਚ PhD ਕੋਲੰਬੀਆ ਹੋਰ ਸਾਰਾ ਕਰਕੇ, ਜਦੋਂ ਉਹ ਗਾਇਕਵਾੜ ਦੇ ਵਾਪਸ ਆ ਕੇ ਜਾਣੀ ਨੌਕਰੀ ਕਰਦਾ ਤਾਂ ਉਸ ਨੂੰ ਜਿਹੜਾ ਪਾਣੀ ਵੀ ਆ ਉਹ ਨਹੀਂ ਸੀ ਦਿੰਦੇ ਜਿਹੜੇ ਅਪਰ ਕਾਸਟ ਆ। ਜਾਣੀ ਇਹਦਾ ਤੁਸੀਂ ਇਮੇਜਿਨ ਤੇ ਕਰੋ ਤੁਸੀਂ ਵੀ ਇਹ ਅਪਰੈਸ਼ਨ ਦਾ ਅਰਥ ਕੀ ਹੁੰਦੇ ਆ। ਤੇ ਉਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਲਾਈਫ ਆ, ਉਹਨਾਂ ਨੇ ਇਹ ਜਿਹੜੀ ਜੰਜੀਰ ਹੈ ਕਿ ਲੋਕਾਂ ਦੇ ਉੱਤੇ ਇਸ ਕਿਸਮ ਦਾ ਬਲੇਮਿਸ਼ ਹੈ ਕਿ ਜਿਹੜਾ ਬਾਈ ਬਰਥ ਸੀ ਉਹ ਨਾਲ ਹੀ ਲੈ ਕੇ ਜੰਮਦੇ ਆ, ਉਸ ਦੇ ਵਿਰੁੱਧ ਉਹਨਾਂ ਦਾ ਜ਼ਿਆਦਾ ਫੋਕਸ ਸੀਗਾ। ਤੁਹਾਡੀ ਜਿਹੜੀ ਅਗਲੀ ਗੱਲ ਹੈ ਕਿ ਇੱਥੇ ਮਜ਼ਦੂਰ ਜਾ ਰਹੇ ਸੀ ਕਿਸੇ ਨੇ, ਉਹ ਤੇ ਸਾਰਾ ਰਾਜਨੀਤਿਕ ਹੈਗਾ। ਇਹ ਸਰਕਾਰਾਂ ਚਾਹੁੰਦੀਆਂ ਕਿ ਮਜ਼ਦੂਰਾਂ ਨੂੰ ਕੌਣ ਪੁੱਛਦਾ, ਇੱਥੇ ਮਜ਼ਦੂਰਾਂ ਦੀ ਕੋਈ ਵੈਲਿਊ ਨਹੀਂ। ਮੈਂ ਤੇ ਸ਼ੁਰੂ ਚ ਹੀ ਲੈਕਚਰ ਚ ਕਹਿਤਾ, ਤੇ ਸਾਡੇ ਜਿਹੜੇ ਮਜ਼ਦੂਰ ਆ ਉਹ ਅਸਲ ਮਾਨਿਆਂ ਦੇ ਵਿੱਚ ਇੱਕ ਜਾਂ ਤੇ ਉਹ ਬੰਦੂਆ ਮਜ਼ਦੂਰ ਵਾਲੀ ਕੰਡੀਸ਼ਨ ਚ ਕੰਮ ਕਰ ਰਹੇ ਆ, ਜਾਂ ਉਹ ਤੁਸੀਂ ਜਿਨ੍ਹਾਂ ਨੂੰ ਸਲੇਵ ਲੇਬਰ ਕਹਿੰਦੇ ਆ, ਉਹ ਦਾਸ ਲੇਬਰ ਕਹਿੰਦੇ, ਦਾਸੂ ਕਹਿੰਦੇ ਆ, ਜਾਂ ਕੋਈ ਵੀ ਉਹਨਾਂ ਦਾ ਨਾਂ ਰੱਖ ਲਓ, ਉਸ ਲੈਵਲ ਦੇ ਸਟੇਟਸ ਤੇ ਇੱਥੇ ਉਹ ਰਹਿ ਰਹੇ ਆ, ਤੇ ਉਹੋ ਜਿਹਾ ਹੀ ਉਹਨਾਂ ਨੂੰ ਟ੍ਰੀਟਮੈਂਟ ਮਿਲ ਰਿਹਾ। 3 ਦਿਨ ਤੁਸੀਂ ਉਹਨਾਂ ਨੂੰ ਲਾਕਡਾਊਨ ਕਰਤਾ, ਬੱਸ ਕੋਈ ਜਾ ਨਹੀਂ ਰਹੀ, ਗੱਡੀਆਂ ਬੰਦ ਕਰਤੀਆਂ, ਸਾਰਾ ਕੁਝ ਬੰਦ, ਕਾਰਾਂ ਬੰਦ ਕਰਤੀਆਂ, ਬੰਦੇ ਭੁੱਖੇ ਮਰਦੇ, ਰੋਟੀ ਦਾ ਕੋਈ ਪ੍ਰਬੰਧ ਨਹੀਂ, ਕੀ ਕਰਨਗੇ? ਲਹੂ ਲੁਹਾਨ ਪੈਰ ਹੋ ਗਏ, 1500 ਕਿਲੋਮੀਟਰ ਤੁਰ ਕੇ ਪਹੁੰਚ ਗਏ, ਕੋਈ ਮਾਈ ਬਾਪ ਨਹੀਂ ਹੈ ਇਹਨਾਂ ਦਾ। ਇਸ ਲਈ ਸਾਡੇ ਦੇਸ਼ ਦੇ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਇੱਥੇ ਤੇ ਜਿਹਦੀ ਲਾਠੀ ਉਹਦੀ ਬਹਿਸ, ਉਹ ਚੱਲਦਾ। ਵੈਸਟ ਦੇ ਵਿੱਚ ਤੁਹਾਨੂੰ ਘੱਟੋ ਘੱਟ ਚਲੋ ਫਿਰ ਵੀ ਇੱਕ ਕਾਨੂੰਨ ਦਾ ਕੋਈ ਨਾ ਕੋਈ ਅਹਿਸਾਸ ਤੇ ਰਹਿੰਦਾ, ਲਾਗੂ ਤੇ ਉੱਥੇ ਵੀ ਕਿੰਨਾ ਹੁੰਦਾ, ਕਿੰਨੂੰ ਕਿੰਨਾ ਮਿਲਦਾ ਕਿੰਨਾ ਨਹੀਂ ਮਿਲਦਾ ਉਹ ਅਲੱਗ ਗੱਲ ਆ। ਪਰ ਫਿਰ ਵੀ ਇਹੋ ਜਿਹੀ ਦੁਰਦਸ਼ਾ
ਨਹੀਂ ਹੁੰਦੀ ਜੋ ਸਾਡੇ ਇੰਡੀਆ ਦੇ ਵਿੱਚ ਦੁਰਦਸ਼ਾ ਸਾਨੂੰ ਦੇਖਣ ਨੂੰ ਮਿਲਦੀ ਆ, ਖਾਸ ਕਰਕੇ ਵਰਕਿੰਗ ਕਲਾਸ ਦੀ। ਵਰਕਿੰਗ ਕਲਾਸ ਦਾ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਵੀ ਦੱਸ ਦਿਆਂ ਕਿ ਜਦੋਂ ਕਨਸਟੀਟਿਊਸ਼ਨ ਭੀਮ ਰਾਓ ਅੰਬੇਦਕਰ ਸਾਹਿਬ ਨੇ ਬਣਾ ਲਿਆ, ਉਹਨਾਂ ਨੇ ਕਿਹਾ ਕਿ ਪੋਲੀਟੀਕਲ ਰੈਵੋਲੂਸ਼ਨ ਜਾਂ ਪੋਲੀਟੀਕਲ ਫਰੀडम ਤੇ ਹੋ ਗਈ, ਅੰਗਰੇਜ਼ ਚਲੇ ਗਏ ਤੇ ਆਪਣੇ ਆ ਜਾਣਗੇ। ਪਰ ਮੈਨੂੰ ਇਹ ਹਮੇਸ਼ਾ ਇਹ ਆਜ਼ਾਦੀ ਇਨਕੰਪਲੀਟ ਲੱਗੂਗੀ ਜਦ ਤੱਕ ਸਾਡਾ ਜਿਹੜਾ ਸਮਾਜ, ਦਲਿਤ ਸਮਾਜ ਆ, ਉਹਦੀ ਆਜ਼ਾਦੀ ਜਿਹੜਾ ਉੱਪਰੋਂ ਅੱਪਰ ਜਾਤੀਆਂ ਦਾ ਦਬਦਬਾ ਆ ਜਾਂ ਉਹਨਾਂ ਦੀ ਐਕਸਪਲਾਇਟੇਸ਼ਨ ਆ ਜਾਂ ਉਹਨਾਂ ਦੀ ਡਿਸਕ੍ਰਿਮੀਨੇਸ਼ਨ ਹੈਗੀ ਆ ਜਾਂ ਜਾਤੀਗਤ ਅਪਰੈਸ਼ਨ ਹੈ, ਉਸ ਨੂੰ ਜਦ ਤੱਕ ਉਹਨਾਂ ਤੋਂ ਉਹਨਾਂ ਦੀ ਲਿਬਰੇਸ਼ਨ ਜਾਂ ਆਜ਼ਾਦੀ ਨਹੀਂ ਹੁੰਦੀ, ਮੈਂ ਇਸ ਆਜ਼ਾਦੀ ਨੂੰ ਹਮੇਸ਼ਾ ਅਧੂਰਾ ਮੰਨੂਗਾ। ਉਹ ਸਾਡੇ ਸਾਹਮਣੇ ਅੱਜ ਵੀ ਦੇਖ ਹੀ ਰਿਹਾ, ਉਹਨਾਂ ਦੇ ਖਰਚੇ ਵੀ ਉਹ ਠੀਕ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇਸ਼ ਦੇ ਅੰਦਰ ਜਦ ਤੱਕ ਇਹ ਸਾਰਾ ਕੁਝ ਹੈ ਉਦੋਂ ਤੱਕ ਤੁਸੀਂ ਸਹੀ ਮਾਅਨਿਆਂ ਦੇ ਵਿੱਚ ਇੱਥੇ ਲੋਕਤੰਤਰ ਦੀ ਪ੍ਰਣਾਲੀ ਨੂੰ ਪ੍ਰਫੁੱਲਤ ਹੁੰਦਾ ਨਹੀਂ ਦੇਖ ਪਾਓਗੇ। ਉਹ ਵੀ ਸਾਨੂੰ ਦੇਖ ਹੀ ਰਿਹਾ ਕਿ ਹੁਣ ਲੋਕਤੰਤਰ ਦੇ ਨਾਂ ਦੇ ਉੱਤੇ ਤਾਨਾਸ਼ਾਹੀ ਕਿਵੇਂ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਇੱਥੋਂ ਦੇ ਰਾਜਨੀਤਿਕ ਢਾਂਚੇ ਤੇ। ਹਾਂਜੀ ਮੇਰਾ ਸੀਗਾ ਵੀ ਅਛੂਤ ਦਾ ਸਵਾਲ, ਉਹਨਾਂ ਦਾ ਆਰਟੀਕਲ ਹੈਗੀ, ਉਹਨਾਂ ਦੋਨਾਂ ਦਾ ਹੀ ਮਕਸਦ ਤਕਰੀਬਨ ਲਾਗੇ ਸੀ। ਮੈਂ ਪੁੱਛਣਾ ਚਾਹੁੰਦੀ ਕਿ ਉਹ ਕਦੇ ਆਪਸ ਵਿੱਚ ਹੀ ਮਿਲੇ ਹੋਣਗੇ ਜਾਂ ਉਹਨਾਂ ਦੀ ਕੋਈ ਮੁਲਾਕਾਤ ਜਾਂ ਕੋਈ ਮੈਨੂੰ ਕੋਈ ਖਬਰ ਨਹੀਂ ਹੈ, ਮੈਨੂੰ ਕੋਈ ਖਬਰ ਨਹੀਂ ਹੈ ਔਰ ਮੈਂ ਨਹੀਂ ਇਹ ਸਮਝਦਾ ਕਿ ਦੋਵਾਂ ਦਾ ਮਨਸ਼ਾ ਇੱਕੋ ਹੀ ਸੀਗੀ। ਦੋਵਾਂ ਦੇ ਆਬਜੈਕਟਿਵ ਅਲੱਗ ਸੀਗੇ। ਉਹਨਾਂ ਦੇ ਆਬਜੈਕਟਿਵ ਸੀ ਦੇਸ਼ ਨੂੰ ਆਜ਼ਾਦ ਕਿਵੇਂ ਕਰਾਉਣਾ, ਤੇ ਬਾਕੀ ਜਿਹੜੇ ਸੁਪਨੇ ਉਹ ਅੱਗੇ ਉਹ ਤੇ ਸੀਗੇ। ਪਰ ਇਹਨਾਂ ਦਾ ਜਿਨ੍ਹਾਂ ਨੇ ਆਪ ਜ਼ਿੰਦਗੀ ਦੇ ਵਿੱਚ ਇੰਨਾ ਅਪਰੈਸ਼ਨ ਸਹਿਆ ਹੋਇਆ ਸੀਗਾ ਤੇ ਉਹਨਾਂ ਨੂੰ ਇਹ ਸੀ ਕਿ ਜਦ ਤੱਕ ਅਸੀਂ ਜਾਤੀ ਦਾ ਕੋਡ ਤੋੜ ਨਹੀਂ ਲੈਂਦੇ ਇਸ ਦੇਸ਼ ਦੇ ਵਿੱਚ, ਆਮ ਇਨਸਾਨ ਜਿਹੜਾ ਵਰਕਿੰਗ ਕਲਾਸ ਦਾ ਹਿੱਸਾ ਹੈਗਾ ਉਸ ਨੂੰ ਰੁਤਬਾ ਨਹੀਂ ਮਿਲੂਗਾ। ਉਹ ਅੱਜ ਵੀ ਰੁਤਬਾ ਉਹਨਾਂ ਨੂੰ ਨਹੀਂ ਮਿਲਦਾ। ਸਾਰੀ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਅਸੀਂ ਇਹੀ ਸਮਝਦੇ ਹਾਂ ਕਿ ਇਹਨਾਂ ਦਾ ਕੀ ਹੁੰਦਾ ਹੈ ਤੇ ਇਹੋ ਜਿਹਾ ਹੀ ਹੈ। ਹਾਂਜੀ ਅਗਲਾ ਸਵਾਲ ਨਰਿੰਦਰ ਕੁਮਾਰ ਜੀ ਪੁੱਛੋ, ਅਨਮਿਊਟ ਕਰ ਲਓ। ਮਿਹਰਬਾਨੀ, ਬਹੁਤ ਵਧੀਆ ਜਾਣਕਾਰੀ ਸੀ। ਮੈਨੂੰ ਜਿਹੜੀ ਗੱਲ ਸਮਝ ਲੱਗੀ ਉਹ ਇੱਕ ਹੈ, ਕਿਸਾਨੀ ਕਿਉਂ ਸੰਘਰਸ਼ ਤੇ ਪੈ ਗਈ ਤਾਂ ਮਜ਼ਦੂਰ ਕਿਉਂ ਨਹੀਂ ਪਏ। ਉਹ ਸ਼ਾਇਦ ਇਸ ਕਰਕੇ ਕਿ ਕਿਸਾਨਾਂ ਨੇ ਪੜ੍ਹ ਲਏ, ਉਹਨਾਂ ਨੇ ਬਾਕੀਆਂ ਨੂੰ ਵੀ ਦੱਸਿਆ ਜਿਹੜੇ ਕੋਈ ਕਾਨੂੰਨ ਪਾਸ ਹੋਣ ਉਹਨਾਂ ਨੂੰ ਪੜ੍ਹ ਲਿਆ ਕਰੋ ਪਲੀਜ਼। ਬਾਕੀਆਂ ਨੇ ਨਹੀਂ ਪੜ੍ਹੇ, ਜਿੰਨੇ ਵੀ ਕਾਨੂੰਨ ਅੱਜ ਤੱਕ ਪਾਸ ਹੁੰਦੇ ਰਹੇ ਅਸੀਂ ਪੜ੍ਹਦੇ ਨਹੀਂ ਰਹੇ, ਜਿਹੜੇ ਬਣ ਗਏ। ਦੂਸਰੀ ਗੱਲ ਇਹ ਹੈ ਕਿ ਕਿਸਾਨੀ ਘੋਲ ਨੇ, ਕਿਸਾਨੀ ਮੂਵਮੈਂਟ ਨੇ ਦਲਿਤ ਮੂਵਮੈਂਟ ਨੂੰ ਸਵੀਕਾਰ ਕਰ ਲਿਆ ਔਰ ਦਲਿਤ ਮੂਵਮੈਂਟ ਨੇ ਵੀ ਕਿਸਾਨੀ ਮੂਵਮੈਂਟ ਨੂੰ ਸਵੀਕਾਰ ਕਰ ਲਿਆ ਪੂਰੀ ਤਰ੍ਹਾਂ। ਇਹ ਇਸ ਵੇਲੇ ਹੈ, ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਇਹ ਤਾਂ ਪਤਾ ਨਹੀਂ। ਜਾਣਕਾਰੀ ਤੁਹਾਡੀ ਬਹੁਤ ਵਧੀਆ ਸੀ, ਮਿਹਰਬਾਨੀ, ਥੈਂਕ ਯੂ। ਹਾਂ, ਮੈਂ ਇੱਥੇ ਇੰਨਾ ਹੀ ਕਮੈਂਟ ਕਰੂੰਗਾ, ਇਹ ਇੰਨਾ ਸੌਖਾ ਕੰਮ ਨਹੀਂ ਹੈਗਾ। ਜਦੋਂ ਸਾਨੂੰ ਪਤਾ ਲੱਗਾ ਕਿ RSS ਇੱਥੇ ਪਾੜਾ ਪਾਉਣਾ ਚਾਹੁੰਦੀ, ਸਾਡੇ ਸਮਾਜ ਨੂੰ ਜਾਤਾਂ ਦੇ ਆਧਾਰ ਤੇ ਤੋੜ ਦੇਣਾ ਚਾਹੁੰਦੀ ਹੈ, ਤੇ ਅਸੀਂ ਮੈਂ ਜਿਹੜੇ ਇੱਥੇ ਦਲਿਤ ਲੀਡਰ ਆ ਕਾਫੀ 2 ਮਹੀਨੇ ਤੋਂ ਉਪਰਾਲਾ ਕਰਕੇ ਕੁਝ ਕਨਵੈਨਸ਼ਨਾਂ ਕੀਤੀਆਂ, ਕੁਝ ਰੈਲੀਆਂ ਕੀਤੀਆਂ, ਜਿਹਦੇ ਵਿੱਚ ਕਿਸਾਨ ਲੀਡਰਾਂ ਨੂੰ ਵੀ ਬੁਲਾਇਆ ਗਿਆ। ਜਿਵੇਂ 28 ਮਾਰਚ ਨੂੰ ਇੱਕ ਵੱਡੀ ਦਲਿਤ ਰੈਲੀ ਕੀਤੀ ਗਈ ਸੀ, ਉਹਦੇ ਬੈਨਰ ਦੇ ਉੱਤੇ ਇੱਕ ਪਾਸੇ ਸ਼ਹੀਦ ਭਗਤ ਸਿੰਘ ਦਾ ਅਸੀਂ ਪੋਰਟਰੇਟ ਲਾਇਆ, ਦੂਜੇ ਪਾਸੇ ਅਸੀਂ ਭੀਮ ਰਾਓ ਅੰਬੇਦਕਰ ਸਾਹਿਬ ਦਾ ਲਾਇਆ। ਤੇ ਸਾਡਾ ਮਤਲਬ ਸੀ ਕਿ ਇਹ ਦੋਵੇਂ ਧਰਾਵਾਂ ਜਿਹੜੀਆਂ ਇਨਕਲਾਬੀ ਜਿਹੜੀ ਤਾਰਾ ਹੈਗੀ ਆ ਔਰ ਦੂਜੇ ਪਾਸੇ ਅੰਬੇਦਕਰ ਸਾਹਿਬ ਜਿਹੜਾ ਉਹ ਦਲਿਤ ਸਮੁਦਾਇ ਲਈ ਆਪਣਾ ਪੂਰਾ ਜੀਵਨ ਉਹਨਾਂ ਨੇ ਦਿੱਤਾ ਕਿ ਇਹਨਾਂ ਦੀ ਲਿਬਰੇਸ਼ਨ ਸਮਾਜਿਕ ਅਪਰੈਸ਼ਨ ਤੋਂ, ਸਮਾਜਿਕ ਦਬਾਅ ਤੋਂ ਕਿਵੇਂ ਹੋਵੇ। ਤਾਂ ਅਸੀਂ ਉਸ ਨੂੰ ਲਾ ਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ 'ਚ ਦਲਿਤ ਇਕੱਠੇ ਹੋਏ ਸੀ, ਉੱਥੇ ਕੁਝ ਨੌਨ ਦਲਿਤ ਸਮੁਦਾਇ ਵੀ ਆਇਆ, ਭਾਵੇਂ ਥੋੜੀ ਗਿਣਤੀ 'ਚ ਆਇਆ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ ਹੋਰ ਆ ਕੇ ਉੱਥੇ ਉਹਨਾਂ ਨੇ ਆਪਣੀ ਸ਼ਮੂਲੀਅਤ ਕੀਤੀ। ਤੇ ਸਾਡਾ ਉਪਰਾਲਾ ਇਹ ਸੀ ਕਿ ਜਿਹੜੇ ਬੜੇ ਸਦੀਆਂ ਦੇ ਵਖਰੇਵੇਂ, ਜਾਤੀਗਤ ਵਖਰੇਵੇਂ ਆ, ਉਹ ਪਾੜੇ ਨੂੰ ਹੌਲੀ ਹੌਲੀ ਕਿਵੇਂ ਦੂਰ ਕੀਤਾ ਜਾਏ। ਤਾਂ ਉਹਦਾ ਕੁਛ ਨਾ ਕੁਛ ਅਸਰ ਹੁੰਦਾ ਵੀ ਨਜ਼ਰ ਆ ਰਿਹਾ। ਹਾਂਜੀ, ਅਗਲਾ ਕੁਲਦੀਪ ਬੋਪਰਾਏ ਹੋਰਾਂ ਦਾ ਸਵਾਲ, ਉਸ ਤੋਂ ਬਾਅਦ ਬਲਦੇਵ ਬਰਾੜ ਹੋਣੀ ਤਿਆਰ ਹੈ। ਕੁਲਦੀਪ ਬੋਪਰਾਏ। ਹਾਂਜੀ, ਮੇਰਾ ਸਵਾਲ ਨਹੀਂ, ਇੱਕ ਪੁਆਇੰਟ ਹੀ ਆ ਕਿ ਆਪਾਂ ਜਦੋਂ ਗੱਲ ਕਰਦੇ ਆ ਕਿ ਦਲਿਤ ਦੇ ਜਿਹੜੇ ਸਿੱਖ ਆ ਵੀ ਇਹ ਕਿਉਂ ਪੂਰੇ ਇਕੱਠੇ ਨਹੀਂ ਹੋ ਰਹੇ। ਦੇਖਣ 'ਚ ਆਇਆ ਕਿ ਦਿੱਲੀ ਦੇ ਵਿੱਚ ਪੀਲੀਆਂ ਚੁੰਨੀਆਂ, ਪੀਲੇ ਕੱਪੜੇ ਜਿਹੜੇ ਉਹਨਾਂ ਦਾ ਦਿਖਾਵਾ ਦਿੱਤਾ ਗਿਆ, ਇਹ ਸ਼ਾਇਦ ਲੋੜ ਸੀ ਉਹਨਾਂ ਲੋਕਾਂ ਨੂੰ ਉੱਥੇ ਲਿਜਾਣ ਦੀ, ਪਰ ਇਹ ਇੱਕ ਵੱਖਰਾ ਕਲਚਰ ਜਿਹਾ ਸ਼ੁਰੂ ਹੋਇਆ। ਦੂਸਰੇ ਜਗ੍ਹਾ ਤੇ ਨਿਹੰਗ ਚੱਲ ਗਏ,
ਉਹਨਾਂ ਦੀ ਬੋਲੀ, ਉਹਨਾਂ ਦਾ ਇਕੱਲੇ ਨਿਹੰਗਾਂ ਦਾ ਹੀ ਨਹੀਂ, ਬਾਕੀ ਹੋਰ ਵੀ ਜਿਹੜੇ ਸਾਡੇ ਬੁਲਾਰੇ ਕਿਸਾਨਾਂ ਦੇ ਵੀ ਸੀ, ਉਹਨਾਂ ਨੇ ਵੀ ਸਿੱਖ ਭਾਈਚਾਰੇ ਨੂੰ ਜ਼ਿਆਦਾ ਅੱਗੇ ਰੱਖਿਆ। ਸ਼ਾਇਦ ਏਦਾਂ ਲੱਗਦਾ ਕਿ ਇਹਦੇ ਨਾਲ ਜਿਹੜਾ ਦਲਿਤ ਭਾਈਚਾਰਾ ਹੈ ਜਾਂ ਹਿੰਦੂ ਭਾਈਚਾਰਾ ਆ, ਉਹ ਇੱਕ ਕਲਚਰ ਦੇ ਤੌਰ ਤੇ ਮੁੜ ਕੇ ਫੇਰ ਪਿੱਛੇ ਰਹਿਣਾ ਸ਼ੁਰੂ ਹੋ ਗਿਆ। ਇਹਦੇ ਬਾਰੇ ਕਿਉਂ ਹੋ ਗਈ? ਮੈਂ ਦੱਸਦਾ ਕਿ ਦੋ ਜਗ੍ਹਾ ਮੂਵਮੈਂਟ ਦੀ ਤਸਵੀਰ ਅਲੱਗ-ਅਲੱਗ ਆ। ਜੇ ਤੁਸੀਂ ਟਿਕਰੀ ਬਾਰਡਰ ਤੇ ਜਾਓ, ਜਿੱਥੇ ਕਿ 17 ਕਿਲੋਮੀਟਰ ਦਾ ਮੈਂ ਤੁਹਾਨੂੰ ਅਸੀਂ ਨਾਪਿਆ ਹੋਇਆ ਲੰਬੀਆਂ ਬਖਤਰਬੰਦ ਗੱਡੀਆਂ ਖੜੀਆਂ ਆ, ਉੱਥੇ ਇਹੋ ਜਿਹਾ ਜ਼ਿਆਦਾ ਜਾਣੀ ਸਿੱਖ ਸੰਸਕਾਰਾਂ ਦੀ ਸਿੱਧੇ ਤੌਰ ਤੇ ਸਟੇਜ ਤੋਂ ਉਨੀ ਪਾਣ ਨਹੀਂ ਚੜੀ ਹੋਈ। ਪਰ ਕੁਛ ਜਥੇਬੰਦੀਆਂ ਜਿਹੜੀਆਂ ਸਿੰਘੂ ਬਾਰਡਰ ਤੇ ਸੀ, ਕਿਸਾਨ ਜਥੇਬੰਦੀਆਂ ਵੱਲੋਂ ਹੀ ਇਹੋ ਜਿਹਾ ਉਪਰਾਲਾ ਸ਼ੁਰੂ ਤੋਂ ਹੀ ਕਰਤਾ ਕਿ ਸਟੇਜ ਦੇ ਉੱਤੇ ਪਾਠ ਪੂਜਾ ਕਰਨੀ ਆ ਗੁਰੂ ਗ੍ਰੰਥ ਸਾਹਿਬ ਦਾ, ਜਾਂ ਹੋਰ ਇਸ ਤਰ੍ਹਾਂ ਦਾ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ। ਫਿਰ ਉਹਦੇ ਤੋਂ ਕੁਦਰਤੀ ਹੈ ਕਿ ਇਸ ਕਿਸਮ ਦਾ ਵੀ ਲੱਗਣ ਲੱਗਾ ਉਹਨਾਂ ਨੂੰ ਕਿ ਹੁਣ ਤੇ ਹਰਿਆਣੇ ਦੇ ਬਹੁਤ ਸਾਰੇ ਬੰਦੇ ਆ ਗਏ ਆ, ਫਿਰ ਥੋੜਾ ਤੁਸੀਂ ਉਹਨਾਂ ਦੇ ਪਾਠ ਪੂਜਾ ਦਾ ਵੀ ਕਰਨਾ ਪਊ। ਉਹ ਵੀ ਹੁੰਦਾ ਹੈ, ਉਹ ਵੀ ਹੁੰਦਾ ਉੱਥੇ। ਪਰ ਇਹ ਤੁਹਾਡੀ ਗੱਲ ਠੀਕ ਹੈ ਕਿ ਮੂਵਮੈਂਟਸ ਨੂੰ ਧਰਮ ਤੋਂ ਥੋੜਾ ਜਿਹਾ ਜੇ ਅਲੱਗ ਰੱਖਿਆ ਜਾਏ ਤਾਂ ਉਹਦਾ ਫਾਇਦਾ ਰਹਿੰਦਾ। ਬਹੁਤ ਸਾਰੇ ਲੋਕ ਫਿਰ ਆਪਣਾ ਧਰਮ ਨੂੰ ਆਪਣੀ ਜਗ੍ਹਾ ਤੇ ਰੱਖੋ, ਪਰ ਸਾਡੇ ਪਰ ਨਾ ਇੱਕ ਬੜੀ ਟਿਪੀਕਲ ਬੜੀ ਆਪਣੀ ਕਿਸਮ ਦੀ ਚੁਣੌਤੀ ਹੈਗੀ ਆ। ਹੁਣ ਜਿੰਨੇ ਲੰਗਰ ਲੱਗਦੇ ਆ ਉਹ ਗੁਰਦੁਆਰਾ ਸਾਹਿਬ ਤੋਂ ਆਉਂਦੇ ਆ, ਲੰਗਰ ਤੋਂ ਬਗੈਰ ਉੱਥੇ ਚੱਲ ਨਹੀਂ ਸਕਦਾ। ਲੰਗਰ ਦੀ ਪ੍ਰਥਾ ਵੀ ਸਿੱਖ ਦੀ ਪ੍ਰਥਾ ਹੈਗੀ ਆ। ਫਿਰ ਤੁਸੀਂ ਇਸ ਨੂੰ ਕਲੀਅਰਲੀ ਡੀਮਾਰਕੇਟ ਕਰਕੇ ਚੱਲਣਾ ਕਿ ਧਰਮ ਨੂੰ ਬਿਲਕੁਲ ਪ੍ਰਾਈਵੇਟ ਅਫੇਅਰ ਆ, ਅਨਲਾਈਕ ਇਨ ਦਾ ਵੈਸਟ, ਤੇ ਇੱਥੇ ਤੁਸੀਂ ਕਰ ਨਹੀਂ ਸਕਦੇ। ਉਹ ਤੁਹਾਡੇ ਡੇਲੀ ਜੀਵਨ ਦੇ ਨਾਲ ਇੰਨਾ ਲੋਥਪੋਤ ਹੋ ਜਾਂਦਾ ਆ ਕਿ ਉਹਦੇ ਚੋਂ ਤੁਸੀਂ ਉਸ ਨੂੰ ਕਲੀਅਰਲੀ ਡੀਮਾਰਕੇਟ ਕਰਕੇ ਰੱਖਣਾ ਕਿ ਧਰਮ ਪ੍ਰਾਈਵੇਟ ਅਫੇਅਰ ਬਣਿਆ ਰਹੇ, ਬਾਕੀ ਸੋਸ਼ਲ ਇਕਨੋਮਿਕ ਅਤੇ ਪੋਲੀਟੀਕਲ ਅਫੇਅਰ ਜਿਹੜੇ ਆ ਉਹ ਅਲੱਗ ਰਹਿਣ। ਉਹ ਕਾਫੀ ਇੱਥੇ ਤੇ ਇਸ ਤਰ੍ਹਾਂ ਇੱਕ ਦੂਜੇ ਨਾਲ ਜੁੜਿਆ ਹੀ ਰਹਿੰਦਾ, ਤੇ ਮੈਨੂੰ ਲੱਗਦਾ ਉਹਦੇ 'ਚ ਕੋਈ ਇਹੋ ਜਿਹੀ ਦਿੱਕਤ ਨਹੀਂ ਹੈਗੀ। ਜੇ ਤੁਸੀਂ ਆਪ ਗਏ ਹੋ ਜਾਂ ਤੁਹਾਡੇ ਸੱਜਣ ਮਿੱਤਰ ਗਏ ਹੋਣਗੇ, ਜੋ ਤੁਸੀਂ ਸ਼ੰਕਾ ਪ੍ਰਗਟ ਕਰ ਰਹੇ ਆ ਕਿ ਉਹ ਇੱਕ ਦੂਜੇ ਦੇ ਨਾਲ ਥੋੜਾ ਜਿਹਾ ਅਲੱਗ ਦੇਖਦੇ ਹੋਣਗੇ, ਪ੍ਰੈਕਟੀਕਲੀ ਧਰਾਤਲ ਦੇ ਉੱਤੇ ਇਹੋ ਜਿਹੀ ਕੋਈ ਗੱਲ ਨਹੀਂ। ਸਗੋਂ ਬਹੁਤ ਚੰਗਾ ਮੈਸੇਜ ਪੰਜਾਬੀਆਂ ਬਾਰੇ, ਸਿੱਖਾਂ ਬਾਰੇ ਪੂਰੇ ਦੇਸ਼ ਦੇ ਵਿੱਚ ਗਿਆ ਕਿ ਇਹ ਤੇ ਦਾਨੀ ਲੋਕ ਆ, ਇਹ ਤੇ ਮਿਲਣਸਾਰ ਸੱਜਣ ਆ, ਕੁਰਬਾਨੀ ਵਾਲੇ ਲੋਕ ਆ, ਦਿਵੰਗ ਲੋਕ ਆ। ਸਾਨੂੰ ਤੇ ਇਹਨਾਂ ਬਾਰੇ ਹੋਰ ਹੀ ਦੱਸਿਆ ਸੀ 84 ਵੀ ਜਿਵੇਂ ਗਦਾਰ ਲੋਕ ਹੋਣ, ਜਾਂ ਹਮੇਸ਼ਾ ਟਿੰਡ ਚਕਾਨਾ ਪਾਉਣ ਵਾਲੇ ਹੋਣ, ਜਾਂ ਦੇਸ਼ ਤੋਂ ਅਲੱਗ ਹੋਣਾ ਚਾਹੁੰਦੇ ਹੋਣ। ਕਹਿੰਦੇ ਸਾਨੂੰ ਜਾਣੀ ਉਹਨਾਂ ਦੇ ਮਨਾਂ 'ਚ ਜ਼ਿਆਦਾ ਇਹੋ ਜਿਹੀ ਭਾਵਨਾ ਭਰੀ ਸੀ, ਤੇ ਹੁਣ ਉਹਨਾਂ ਨੂੰ ਲੱਗਦਾ ਕਿ ਨਹੀਂ, ਅਸਲ 'ਚ ਮਾਨਿਆ 'ਚ ਇਹ ਬਹੁਤ ਹੀ ਮਾਨਵਵਾਦੀ ਇੱਕ ਸੱਭਿਆਚਾਰ ਤੇ ਸਮਾਜ ਹੈਗਾ, ਜਿਸ ਦੀ ਬੜੋਤਰੀ ਜਾਂ ਜਿਸ ਦਾ ਫਲਾਹ ਪੂਰੇ ਦੇਸ਼ 'ਚ ਹੋਣਾ ਜ਼ਰੂਰੀ ਹੈ ਜੇ ਅਸੀਂ ਦੇਸ਼ ਨੂੰ ਇਕੱਠਾ ਰੱਖਣਾ ਤੇ ਇੱਥੇ ਮਾਨਵਵਾਦੀ ਕਦਰਾਂ ਕੀਮਤਾਂ ਦਾ ਕਾਇਮ ਰੱਖਣਾ। ਹਾਂਜੀ ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਬਲਦੇਵ ਬਰਾੜ ਹੋਰਾਂ ਨੂੰ ਕਹਾਂ ਆਪਣਾ ਕੁਐਸਚਨ ਪੁੱਛਣ, ਆਪਣੇ ਕੋਲ 5-7 ਮਿੰਟ ਹੋਰ ਹੈ, ਤੇ ਜੇ ਕਿਸੇ ਦਾ ਸਵਾਲ ਹੋਵੇ ਠੀਕ, ਨਹੀਂ ਤੇ ਆਪਾਂ ਕਨਕਲੂਡ ਕਰਾਂਗੇ। ਬਲਦੇਵ ਬਰਾੜ ਹੋਰੀ। ਮੈਂ ਮਿਊਟ ਕਰ ਦਿੱਤਾ ਸੀ। ਮੇਰਾ ਕੁਐਸਚਨ ਇਹ ਹੈ ਵੀ ਜਿਹੜੀ ਮਿਨੀਮਮ ਵੇਜ ਗਵਰਨਮੈਂਟ ਵੱਲੋਂ ਮੁਕਰਰ ਕੀਤੀ ਜਾਂਦੀ ਹੈ, ਉਹ ਲਿਵਿੰਗ ਵੇਜ ਨਹੀਂ ਹੈ। ਲਿਵਿੰਗ ਵੇਜ ਮੰਗਣ ਤੇ ਚਾਹੀਦੀ ਹੈ, ਲਿਵਿੰਗ ਵੇਜ ਤੇ ਸੰਘਰਸ਼ ਕਰਨਾ ਚਾਹੀਦਾ ਹੈ, ਕਿਉਂਕਿ ਡਾਕਟਰ ਅਕਰਾਇਡ ਫਾਰਮੂਲਾ ਹੈ ਜਿਹਦੇ ਤੇ ਉਹਨਾਂ ਨੇ ਮਿਨੀਮਮ ਸਟੈਂਡਰਡ ਰੱਖਿਆ ਹੈ ਵੀ ਕਿੰਨੀ ਖੁਰਾਕ, ਕਿਹੜੀ ਖੁਰਾਕ ਹੋਣੀ ਚਾਹੀਦੀ ਹੈ। ਤੇ ਕੀ ਇਸ ਸਬਜੈਕਟ ਤੇ ਕੋਈ ਕੰਮ ਕੀਤਾ ਜਾ ਰਿਹਾ? ਮੇਰੀ ਬੇਨਤੀ ਹੈ ਕਿ ਬਹੁਤ ਦੇਰ ਤੱਕ ਜਿਵੇਂ ਸਾਡਾ ਸਕੂਟਰ ਤੇ ਕਾਰਾਂ ਦਾ ਆਪਾਂ ਸੀਸੀ ਨਾਲ ਮੇਜਰ ਕਰਦੇ ਹਾਂ ਵੀ ਕਿੰਨੀ ਇਹਦੀ ਇੰਜਣ ਦੀ ਤਾਕਤ ਆ, ਤੇ ਇਨਸਾਨ ਨੂੰ ਕੈਲਰੀਜ਼ ਦੇ ਨਾਲ ਮੇਜਰ ਕਰਕੇ ਸਾਡੀ ਇੱਥੇ ਵੇਜ ਤੈਅ ਹੁੰਦੀ ਰਹੀ। ਇਹ ਕੋਈ ਇਨਸਾਨ ਦੀ ਕੋਈ ਕਲਚਰਲ ਲੋੜਾਂ ਜਾਂ ਹੋਰ ਸਿਹਤ ਦੀਆਂ ਲੋੜਾਂ ਜਾਂ ਹੋਰ ਐਸਥੈਟਿਕ ਲੋੜਾਂ ਨਹੀਂ ਹੁੰਦੀਆਂ ਹੈਗੀਆਂ, ਬਹੁਤ ਲੋੜਾਂ ਹੁੰਦੀਆਂ ਹਰ ਇਨਸਾਨ ਦੀਆਂ। ਤੁਸੀਂ ਉਹਨੂੰ ਸਿਰਫ ਘੋੜਿਆਂ ਵਾਂਗੂ ਟਰੀਟ ਕਰੋ ਕਿ ਇਹਨਾਂ ਦੀ ਬਾਡੀ ਦੀ ਕੈਲਰੀਜ਼ ਕਿੰਨੀਆਂ ਚਾਹੀਦੀਆਂ, ਤੇ ਉਹਦੇ ਨਾਲ ਉਹਨਾਂ ਦੀ ਮਿਨੀਮਮ ਵੇਜ ਤੈਅ ਕਰੋ। ਇਹ ਅੰਗਰੇਜ਼ ਇਹ ਪ੍ਰਥਾ ਛੱਡ ਗਏ ਸੀ, ਉਹ ਲਗਾਤਾਰ ਜਾਰੀ ਰਹੀ। ਰਹੀ ਗੱਲ ਮਿਨੀਮਮ ਐਕਚੁਅਲ ਵੇਜ ਕਿਵੇਂ ਤੈਅ ਹੁੰਦੀ ਹੈ, ਇੱਥੇ ਇੱਕ ਟ੍ਰਾਈਪੈਟਾਈਟ ਬਾਡੀ ਹੈ ਜਿਹਦੇ ਵਿੱਚ ਟ੍ਰੇਡ ਯੂਨੀਅਨ ਲੀਡਰ, ਮਾਲਿਕ
ਤੇ ਸਰਕਾਰ ਦੇ ਨੁਮਾਇੰਦੇ ਇੱਕ ਬਾਡੀ ਹੈ ਜਿਹੜੀ ਲਗਾਤਾਰ ਮੀਟਿੰਗ ਕਰਕੇ ਇਹਦੇ ਬਾਰੇ ਰਿਜ਼ੋਲਵ ਕਰਦੀ ਹੈ ਕਿ ਅਸਲ 'ਚ ਲਿਵਿੰਗ ਵੇਜ ਕਿੰਨੀ ਹੋਣੀ ਚਾਹੀਦੀ। ਉਹ ਪਿੱਛੇ ਜੇ ਮੈਨੂੰ 5-6 ਸਾਲ ਪਹਿਲਾਂ ਦਾ ਪਤਾ, ਮੈਨੂੰ ਕੋਈ ਟ੍ਰੇਡ ਯੂਨੀਅਨ ਲੀਡਰ ਦੱਸਦੇ ਸੀ ਕਿ ਉਦੋਂ ਉਹਨਾਂ ਨੇ 15,000 ਤੈਅ ਕੀਤੀ ਸੀ, ਜਦ ਕਿ ਧਰਾਤਲ ਦੇ ਉੱਤੇ 5-6 ਹਜ਼ਾਰ ਉਦੋਂ ਮਿਨੀਮਮ ਵੇਜ ਮਿਲਦੀ ਸੀਗੀ। ਇਹ ਹਾਲਤ ਹੈ ਸਾਡੇ ਦੇਸ਼ ਦੀ, ਤੇ ਇਹੀ ਕਮਜ਼ੋਰੀ ਜਿਹੜੀ ਵੱਡੇ ਪੱਧਰ ਤੇ ਟ੍ਰੇਡ ਯੂਨੀਅਨਾਂ ਦੀ ਹੈਗੀ ਹੈ, ਜੋ ਸਾਡੀਆਂ ਟ੍ਰੇਡ ਯੂਨੀਅਨਾਂ ਮਜ਼ਬੂਤ ਨਹੀਂ ਹੋ ਪਾਈਆਂ ਇੰਨੇ ਕਾਨੂੰਨ ਹੋਣ ਦੇ ਬਾਵਜੂਦ, ਜਿਹੜੇ ਸਹੂਲਤ ਵਾਲੇ ਸੀਗੇ, ਉਹਦੇ ਕਮਜ਼ੋਰੀ ਕਰਕੇ ਹੀ ਅਸੀਂ ਜਿਹੜੀ ਟ੍ਰਾਈਪਾਰਟਾਈਟ ਇਹੋ ਜਿਹੀਆਂ ਮੀਟਿੰਗਾਂ ਦੇ ਫੈਸਲਿਆਂ ਨੂੰ ਵੀ ਲਾਗੂ ਨਹੀਂ ਕਰਵਾ ਪਾਉਂਦੇ। ਮੇਰੇ ਮੁਤਾਬਕ ਅੱਜ ਦੀ ਮਹਿੰਗਾਈ 'ਚ ਜਿਸ ਕਿਸਮ ਦਾ ਇਹ ਕਹਿੰਦੇ ਕਿ 3 ਮਾਈਨਰ ਤੇ 2 ਹਸਬੈਂਡ ਵਾਈਫ ਕੁੱਲ ਮਿਲਾ ਕੇ 5 ਦੇ ਜੀ ਲਈ ਜਿਹੜੀ ਵੇਜ ਆ, ਉਹ ਕਿਸੇ ਰੂਪ 'ਚ ਵੀ ਅੱਜ ਦੀ ਤਰੀਕ 'ਚ 20,000 ਤੋਂ ਘੱਟ ਨਹੀਂ ਬਣਦੀ, ਜਦ ਕਿ ਬਹੁਤ ਸਾਰਿਆਂ ਸੂਬਿਆਂ 'ਚ 7-7,500 ਅਜੇ ਵੀ ਹੈ। ਪੰਜਾਬ 'ਚ ਥੋੜੀ ਜ਼ਿਆਦਾ, ਚੰਡੀਗੜ੍ਹ 'ਚ ਜਾਂ ਸ਼ਹਿਰਾਂ 'ਚ ਥੋੜੀ ਉਹ ਜ਼ਿਆਦਾ ਹੈਗੀ, ਪਿੰਡਾਂ ਦੀ ਮੈਂ ਗੱਲ ਕਰਦਾ। ਇਹ ਸਾਡੀ ਹਾਲਾਤ ਹੈਗੀ ਹੈ। ਹਾਂਜੀ, ਹੈਲੋ ਜੀ, ਸੰਗਰਾਮ ਵੀਰ ਜੀ, ਤੁਸੀਂ ਅਨਮਿਊਟ ਮੈਂ ਕਰਾਂ ਇਧਰੋਂ? ਅਨਮਿਊਟ ਕਰਿਓ ਤੁਸੀਂ। ਹਾਂਜੀ ਹੁੰਦਲ ਸਾਹਿਬ ਸੰਗਰਾਮ ਵੀਰ ਜੀ ਨੂੰ ਕਿਉਂ, ਕਪੂਰ ਉਹਨਾਂ ਨੂੰ, ਜੇ ਉਹਨਾਂ ਨੇ ਕੋਈ ਗੱਲ ਕਰਨੀ ਆ ਉਹਨਾਂ ਨੂੰ ਅਨਮਿਊਟ ਕਰ ਲੈਣ। ਹਾਂਜੀ, ਕਰੋ ਗੱਲ ਜੀ। ਹਾਂਜੀ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ। ਪ੍ਰਦੀਪ ਆ ਮੇਰਾ ਲੜਕਾ ਸੰਗਰਾਮ ਵੀਰ, ਪ੍ਰਦੀਪ ਜੋਧਾ ਬੋਲ ਰਿਹਾ। ਅੱਛਾ। ਉਹ ਸੰਗਰਾਮ ਮੇਰਾ ਲੜਕਾ ਜੀ, ਲੜਕਾ ਨਾ ਮੇਰਾ, ਮੈਂ ਇੱਥੇ ਆ ਕੈਨੇਡਾ 'ਚ ਆ। ਠੀਕ ਹੈ ਜੀ, ਲੜਕੇ ਕੋਲੇ ਰਹਿ ਰਹੇ ਆ। ਅੱਛਾ ਬਹੁਤ ਜੀ, ਸੋਹਣੀ ਗੱਲ। ਪ੍ਰੋਫੈਸਰ ਸਾਹਿਬ, ਹਾਂਜੀ ਹੈਲੋ, ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ। ਹਾਂਜੀ ਪ੍ਰੋਫੈਸਰ ਸਾਹਿਬ, ਇਹ ਹੈ ਵੀ ਮੈਂ ਥੋੜੀ ਜਿਹੜੀ ਅੰਬੇਦਕਰ ਦੀ ਵਿਚਾਰਧਾਰਾ ਤੇ ਆਪਣੀ ਲੈਫਟ ਦੀ ਵਿਚਾਰਧਾਰਾ ਵਿੱਚ ਕੀ ਸਮਾਨਤਾ ਤੇ ਕੀ ਫਰਕ ਆ, ਜਾਂ ਕਿ ਸਿਮਿਲਰਿਟੀ ਡਿਸਸਿਮਿਲਰਿਟੀ ਬਾਰੇ ਕੁਝ ਦੱਸ ਸਕਦੇ ਹੋ? ਦੇਖੋ, ਬੜੀ ਸਾਫ਼ ਗੱਲ ਹੈ। ਮੋਟੇ ਤੌਰ ਤੇ ਥੋੜੇ ਟਾਈਮ ਤੇ ਮੈਂ ਇਹੀ ਕਹਿ ਸਕਦਾ ਹਾਂ ਕਿ ਜਿਹੜੇ ਕਾਮਰੇਡ ਸੀਗੇ, ਜੇ ਮੈਂ ਹੁਣ ਦੇਸੀ ਭਾਸ਼ਾ 'ਚ ਗੱਲ ਕਰਨ ਲੱਗਾ, ਇਹਨਾਂ ਨੂੰ ਕਲਾਸ ਤੋਂ ਪਰੇ ਨਹੀਂ ਕੁਝ ਦਿਖਿਆ। ਜੋ ਇਹਨਾਂ ਨੇ ਕਲਾਸ ਕਹਿ ਲਓ ਜਾਂ ਉਹਨੂੰ ਕਿਤਾਬ ਕਹਿ ਲਓ, ਇਹਨਾਂ ਨੂੰ ਕਿਤਾਬ ਤੋਂ ਵੀ ਪਰੇ ਕੁਝ ਨਹੀਂ ਦਿਖਿਆ। ਤੇ ਇਹ ਕਿਤਾਬੀ ਜੋ ਪੜ੍ਹਾਈ ਸੀ ਉਸ ਨੂੰ ਜਿਉਂ ਦਾ ਤਿਉਂ ਧਰਾਤਲ ਦੇ ਰੂਪ ਦੇ ਉੱਤੇ ਲਾਗੂ ਕਰਨ ਦੀ ਧੱਕੇ ਨਾਲ ਕੋਸ਼ਿਸ਼ ਕਰਦੇ ਰਹੇ। ਮੈਨੂੰ ਲੱਗਦਾ ਕਿ ਭੀਮ ਰਾਓ ਅੰਬੇਦਕਰ ਸਾਹਿਬ ਨੇ, ਉਹ ਇਕਨੋਮਿਸਟ ਸੀਗੇ, ਉਹਨਾਂ ਦਾ ਕਾਮਰਸ ਦੇ ਵਿੱਚ ਵੀ ਡਿਗਰੀ ਸੀ, ਉਹ ਬਹੁਤ ਸਿਆਣੇ ਸੀ, ਫਾਈਨੈਂਸ ਕੈਪੀਟਲ ਦੇ ਵਿੱਚ, ਬੈਂਕਿੰਗ ਦੇ ਵਿੱਚ ਉਹਨਾਂ ਦੀ ਬੜੀ ਨੌਲੇਜ ਸੀ। ਉਹਨਾਂ ਨੇ ਇੱਥੇ ਦੀ ਜਿਹੜੀਆਂ ਅਸਲੀ ਮੁਸ਼ਕਲਾਂ ਕੀ ਹੈ ਉਸ ਨੂੰ ਜ਼ਿਆਦਾ ਨੇੜਿਓਂ ਓਰੀਜਨਲ ਢੰਗ ਦੇ ਨਾਲ ਸਮਝਿਆ। ਲੋੜ ਇਹ ਸੀ ਕਿ ਜਿਹੜੇ ਸਾਡੇ ਕਲਾਸਾਂ ਵਾਲੇ ਬੰਦੇ ਸੀ, ਜਿਹੜੇ ਜਮਾਤੀ ਸੰਘਰਸ਼, ਜਮਾਤਾਂ, ਕਲਾਸ ਇਨ ਇਟ ਸੈਲਫ, ਕਲਾਸ ਫਾਰ ਇਟ ਸੈਲਫ, ਕਲਾਸ ਕੌਨਸ਼ੀਅਸਨੈਸ, ਕਲਾਸ ਸਟਰਗਲ, ਕਲਾਸ ਕਰਦੇ ਰਹੇ, ਬੜੀਆਂ ਕੈਟੇਗਰੀਜ਼ ਦੇ ਵਿੱਚ ਉਹਨੂੰ ਦੇਖਦੇ ਰਹੇ। ਉਹਨਾਂ ਨੂੰ ਇਹ ਕਾਸਟ ਵੀ ਦੇਖਣਾ ਚਾਹੀਦਾ ਸੀਗਾ। ਜੇ ਦੋਵਾਂ ਨੂੰ ਨਾਲ ਰਲ ਕੇ ਚੱਲਦੇ ਤੇ ਹੋ ਸਕਦਾ ਬਹੁਤ ਸਾਰੇ ਅੰਬੇਦਕਰਾਈਟਸ ਵੀ ਇਹਨਾਂ ਦੀ ਮੂਵਮੈਂਟ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੁੰਦੇ। ਇਹ ਹੈਗਾ ਤੇ ਕੰਮ ਔਖਾ ਸੀਗਾ, ਜੋਖਮ ਵਾਲਾ ਕੰਮ ਸੀ। ਬਹੁਤ ਸਾਰਿਆਂ ਲੋਕਾਂ ਦੇ ਨਾਲ ਪੰਗੇਬਾਜ਼ੀ ਲੈਣ ਦੀ ਵੀ ਲੋੜ ਪੈ ਸਕਦੀ ਸੀਗੀ, ਪਰ ਉਦੋਂ ਬਗੈਰ ਇਹ ਜਿਹੜੀਆਂ ਜੰਜੀਰਾਂ ਜਾਂ ਕੋੜ ਆ, ਇਹ ਟੁੱਟਣਾ ਵੀ ਨਹੀਂ। ਤੇ ਇਸ ਕਰਕੇ ਇਹ ਦੋਵੇਂ ਹੀ ਅਲੱਗ-ਅਲੱਗ ਪੈਰਲਲ ਤਰ੍ਹਾਂ ਹੀ ਚੱਲਦੀਆਂ ਰਹੀਆਂ। ਜੋ ਧਰਾਤਲ ਦੀ ਸਿਚੁਏਸ਼ਨ ਸੀ, ਉਹ ਆਪਣੀ ਕਿਤਾਬੀ ਥਿਓਰੈਟੀਕਲ ਕੰਸਟਰਕਟਸ ਤੋਂ ਬਾਹਰ ਆ ਕੇ ਕਾਮਰੇਡ ਜਿਹੜੇ ਆ, ਉਹਨਾਂ ਨੇ ਉਸ ਨੂੰ ਐਕਨੋਲੇਜ ਨਹੀਂ ਕੀਤਾ। ਹੁਣ ਪਿੱਛੇ ਜੇ ਮੈਂ ਦੇਖਿਆ 5-7 ਸਾਲਾਂ ਦੇ, ਉਹ ਇਸ ਗੱਲ ਦੇ ਉੱਤੇ ਵੀ ਕਾਫੀ ਸੋਚਣ ਵੀ ਲੱਗੇ ਆ, ਉਹਨਾਂ ਨੇ ਕੁਝ ਕੰਮ ਵੀ ਕਰਨਾ ਸ਼ੁਰੂ ਕੀਤਾ, ਪਰ ਹੁਣ ਉਹ ਬਹੁਤ ਲੇਟ ਆ। ਮੈਨੂੰ ਲੱਗਦਾ ਨਹੀਂ ਕਿ ਇੰਨਾ ਲੇਟ ਜਿਹੜਾ ਉਹ ਕਿਵੇਂ ਤੇਜ਼ੀ ਨਾਲ ਭੱਜ ਕੇ ਕੱਢਣਗੇ। ਹਾਂਜੀ ਹਾਂਜੀ ਹੁੰਦਲ ਸਾਹਿਬ ਹਰਜੀਤ ਗਿੱਲ ਜੀ, ਤੁਸੀਂ ਸਵਾਲ ਪੁੱਛੋ।
ਇਹ ਦੇਖੋ, ਮੈਂ ਪਿਛਲੀ ਗੱਲ ਤੋਂ ਹੀ ਸ਼ੁਰੂ ਕਰ ਦਿੰਦਾ ਆ ਕਿ ਟ੍ਰੇਡ ਯੂਨੀਅਨਾਂ ਬਹੁਤ ਕਮਜ਼ੋਰ ਹੋ ਚੁੱਕੀਆਂ ਆ। ਨਹੀਂ ਤੇ ਹੁਣ ਤੱਕ ਤੇ ਪੂਰਾ ਦੇਸ਼ ਦੇ ਵਿੱਚ ਇੱਕ ਵੱਡਾ ਤੂਫਾਨ ਖੜਾ ਕਰ ਦੇਣਾ ਚਾਹੀਦਾ ਸੀ। ਮੈਂ ਖੁਦ ਇਸ ਗੱਲ ਤੋਂ ਬਹੁਤ ਨਿਰਾਸ਼ ਹਾਂ। ਮੈਂ ਬੜੇ ਦੁੱਖ ਨਾਲ ਕਹਿੰਦਾ ਹਾਂ ਕਿਉਂਕਿ ਮੇਰੀ ਸਾਰੀ 40-45 ਸਾਲ ਦੀ ਜਿਹੜੀ ਰਿਸਰਚ ਆ, ਖੋਜਬੀਨ ਆ, ਉਹ ਮਜ਼ਦੂਰਾਂ ਤੇ ਹੈ। ਤੇ ਜੇ ਮਜ਼ਦੂਰ ਜਦੋਂ ਐਨ ਬੜੀ ਕ੍ਰਿਟੀਕਲ, ਜਦੋਂ ਉਹਨਾਂ ਦੇ ਉੱਤੇ ਵੱਡਾ ਹਮਲਾ ਹੋਇਆ, ਸਾਰਾ ਪਬਲਿਕ ਸੈਕਟਰ ਨੂੰ ਵਾਈਂਡ ਅਪ ਕੀਤਾ ਜਾ ਰਿਹਾ, ਕੰਮ ਨਹੀਂ ਮਿਲ ਰਿਹਾ, ਬੇਰੁਜ਼ਗਾਰੀ 7.4% ਆ। ਮੈਨੂੰ ਲੱਗਦਾ ਆਜ਼ਾਦ ਭਾਰਤ 'ਚ ਪਹਿਲੀ ਵਾਰੀ ਏਡੇ ਵੱਡੀ ਪੱਧਰ ਤੇ ਬੇਰੁਜ਼ਗਾਰੀ ਫੈਲ ਰਹੀ ਹੈ। ਡੈਟ ਸਾਡੇ ਗੌਰਮੈਂਟ ਦੇ ਉੱਤੇ ਇੰਨਾ ਜ਼ਿਆਦਾ ਕਿ ਡੈਟ GDP ਰੇਸ਼ੋ ਆਲਮੋਸਟ 95% ਜਾ ਚੁੱਕੀ ਆ। ਇਹਦਾ ਮਤਲਬ ਇਹ ਹੈ ਕਿ ਜਿੰਨੀ ਕਿ ਸਾਡੀ ਪੈਦਾਵਾਰ ਆ, ਉਹਨਾਂ ਕੀ ਸਾਡੇ ਤੇ ਉੱਤੇ ਕਰਜ਼ਾ। ਇਹ ਕੋਈ ਛੋਟੇ ਸੰਕਟ ਨਹੀਂ ਆ। ਇਹਦੇ ਵਿੱਚ ਸਾਡਾ ਜਿਹੜਾ ਹਰਾਵਲ ਦਸਤਾ ਵਰਕਿੰਗ ਕਲਾਸ ਆ ਜਾਂ ਟ੍ਰੇਡ ਯੂਨੀਅਨ ਆ, ਉਹਦੀ ਅਹਿਮ ਭੂਮਿਕਾ, ਇਨਕਲਾਬੀ ਭੂਮਿਕਾ ਹੋਣੀ ਚਾਹੀਦੀ ਸੀ, ਜਿਹੜੀ ਮੈਨੂੰ ਬਿਲਕੁਲ ਉਸ ਰੂਪ ਦੇ ਵਿੱਚ ਜਿੰਨੀ ਲੋੜ ਆ ਨਹੀਂ ਦੇਖਣ ਨੂੰ ਮਿਲਦੀ। ਮੈਂ ਵੀ ਤੁਹਾਡੇ ਵਾਂਗੂ ਉਹਦੇ ਨਾਲ ਅਫਸੋਸ ਹੀ ਜ਼ਾਹਰ ਕਰ ਸਕਦਾ। ਆਉਣ ਵਾਲੇ ਸਮੇਂ 'ਚ ਕੁਝ ਜੇ ਹੋਊਗਾ ਤੇ ਜ਼ਰੂਰ ਉਹ ਸਾਡੇ ਸਾਹਮਣੇ ਹੋਊਗਾ ਤੇ ਉਹਦੇ 'ਚ ਅਸੀਂ ਸਾਰਾ ਜਿੰਨਾ ਵੀ ਤਿਲਫੁਲ ਪਾ ਸਕਦੇ ਹਾਂ ਪਾਵਾਂਗੇ। ਰਹੀ ਗੱਲ ਜਿਹੜੀ ਸੰਵਿਧਾਨ ਦੇ ਨਿਰਮਾਤਾ ਦੀ, ਦੇਖੋ ਇੱਕ 1935 ਦੇ ਵਿੱਚ ਐਕਟ ਸੀ, ਗਵਰਨਮੈਂਟ ਆਫ ਇੰਡੀਆ ਐਕਟ। ਉਸ ਐਕਟ ਵਿੱਚ ਕਾਫੀ ਸੰਵਿਧਾਨ ਦਾ ਜਿਹੜਾ ਬੇਸਿਕ ਖਰੜਾ ਉਸ ਐਕਟ ਦੇ ਵਿੱਚ ਸੀਗਾ, ਉਸ ਨੂੰ ਪਾਲਿਸ਼ ਕਰਕੇ ਇੱਕ ਕਨਸਟੀਟਿਊਐਂਟ ਵੱਡੀ ਅਸੈਂਬਲੀ ਬਣੀ ਹੋਈ ਸੀ। ਉਸ ਅਸੈਂਬਲੀ ਦੇ ਇਹ ਚੇਅਰਮੈਨ ਸੀਗੇ। ਇਹ ਨਹੀਂ ਸੀ ਕਿ ਇਹਨਾਂ ਨੂੰ ਫ੍ਰੀ ਹੈਂਡ ਦਿੱਤਾ ਸੀ ਕਿ ਤੁਸੀਂ ਹੁਣ ਕਨਸਟੀਟਿਊਸ਼ਨ ਬਣਾ ਦਿਓ ਤੇ ਬਾਕੀ ਦੇ ਉਹਦੇ ਤੇ ਮੋਹਰ ਲਾ ਦੇਣਗੇ। ਛੋਟੀ ਤੋਂ ਛੋਟੀ ਗੱਲ ਦੇ ਉੱਤੇ ਵੀ ਲਗਾਤਾਰ ਅੰਦਰ ਬਹਿਸ ਹੁੰਦੀ ਸੀਗੀ। ਰਿਜ਼ਰਵੇਸ਼ਨ ਬਾਰੇ ਵੀ ਹੋਈ, ਹੋਰਨਾਂ ਚੀਜ਼ਾਂ ਬਾਰੇ ਵੀ ਹੋਈ, ਪਰ ਓਵਰਆਲ ਫਿਰ ਵੀ ਜਿੰਨਾ ਕੋ ਅੰਬੇਦਕਰ ਕਿਉਂਕਿ ਕਾਫੀ ਪੜ੍ਹੇ ਲਿਖੇ ਸੀ, ਵੈਸਟਰਨ ਐਜੂਕੇਸ਼ਨ, ਵੈਸਟਰਨ ਵੈਲਿਊਜ਼ ਤੋਂ ਵੀ ਪ੍ਰਭਾਵਿਤ ਸੀ, ਕਿਉਂਕਿ ਉਹ ਇੱਕ ਰਿਲੇਟਿਵਲੀ ਇੰਡੀਆ ਦੇ ਮੁਕਾਬਲੇ ਇਕੁਐਲਿਟੀ ਵਾਲੀਆਂ ਵੈਲਿਊਜ਼ ਸੀਗੀਆਂ, ਤੇ ਉਸ ਨੂੰ ਉਹ ਜਿੰਨਾ ਵੀ ਉਹਦੇ 'ਚ ਇਨਕਲਕੇਟ ਕਰ ਸਕੇ ਉਹਨਾਂ ਨੇ ਕੀਤਾ। ਹਾਲਾਂਕਿ ਰੈਜ਼ਿਸਟੈਂਸ ਬਹੁਤ ਸੀ। 3.25 ਸਾਲ ਦੇ ਕਰੀਬ ਪੀਰੀਅਡ ਲੱਗ ਗਿਆ ਇਹ ਕਨਸਟੀਟਿਊਸ਼ਨ ਨੂੰ, ਜਦ ਕਿ ਖਰੜਾ ਇਹਦਾ ਪਹਿਲਾਂ ਹੀ ਤਿਆਰ ਸੀ ਉਹਨੂੰ ਫਾਈਨਲ ਕਰਨ ਦਾ। ਉਹਦਾ ਕਾਰਨ ਇਹੀ ਸੀ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਬਾਰ-ਬਾਰ ਵਿਰੋਧਤਾ ਹੁੰਦੀ ਸੀਗੀ ਕਿ ਆਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਪਰ ਜੇ ਤੁਸੀਂ ਪਹਿਲੇ 2-3 ਚੈਪਟਰ ਪੜ੍ਹੇ ਹੁਣ ਪ੍ਰੀਐਂਬਲ ਛੱਡ ਕੇ, ਫੰਡਾਮੈਂਟਲ ਰਾਈਟਸ ਤੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ, ਉਹ ਦੋਵੇਂ ਹੀ ਬਹੁਤ ਹੀ ਰਿਚ ਆ। ਜੇ ਉਹਨਾਂ ਦਾ 50% ਵੀ ਲਾਗੂ ਕਰਤਾ ਜਾਵੇ ਤਾਂ ਮੈਨੂੰ ਲੱਗਦਾ ਸਾਡੇ ਦੇਸ਼ ਦਾ ਨਕਸ਼ਾ ਬਦਲ ਸਕਦਾ। ਪਰ ਅਫਸੋਸ ਆ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਜਾਂ ਜਿਨ੍ਹਾਂ ਲੋਕਾਂ ਦੀ ਮਦਦ ਦੇ ਨਾਲ ਉਹ ਲਾਗੂ ਸਾਰਾ ਹੋਣਾ, ਉਹ ਅਜੇ ਕਾਫੀ ਪਿੱਛੇ ਆ, ਪਛੜੇ ਆ। ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਾਪਾ ਸ਼ਾਇਦ ਪੂਰਾ ਹੋਊਗਾ। ਹਾਂਜੀ, ਮੈਨੂੰ ਲੱਗਦਾ ਜੀ ਕੋਈ ਹੋਰ ਸਵਾਲ ਜੇ ਕਿਸੇ ਦਾ ਨਹੀਂ ਆ ਤੇ ਆਪਾਂ ਅੱਜ ਦਾ ਜਿਹੜਾ ਸੈਮੀਨਾਰ ਹੈ ਇਹਨੂੰ ਕਨਕਲੂਡ ਕਰੀਏ। ਕੋਈ ਕਿਸੇ ਦਾ ਲਾਸਟ ਜੇ ਹੈ? ਮੈਨੂੰ ਲੱਗਦਾ ਜੀ ਕੋਈ ਹੋਰ ਸਵਾਲ ਹੈ ਨਹੀਂ। ਮੈਂ ਹੁਣ ਬੇਨਤੀ ਕਰੂੰਗਾ ਸੁਰਜੀਤ ਕੌਰ ਹੋਰਾਂ ਨੂੰ ਕਿ ਉਹ ਅੱਜ ਸ਼ਾਮਲ ਹੋਏ ਸਾਡੇ ਸਾਰੇ ਪਾਰਟਿਸਪੈਂਟਸ ਦਾ ਧੰਨਵਾਦ ਕਰਨ। ਹਾਂਜੀ, ਅੱਜ ਦਾ ਇਹ ਜਿਹੜਾ ਸੈਮੀਨਾਰ ਹੋਇਆ ਜਾਂ ਵੈਬੀਨਾਰ ਹੋਇਆ ਬਹੁਤ ਹੀ ਵਿਦਵਤਾ ਭਰਪੂਰ ਕਹਿ ਲਓ, ਬਹੁਤ ਜਾਣਕਾਰੀ ਭਰਪੂਰ ਹੈ ਅੱਜ ਦਾ ਸੈਮੀਨਾਰ ਸੀ। ਕੱਲ ਦੇ ਵੀ ਸੈਮੀਨਾਰ ਜਿਹੜੇ ਕੱਲ ਦਾ ਸੈਮੀਨਾਰ ਦੇ ਵਿੱਚ ਵੀ ਜਿੰਨੇ ਵਿਦਵਾਨਾਂ ਨੇ ਬੋਲਿਆ ਉਹ ਵੀ ਬਹੁਤ ਹੀ ਸਾਨੂੰ ਚਾਨਣ ਕਰ ਗਿਆ। ਤੇ ਅੱਜ ਦਾ ਜਿਹੜਾ
ਡਾਕਟਰ ਸਾਹਿਬ ਨੇ ਜੋ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਬਾਰੇ ਜੋ ਸਾਨੂੰ ਦੱਸਿਆ ਤੇ ਜੋ ਕਿਸਾਨੀ ਅੰਦੋਲਨ ਬਾਰੇ ਦੱਸਿਆ, ਕਿਸਾਨੀ ਅੰਦੋਲਨ ਦੇ ਵਿੱਚ ਜੋ ਉਹਨਾਂ ਨੇ ਬੇਗਮਪੁਰਾ ਦੀ ਗੱਲ ਕੀਤੀ, ਸਭੇ ਸਾਂਝੀ ਵਾਲ ਸਦਾਇਨ ਦੀ ਗੱਲ ਕੀਤੀ, ਤੇ ਸਾਡੇ ਦੇਸ਼ ਵਿੱਚ ਜਾਤ ਪਾਤ ਦਾ ਪਸਾਰਾ ਤੇ ਉਹਦੇ ਆਧਾਰ ਤੇ ਹੁੰਦੇ ਵਿਤਕਰਿਆਂ, ਮਜ਼ਦੂਰਾਂ, ਤੇ ਉਹਨਾਂ ਦੇ ਆਪਣੇ ਕੀਤੇ, ਡਾਕਟਰ ਸਾਹਿਬ ਦੇ ਆਪਣੇ ਕੀਤੇ ਹੋਏ ਕੰਮਾਂ ਦੀ ਜਿਹੜੀ ਸਾਡੇ ਨਾਲ ਗੱਲ ਕੀਤੀ, ਉਹ ਉਹਨਾਂ ਉਸ ਲਈ ਬਹੁਤ ਬਹੁਤ ਧੰਨਵਾਦੀਆਂ ਸੀ ਡਾਕਟਰ ਸਾਹਿਬ ਦੇ। ਤੇ ਡਾਕਟਰ ਸਾਹਿਬ ਨੇ ਜਿਹੜੀ ਸ਼ੁਰੂ ਦੇ ਵਿੱਚ ਹੀ ਜਦੋਂ ਗੱਲ ਕੀਤੀ ਸੀ ਕਰੋਨਾ ਕਾਲ ਦੇ ਵਿੱਚ, ਜਦੋਂ ਤੁਹਾਨੂੰ ਕੁਆਰੰਟਾਈਨ ਕਰਨਾ ਪੈਂਦਾ ਹੈ ਤੇ ਜਦੋਂ ਤੁਸੀਂ 12-14 ਦਿਨ ਇਕੱਲੇ ਰਹਿੰਦੇ ਆ ਤਾਂ ਤੁਸੀਂ ਮਹਿਸੂਸ ਕਰ ਸਕਦੇ ਆ ਕਿ ਅਨਟੱਚੇਬਲ ਜਿਹੜੇ ਨੇ ਉਹ ਕੀ ਹੁੰਦੇ ਨੇ। ਸੋ ਤੁਹਾਡਾ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਨੇ ਸਾਡੇ ਨਾਲ ਤੇ ਸਾਨੂੰ ਬਹੁਤ ਸਾਰੀ ਜਿਹੜੀ ਜਾਣਕਾਰੀ ਮਿਲੀ ਹੈ ਸਾਰੇ ਦੇਸ਼ ਦੇ, ਜੋ ਵੀ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਮਜ਼ਦੂਰਾਂ ਨਾਲ ਜਾਤ ਪਾਤ ਦੇ ਆਧਾਰ ਦੇ ਉੱਤੇ। ਤੇ ਸਾਰੇ ਵਿਦਵਾਨ ਦੇਸ਼ ਤੋਂ, ਭਾਰਤ ਤੋਂ, ਪੰਜਾਬ ਤੋਂ, ਪਾਕਿਸਤਾਨ ਤੋਂ ਤੇ ਇੱਥੋਂ ਜਿੰਨੇ ਵੀ ਵਿਦਵਾਨ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਦੇ ਬਹੁਤ ਬਹੁਤ ਧੰਨਵਾਦੀਆਂ ਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਸਾਨੂੰ ਇਹੋ ਜਿਹਾ ਹੁੰਗਾਰਾ ਦਿੰਦੇ ਰਹੋਗੇ। ਤੇ ਡਾਕਟਰ ਸਾਹਿਬ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਾਡੀ ਨੌਲੇਜ ਦੇ ਵਿੱਚ ਵਾਧਾ ਕਰਦੇ ਰਹੋਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਸਰੋਤਿਆਂ ਦਾ, ਆਰਗੇਨਾਈਜ਼ਰ ਦਾ ਮੇਰੀ ਵੱਲੋਂ ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਧੰਨਵਾਦ ਸਾਰਿਆਂ ਦਾ ਜੀ, ਬਾਏ। ਆਪਣੇ ਨਾਲ ਲੈ ਕੇ ਗਏ ਗੀਤਾ ਦੇ ਸੰਦੇਸ਼ ਤੇ ਗੁਰੂ ਸਾਹਿਬਾਨਾਂ ਦੇ ਸਿਧਾਂਤ